ਸੁੰਦਰ ਕਾਨੀ ਪਿਆਰ ਨਿਸ਼ਾਨੀ ਚੰਨ ਚਾਨਣ ਦੀ ਤਾਰ ਕਿਰਨਾਂ ਵੰਡੇ ਮੋਤੀ ਕੇਰੇ ਹੱਥ ਦਾ ਬਣੀ ਸ਼ਿੰਗਾਰ ਦੇਸ਼ ਦਾ ਹਾਕਮ ਚਾਂਦੀ ਦਾ ਗੋਲਾ ਸੋਨੇ ਦਾ ਪਹਿਰੇਦਾਰ ਦੇਸ਼ ਦੀ ਰਈਅਤ ਕਣ ਕਣ ਬਿਖਰੀ ਜਿਉਂ ਤਿਲ ਡਿੱਗਣ ਬਸਾਰ ਨੋਕ ਕਲਮ ਦੀ ਅੱਗ ਵਿੱਚ ਡੋਬਾਂ ਅੱਖਰ ਲਿਖਾਂ ਅੰਗਾਰ ਗੀਤ ਲਿਖਾਂ ਇੱਕ ਲਸ ਲਸ ਕਰਦਾ ਘਟੇ ਧਰਤ ਦਾ ਭਾਰ ਗੀਤ ਲਿਖਾਂ ਇੱਕ ਲਸ ਲਸ ਕਰਦਾ ਘਟੇ ਧਰਤ ਦਾ ਭਾਰ। ਦੋਸਤੋ, ਇੰਡੀਅਨ ਪੀਪਲਸ ਥੀਏਟਰੀਕਲ ਐਸੋਸੀਏਸ਼ਨ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਪਟਾ ਵੱਲੋਂ ਸ਼ੁਰੂ ਕੀਤੀ ਰੂਬਰੂ ਫਨਕਾਰ ਸੀਰੀਜ਼ ਦੇ ਤਹਿਤ ਤੁਸੀਂ ਹੁਣ ਤੱਕ ਅਵਾਮੀ ਰੰਗਮੰਚ ਦੇ 5 ਥੰਮਾਂ ਦੇ ਫੀਚਰ ਦੇਖ ਚੁੱਕੇ ਹੋ। ਇਹ ਥੰਮ ਹਨ ਤੇਰਾ ਸਿੰਘ ਚੰਨ, ਅਮਰਜੀਤ ਗੁਰਦਾਸਪੁਰੀ, ਕਮਲਜੀਤ ਸਿੰਘ ਸੂਰੀ, ਜਗਦੀਸ਼ ਫਰਿਆਦੀ ਅਤੇ ਜੋਗਿੰਦਰ ਬਾਰਲਾ। ਇਸੇ ਲੜੀ ਦੇ ਤਹਿਤ ਪੇਸ਼ ਹੈ 6ਵਾਂ ਐਪੀਸੋਡ 2 ਦਸੰਬਰ 1920 ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਡਢੇੜੀ ਵਿੱਚ ਜਨਮੇ ਸੰਤੋਖ ਸਿੰਘ ਧੀਰ ਦਾ ਫੀਚਰ, ਜਿਨ੍ਹਾਂ ਦੀ ਅਸੀਂ ਇਸ ਸਾਲ 100 ਸਾਲਾ ਜਨਮ ਸ਼ਤਾਬਦੀ ਮਨਾ ਰਹੇ ਹਾਂ। ਤੇ ਇਸ ਫੀਚਰ ਦਾ ਸਿਰਲੇਖ ਹੈ ਪੰਜਾਬੀ ਸਾਹਿਤ ਦੀ ਖੜੀ ਉਂਗਲ ਸੰਤੋਖ ਸਿੰਘ ਧੀਰ। ਦੋਸਤੋ, ਖੜੀ ਉਂਗਲ ਦਾ ਮਤਲਬ ਆਪਣੇ ਆਪ ਤੇ ਹੱਦ ਦਰਜੇ ਦਾ ਵਿਸ਼ਵਾਸ ਹੁੰਦਾ ਹੈ। ਖੜੀ ਉਂਗਲ ਦਾ ਮਤਲਬ ਆਪਣੀ ਗੱਲ ਕਹਿਣ ਦੀ ਦਲੇਰੀ ਹੁੰਦੀ ਹੈ। ਖੜੀ ਉਂਗਲ ਦਾ ਮਤਲਬ ਕਹੀ ਜਾਣ ਵਾਲੀ ਗੱਲ ਵਿੱਚ ਸਪਸ਼ਟਤਾ ਹੁੰਦੀ ਹੈ ਤੇ ਖੜੀ ਉਂਗਲ ਦਾ ਮਤਲਬ ਆਪਣੇ ਅਕੀਦਿਆਂ ਤੇ ਕੀਤਾ ਗਿਆ ਦਾਅਵਾ ਹੁੰਦਾ ਹੈ ਤੇ ਖੜੀ ਉਂਗਲ ਦਾ ਮਤਲਬ ਧੁਰ ਵਿਰੋਧੀਆਂ ਨੂੰ ਨੰਗੇ ਧੜ ਦਿੱਤੀ ਗਈ ਚੁਣੌਤੀ ਹੁੰਦੀ ਹੈ ਤੇ ਖੜੀ ਉਂਗਲ ਦਾ ਮਤਲਬ ਕਿਸੇ ਦੀ ਈਨ ਨਾ ਮੰਨ ਕੇ ਪ੍ਰਗਟਾਈ ਗਈ ਖੁਦਦਾਰੀ ਹੁੰਦੀ ਹੈ। ਪੰਜਾਬੀ ਸਾਹਿਤ ਦੀ ਖੜੀ ਉਂਗਲ ਸੰਤੋਖ ਸਿੰਘ ਧੀਰ ਵਿੱਚ ਉਪਰੋਕਤ ਸਾਰੇ ਗੁਣ ਸਨ। ਉਹਨਾਂ ਦੇ ਪਿਤਾ ਦਾ ਨਾਮ ਈਸ਼ਰ ਸਿੰਘ ਸੀ, ਪਰ ਮਾਂ ਦਾ ਨਾਮ ਜਮਨੀ ਦੇਵੀ ਸੀ। ਇਹਨਾਂ ਨਾਵਾਂ ਦੇ ਮੁਤਾਬਕ ਉਹ ਦਾਦਕਿਆਂ ਦਾ ਸਿੱਖ ਸੀ ਤੇ ਨਾਨਕਿਆਂ ਦਾ ਹਿੰਦੂ, ਪਰ ਇਹਨਾਂ ਸਭ ਜਾਤਾਂ, ਧਰਮਾਂ, ਮਜ਼ਹਬਾਂ ਤੇ ਫਿਰਕਿਆਂ ਤੋਂ ਉੱਪਰ ਉਹ ਇੱਕ ਇਨਸਾਨ ਸੀ, ਨਰੋਲ ਤੇ ਖਾਲਸ ਇਨਸਾਨ। ਭਾਵੇਂ ਨਾ ਉਹਨਾਂ ਦਾ ਸੰਤੋਖ ਸੀ ਤੇ ਤਖੱਲਸ ਉਹਨਾਂ ਦਾ ਧੀਰ ਸੀ, ਪਰ ਨਾ ਉਸ ਦੀ ਸ਼ਖਸੀਅਤ ਵਿੱਚ ਧੀਰ ਸੀ ਤੇ ਨਾ ਹੀ ਉਸਨੇ ਜਿਹੋ ਜਿਹੀ ਸਮਾਜਿਕ ਵਿਵਸਥਾ ਉਸ ਨੂੰ ਪ੍ਰਾਪਤ ਹੋਈ ਉਸ ਉੱਪਰ ਸੰਤੋਖ ਹੀ ਪ੍ਰਗਟਾਇਆ, ਬਲਕਿ ਉਹ ਧੀਰ ਨਹੀਂ ਅਧੀਰ ਸੀ। ਇਸ ਨਾ ਬਰਾਬਰੀ ਆਧਾਰਿਤ ਸਮਾਜ ਨੂੰ ਬਦਲਣ ਲਈ, ਕਿਰਤੀ ਕਿਸਾਨਾਂ ਨੂੰ ਉਹਨਾਂ ਦੇ ਸੁਪਨਿਆਂ ਦੇ ਹਾਣ ਦੀ ਜ਼ਿੰਦਗੀ ਦੇਣ ਲਈ ਤੇ ਅਜਿਹਾ ਸੋਹਣਾ ਸਮਾਜ ਸਿਰਜਣ ਲਈ ਜਿਸ ਵਿੱਚ ਹਰ ਆਦਮੀ ਰੱਜ ਕੇ ਜਿਉ ਸਕੇ। ਇਸ ਤਰ੍ਹਾਂ ਉਹ ਧੀਰ ਹੁੰਦਾ ਹੋਇਆ ਵੀ ਅਧੀਰ ਹੋਣ ਦੇ ਰਾਹ ਪੈਂਦਾ ਹੈ ਤੇ ਸੰਤੋਖ ਹੁੰਦਾ ਹੋਇਆ ਵੀ ਸੰਤੋਖ ਤੋਂ ਪਾਰ ਜਾ ਕੇ ਆਪਣੇ ਹਿੱਸੇ ਦਾ ਯੁੱਧ ਲੜਦਾ ਹੈ ਅਤੇ ਜੀਵਨ ਪਰ ਬਰਾਬਰੀ ਦੇ ਸਮਾਜ ਦੇ ਲਈ ਤਾਂਘਦਾ ਹੈ। ਸੰਤੋਖ ਸਿੰਘ ਧੀਰ ਹੋਰਾਂ ਵਾਸਤੇ ਮੇਰੇ ਦਿਲ ਵਿੱਚ ਬਹੁਤ ਕਦਰ, ਬਹੁਤ ਗਹਿਰਾ ਪਿਆਰ ਔਰ ਸਤਿਕਾਰ ਹੈ। ਉਹ ਸਾਡੇ ਮਹਾਨ ਪ੍ਰਤਿਭਾਸ਼ੀਲ ਸਾਹਿਤਕਾਰ ਹਨ। ਕੋਈ ਇੱਕ ਸਵਾਰ ਔਰ ਸਵੇਰ ਹੋਣ ਤੱਕ ਵਰਗੀਆਂ ਤੇ ਹੋਰ ਅਨੇਕਾਂ ਖੂਬਸੂਰਤ ਕਹਾਣੀਆਂ ਦੇ ਸਿਰਜਕ ਔਰ ਨਿੱਕਾ ਸਲੇਟੀ ਸੜਕ ਦਾ ਟੋਟਾ ਜਿਹੀ ਕਵਿਤਾ ਦੇ ਕਵੀ, ਜਿਸ ਕਵਿਤਾ ਵਿੱਚ ਬਹੁਤ ਰਵਾਨੀ, ਬਹੁਤ ਸ਼ਿੱਦਤ ਔਰ ਬਹੁਤ ਪਿਆਰ ਹੈ। ਇਸ ਤਰ੍ਹਾਂ ਹੀ ਯਾਦਗਾਰ ਵਰਗਾ ਨਾਵਲ ਲਿਖਣ ਬਾਰੇ, ਜਿਸ ਬਾਰੇ ਡਾਕਟਰ ਹਰਭਜਨ ਸਿੰਘ ਨੇ ਕਿਹਾ ਸੀ ਕਿ ਇਹ ਨਾਵਲ ਜਿਵੇਂ ਕਲਮ ਨਾਲ ਨਹੀਂ ਲਿਖਿਆ, ਚਾਨਣ ਦੀ ਲੀਕ ਨਾਲ ਲਿਖਿਆ ਹੋਇਆ ਨਾਵਲ ਹੈ। ਸੋ ਉਸ ਪ੍ਰਤਿਭਾਸ਼ੀਲ, ਉਸ ਮਹਾਨ ਸਾਹਿਤਕਾਰ ਨੂੰ ਯਾਦ ਕਰਦਿਆਂ ਮੇਰਾ ਸਿਰ ਸਤਿਕਾਰ ਨਾਲ ਝੁਕਦਾ ਔਰ ਮੇਰਾ ਦਿਲ ਪਿਆਰ ਨਾਲ ਉਛਲਦਾ। ਔਰ ਸੰਤੋਖ ਸਿੰਘ ਧੀਰ ਹੋਣੀ ਬਹੁਤ ਅਲਗ ਸਾਧਨਾ ਦੇ ਬਾਵਜੂਦ ਉਹਨਾਂ 'ਚ ਇੱਕ ਸ਼ਾਹਾਨਾ ਜਮਾਲ ਸੀ। ਪੂਰੇ ਆਤਮ ਸਨਮਾਨ ਨਾਲ ਜ਼ਿੰਦਗੀ ਜੀਵੀ ਉਹਨਾਂ ਨੇ
ਔਰ ਉਹਨਾਂ ਬਾਰੇ ਸੋਚ ਕੇ ਮੈਨੂੰ ਇੱਕ ਉਰਦੂ ਸ਼ੇਰ ਯਾਦ ਆਉਂਦਾ ਕਿ ਐ ਸੁਬਹ ਮੇਰੀ ਗਵਾਹ ਰਹਿਣਾ, ਮੈਂ ਉਮਰ ਭਰ ਰਾਤ ਸੇ ਲੜਾ ਹੂੰ। ਔਰ ਉਹਨਾਂ ਦੀ ਆਪਣੀ ਕਵਿਤਾ ਦੀ ਇੱਕ ਸਤਰ ਵੀ ਹੈ ਕਿ ਮੈਂ ਦੀਵੇ ਵਾਂਗ ਬਲਿਆ ਹਾਂ। ਤੋ ਮੈਨੂੰ ਕਈ ਵਾਰ ਉਹਨਾਂ ਦੀ ਜਿਹੜੀ ਉੱਠੀ ਹੋਈ ਉਂਗਲ ਬੜੀ ਮਸ਼ਹੂਰ ਉਹਨਾਂ ਦਾ ਪੋਜ਼ ਹੁੰਦਾ ਸੀ ਗੱਲਬਾਤ ਵੇਲੇ, ਉਹ ਉਂਗਲ ਮੈਨੂੰ ਦੀਵੇ ਦੀ ਲਾਟ ਦਾ ਹੀ ਇੱਕ ਪ੍ਰਤੀਕ ਲੱਗਦੀ ਹੈ, ਦੀਵੇ ਦੀ ਜੋਤ ਦੀ ਨੁਮਾਇੰਦਗੀ ਕਰਦੀ ਉਹ ਲੱਗਦੀ ਹੈ। ਤਾਂ ਉਹਨਾਂ ਨੇ ਇੱਕ ਇਹੋ ਜਿਹੀ ਜ਼ਿੰਦਗੀ ਜਿਉਈ ਜਿਹੜੀ ਕਿ ਇੱਕ ਯੋਧੇ ਦੀ ਜ਼ਿੰਦਗੀ ਵੀ ਸੀ, ਇੱਕ ਕਲਮ ਦਾ ਯੋਧਾ, ਔਰ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਇੱਕ ਰਸਿਕ ਵਿਅਕਤੀ ਵੀ ਸੀ, ਇੱਕ ਪ੍ਰੇਮੀ ਵੀ ਸੀ, ਔਰ ਇੱਕ ਬਹੁਤ ਪਿਆਰਾ ਨਿੱਘਾ ਆਪਣਤ ਭਰਿਆ ਦੋਸਤ ਵੀ ਸੀ। ਸੋ ਜਦੋਂ ਵੀ ਉਹਨਾਂ ਨੂੰ ਸੋਚਦੇ ਹਾਂ ਉਸ ਰੌਸ਼ਨ ਦਿਲ ਇਨਸਾਨ ਨੂੰ, ਉਸ ਰੌਸ਼ਨ ਜ਼ਮੀਰ ਇਨਸਾਨ ਨੂੰ, ਤੇ ਮੈਨੂੰ ਇੱਕ ਇਹੋ ਜਿਹੀ ਮੌਜੂਦਗੀ ਮੇਰੇ ਮਨ 'ਚ ਉੱਭਰਦੀ ਆ ਜਿਹਦੇ ਵਿੱਚ ਰੌਸ਼ਨੀ ਵੀ ਸੀ, ਨਿੱਘ ਵੀ ਸੀ ਤੇ ਸੇਕ ਵੀ ਸੀ। ਸੋ ਮੈਂ ਆਪਣੇ ਵੱਲੋਂ ਔਰ ਪੰਜਾਬ ਆਰਟਸ ਕੌਂਸਲ ਵੱਲੋਂ ਉਸ ਮਹਾਨ ਸਾਹਿਤਕਾਰ ਨੂੰ, ਉਸ ਮਹਾਨ ਇਨਸਾਨ ਨੂੰ ਆਪਣਾ ਪਿਆਰ ਔਰ ਸਤਿਕਾਰ ਅਰਪਿਤ ਕਰਦਾ। ਉਹਨਾਂ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਏਗਾ, ਉਹਨਾਂ ਦੇ ਸਾਹਿਤ ਨੂੰ, ਉਹਨਾਂ ਦੇ ਜੀਵਨ ਨੂੰ। ਮੈਂ ਦੀਵੇ ਵਾਂਗ ਬਲਿਆ ਹਾਂ, ਕਲੂ ਕਾਲ ਦੀ ਕਾਇਆ ਵਿੱਚ, ਹਨੇਰੀ ਰਾਤ ਦੇ ਸੀਨੇ ਵਿੱਚ, ਕੱਲ੍ਹ ਵਿੱਚ, ਅੱਜ ਵਿੱਚ, ਆਉਣ ਵਾਲੀ ਕੱਲ੍ਹ ਵਿੱਚ। ਕਦੇ ਬੱਤੀ ਸੁੱਕ ਜਾਂਦੀ, ਕਦੇ ਤੇਲ ਮੁੱਕ ਜਾਂਦਾ, ਮੈਂ ਹੱਸਿਆ ਹਾਂ, ਮੈਂ ਰੋਇਆ ਹਾਂ। ਮੈਂ ਦੀਵੇ ਵਾਂਗ ਹੱਸਿਆ ਹਾਂ, ਮੈਂ ਦੀਵੇ ਵਾਂਗ ਰੋਇਆ ਹਾਂ, ਮੈਂ ਦੀਵੇ ਵਾਂਗ ਬਲਿਆ ਹਾਂ, ਕਲੂ ਕਾਲ ਦੀ ਕਾਇਆ ਵਿੱਚ, ਹਨੇਰੀ ਰਾਤ ਦੇ ਸੀਨੇ ਵਿੱਚ। ਮੈਂ ਦੀਵੇ ਵਾਂਗ ਬਲਿਆ ਹਾਂ ਸਾਰੀ ਰਾਤ, ਸਾਰਾ ਯੁੱਗ, 4 ਪਹਿਰ, 4 ਯੁੱਗ, ਸਤਯੁਗ ਵਿੱਚ, ਦੁਆਪਰ ਵਿੱਚ, ਤ੍ਰੇਤੇ ਵਿੱਚ, ਕਲਯੁਗ ਵਿੱਚ, ਆਪਣੀ ਕੰਬਦੀ ਬੱਤੀ ਨਾਲ, ਨਿੱਕੀ ਸੂਹੀ ਬੱਤੀ ਨਾਲ ਮੈਂ ਦੀਵੇ ਵਾਂਗ ਬਲਿਆ ਹਾਂ ਝੱਖੜਾਂ ਵਿੱਚ। ਮੈਂ ਦੀਵੇ ਵਾਂਗ ਬਲਿਆ ਹਾਂ ਝੱਖੜਾਂ ਵਿੱਚ। ਸੰਤੋਖ ਸਿੰਘ ਧੀਰ ਪੰਜਾਬੀ ਦੇ ਇੱਕ ਬਹੁਤ ਸਤਿਕਾਰੇ ਜਾਂਦੇ ਲੇਖਕ ਸਨ। ਜਦੋਂ ਉਹ ਪੰਜਾਬੀ ਦੀ ਮੂਹਰਲੀ ਸਫ਼ ਵਿੱਚ ਪਹੁੰਚ ਚੁੱਕੇ ਸੀ, ਉਦੋਂ ਮੈਂ ਅਜੇ ਸਾਹਿਤ ਦਾ ਉਡਾੜਾ ਵੀ ਨਹੀਂ ਸੀ ਸਿੱਖਿਆ, ਪਰ ਫਿਰ ਮੈਨੂੰ ਉਹਨਾਂ ਦੇ ਬਹੁਤ ਨੇੜੇ ਹੋਣ ਦਾ ਮਾਣ ਪ੍ਰਾਪਤ ਹੋਇਆ। ਪਹਿਲਾਂ ਸਾਡੀ ਵਾਕਫੀ ਹੋਈ ਜਦੋਂ ਮੈਂ ਲਿਖਣ ਲੱਗਿਆ, ਫਿਰ ਉਹ ਵਾਕਫੀ ਦੋਸਤੀ ਵਿੱਚ ਪਲਟ ਗਈ, ਅਤੇ ਉਹ ਦੋਸਤੀ ਸਾਡੀ ਦੋਨਾਂ ਦੀ ਦੋਸਤੀ ਨਾ ਰਹਿ ਕੇ ਸਾਡੇ ਦੋਨਾਂ ਦੇ ਪਰਿਵਾਰਾਂ ਦੀ ਇੱਕ ਮਿੱਕਤਾ ਵਿੱਚ ਬਦਲ ਗਈ, ਅਤੇ 40 ਸਾਲ ਤੋਂ ਵੱਧ ਦੇ ਸਮੇਂ ਲਈ ਸਾਡੇ ਦੋਨੋਂ ਪਰਿਵਾਰ ਇੱਕ ਦੂਜੇ ਨਾਲ ਬਿਲਕੁਲ ਸਾਂਝ ਵਿੱਚ ਵਿਚਰਦੇ ਰਹੇ। ਇਸ ਲੰਮੇ ਸਮੇਂ ਵਿੱਚ ਮੈਨੂੰ ਉਹਨਾਂ ਨੂੰ ਮਨੁੱਖ ਵਜੋਂ ਵੀ ਦੇਖਣ ਦਾ ਮੌਕਾ ਮਿਲਿਆ ਅਤੇ ਉਹਨਾਂ ਨੂੰ ਲੇਖਕ ਵਜੋਂ ਵੀ ਬੜਾ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਮਨੁੱਖ ਵਜੋਂ ਬਹੁਤ ਹੀ ਸੁਹਿਰਦ ਔਰ ਪੁਰਖਲੂਸ ਔਰ ਮੋਹ ਕਰਨ ਵਾਲੇ ਮਨੁੱਖ ਸਨ, ਔਰ ਲੇਖਕ ਵਜੋਂ ਉਹਨਾਂ ਦਾ ਇੱਕੋ ਇੱਕ ਹਿੱਤ ਸੀ, ਉਹ ਲੋਕ ਹਿੱਤ ਸੀ। ਜੋ ਵੀ ਉਹਨਾਂ ਨੇ ਲਿਖਿਆ ਉਹ ਲੋਕ ਹਿੱਤ ਦੇ ਪੈਂਤਰੇ ਤੋਂ ਹੀ ਲਿਖਿਆ। ਉਹ ਪੰਜਾਬੀ ਦੇ ਪ੍ਰਮੁੱਖ ਕਹਾਣੀਕਾਰ ਵੀ ਮੰਨੇ ਗਏ, ਕਵੀ ਵੀ ਮੰਨੇ ਗਏ। ਆਮ ਤੌਰ 'ਤੇ ਲੇਖਕਾਂ ਨੂੰ ਇੱਕ ਵਿਧਾ ਨਾਲ ਜੋੜ ਲਿਆ ਜਾਂਦਾ ਹੈ, ਪਰ ਉਹ ਇਸ ਪੱਖੋਂ ਬੜੇ ਸੁਭਾਗੇ ਸੀ, ਉਹਨਾਂ ਨੂੰ ਕਵੀ ਤੇ ਕਹਾਣੀਕਾਰ ਦੋਨਾਂ ਵਿਧਾਵਾਂ ਦਾ ਵੱਡਾ ਲੇਖਕ ਮੰਨਿਆ ਗਿਆ। ਕਵਿਤਾ ਉਸ ਨੂੰ ਵਿਰਾਸਤ ਵਿੱਚ ਆਪਣੇ ਪਿਤਾ ਗਿਆਨੀ ਈਸ਼ਰ ਸਿੰਘ ਦਰਦ ਹੋਰਾਂ ਤੋਂ ਮਿਲੀ ਸੀ, ਅਤੇ ਧੀਰ ਨੇ ਵਿਰਾਸਤ 'ਚੋਂ ਮਿਲੀ ਉਸ ਕਵਿਤਾ ਦਾ ਹਰਫ ਰੂੜੀ ਦੀ ਖਾਦ ਵਾਂਗ ਆਪਣੇ ਅੰਦਰ ਜੀਰ ਲਿਆ ਸੀ, ਅਤੇ ਜਿਸ ਵਿੱਚੋਂ ਖਿੜੇ ਸਨ ਧੀਰ ਸਾਹਿਬ ਦੀ ਸਿਰਜਣਾ ਦੇ ਸੂਹੇ ਫੁੱਲ। ਉਹ ਸੂਹੇ ਫੁੱਲ ਜਿਨ੍ਹਾਂ ਨੇ 12 ਕਵਿਤਾਵਾਂ ਦੀਆਂ ਕਿਤਾਬਾਂ ਦੇ ਰੂਪ ਦੇ ਵਿੱਚ, 10 ਕਹਾਣੀ ਸੰਗ੍ਰਹਿਾਂ ਦੇ ਰੂਪ ਦੇ ਵਿੱਚ, 8 ਨਾਵਲਾਂ ਦੇ ਰੂਪ ਦੇ ਵਿੱਚ, ਇੱਕ ਇੰਗਲੈਂਡ ਦੇ ਸਫ਼ਰਨਾਮੇ ਦੇ ਰੂਪ ਦੇ ਵਿੱਚ, ਫੁੱਲਾਂ ਨਾਲ ਗੱਲਾਂ ਕਰਦੀਆਂ ਚਿੱਠੀਆਂ ਦੇ ਰੂਪ ਦੇ ਵਿੱਚ, ਬ੍ਰਹਿਸਪਤੀ ਅਤੇ ਮੇਰੀ ਕਲਮ ਨਾਂ ਦੀ ਸਵੈ ਜੀਵਨੀ ਦੇ ਰੂਪ ਦੇ ਵਿੱਚ, 2 ਨਿਬੰਧ ਪੁਸਤਕਾਂ ਦੇ ਰੂਪ ਦੇ ਵਿੱਚ, ਝਾੜੀਆਂ ਦੇ ਫੁੱਲ ਨਾ ਹੇਠ ਸਾਹਮਣੇ ਆਈ, ਡੈਰੀ ਦੇ
ਪੰਨਿਆਂ ਦੇ ਰੂਪ ਦੇ ਵਿੱਚ ਅਤੇ ਹੋਰ ਅਨੇਕ ਰੂਪਾਂ ਵਿੱਚ ਪੰਜਾਬੀ ਅਦਬ ਦਾ ਬੇੜਾ ਮਹਿਕਣ ਲਾ ਦਿੱਤਾ ਸੀ। ਸੰਤੋਖ ਸਿੰਘ ਧੀਰ ਦੇ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਨਾਲ ਪੰਜਾਬੀ ਸਾਹਿਤ ਦਾ ਦ੍ਰਿਸ਼ ਤੇ ਦ੍ਰਿਸ਼ਟੀ ਦੋਵੇਂ ਬਦਲ ਜਾਂਦੇ ਆ। ਧੀਰ ਨੇ 1944 'ਚ ਉਹਨਾਂ ਦੀ ਪਹਿਲੀ ਕਿਤਾਬ ਆਉਂਦੀ ਆ। 1944 ਤੋਂ ਲੈ ਕੇ 2010 ਤੱਕ 6.5 ਦਹਾਕੇ ਲਗਾਤਾਰ ਉਹ ਲਿਖਦੇ ਰਹੇ। ਕਵਿਤਾ, ਨਾਵਲ, ਕਹਾਣੀ, ਸਵੈ ਜੀਵਨੀ, ਹੋਰ ਬਹੁਤ ਸਾਰੇ ਉਹਨਾਂ ਨੇ ਜੰਦ ਤੇ ਹੱਥ ਅਜਮਾਇਆ। ਪਰ ਉਹਨਾਂ ਦੀ ਖੂਬਸੂਰਤੀ ਇਸ ਗੱਲ 'ਚ ਆ ਕਿ ਧੀਰ ਸਭ ਤੋਂ ਪਹਿਲਾਂ ਵੀ ਮਜ਼ਦੂਰ ਤੇ ਕਿਰਤੀ ਕਿਸਾਨਾਂ ਦੇ ਹੱਕ 'ਚ ਕਵਿਤਾ ਲਿਖੀ ਜਾਂਦੀ ਸੀ। ਪਰ ਸਾਡੇ ਬਹੁਤੇ ਕਵੀ ਆਪਣੇ ਮੱਧ ਵਰਗੀ ਪਿਛੋਕੜ ਕਰਕੇ ਉਹ ਉਹਨਾਂ ਨਾਲ ਹਮਦਰਦੀ ਦੀ ਕਵਿਤਾ ਲਿਖਦੇ ਸੀ। ਧੀਰ ਦੇ ਆਉਣ ਨਾਲ ਪਹਿਲੀ ਵਾਰ ਇਹ ਵਾਪਰਿਆ ਕਿ ਪੰਜਾਬੀ ਸੰਸਾਰ ਦੇ ਵਿੱਚ, ਸਾਹਿਤ ਦੇ ਵਿੱਚ ਮਜ਼ਦੂਰ ਦੀ ਦ੍ਰਿਸ਼ਟੀ ਤੋਂ ਲਿਖਿਆ ਜਾਣ ਲੱਗਾ। ਪਹਿਲਾਂ ਮਜ਼ਦੂਰ ਬਾਰੇ ਲਿਖਿਆ ਜਾਂਦਾ ਸੀ। ਧੀਰ ਸਾਹਿਬ ਨੇ ਪਹਿਲੀ ਵਾਰ ਮਜ਼ਦੂਰ ਦੇ ਨੁਕਤਾ ਨਿਗਾਹ ਤੋਂ ਦੁਨੀਆ ਨੂੰ ਦੇਖਿਆ ਤੇ ਮਜ਼ਦੂਰ ਦੇ ਨੁਕਤਾ ਨਿਗਾਹ ਤੋਂ ਆਪਣੇ ਸਮੇਂ ਦੀਆਂ ਸਥਿਤੀਆਂ ਨੂੰ ਉਹਨਾਂ ਨੇ ਬਿਆਨ ਕੀਤਾ। ਇੱਕ ਹੋਰ ਬੜੀ ਦਿਲਚਸਪ ਗੱਲ ਆ ਕਿ ਧੀਰ ਤੋਂ ਪਹਿਲਾਂ ਜਿਹੜਾ ਸਾਡਾ ਪ੍ਰਗਤੀਵਾਦੀ ਕਵੀ ਸੀ ਉਹ ਮੱਧ ਵਰਗੀ ਪਿਛੋਕੜ ਵਾਲਾ ਹੋਣ ਕਰਕੇ ਉਹ ਰੋਮਾਂਸ ਤੋਂ ਮੁਕਤ ਨਹੀਂ ਸੀ ਹੁੰਦਾ। ਇਸ ਕਰਕੇ ਉਹਨਾਂ ਦੀ ਕਵਿਤਾ ਵਿੱਚ ਸੁਹਜੀਲੇ ਚੇਤਾ ਜੀਵਨ ਦੇ ਮਿਲਦੇ ਆ। ਪਰ ਜਦੋਂ ਅਸੀਂ ਧੀਰ ਦੀ ਕਵਿਤਾ ਦੇਖਦੇ ਹਾਂ ਤਾਂ ਧੀਰ ਦੀ ਕਵਿਤਾ 'ਚ ਜਦੋਂ ਧੀਰ ਓਡਣੀ ਵਰਗੀ ਕਵਿਤਾ ਲਿਖਦਾ ਆ ਜਾਂ ਭੱਠੀ ਵਾਲੀ ਕਵਿਤਾ ਲਿਖਦਾ ਆ ਜਾਂ ਧੀਰ ਬਾਰੂ ਵਰਗੇ ਆਪਣੇ ਚਿੱਤਰ ਲੈ ਕੇ ਆਉਂਦਾ ਤਾਂ ਧੀਰ ਦੇ ਆਉਣ ਨਾਲ ਪੰਜਾਬੀ ਸਾਹਿਤ ਦੇ ਵਿੱਚ ਉਹ ਜਿਹੜੀ ਸ਼ਿੰਗਾਰ ਸੀ, ਪਰੰਪਰਾ ਸੀ, ਜਿਹਨੂੰ ਅਸੀਂ ਕਹਾਂਗੇ ਕਿ ਸਾਡੀ ਉਹ ਸਜੀ ਸਵਰੀ ਔਰਤ, ਸਾਡੀ ਉਹ ਮੱਧ ਵਰਗੀ 16 ਕਲਾ ਸੰਪੂਰਨ ਜਾਂ ਸਾਡੀ 16 ਸ਼ਿੰਗਾਰ ਵਾਲੀ ਔਰਤ ਦੀ ਥਾਂ ਤੇ ਪਹਿਲੀ ਵਾਰ ਧੀਰ ਦੀ ਕਵਿਤਾ ਵਿੱਚ ਕਿਰਤੀ ਔਰਤ, ਉਹ ਔਰਤ ਜਿਹੜੀ ਬੜੀ ਸਡੌਲ ਆ, ਜਿਹੜੀ ਬੜੀ ਜ਼ਿੰਦਗੀ ਦੇ ਸੰਘਰਸ਼ ਵਿੱਚੋਂ ਤਪ ਕੇ ਨਿਕਲੀ ਆ, ਉਹ ਸੁਹਜੀਲੇ ਚਿਹਰਿਆਂ ਦੀ ਥਾਂ ਤੇ ਜਿਹੜਾ ਧੀਰ ਹੈਗਾ ਉਹ ਜ਼ਿੰਦਗੀ ਦੇ ਸੰਘਰਸ਼ ਤੇ ਪਾਤਰਾਂ ਨੂੰ ਚਿਤਰਨ ਦੀ ਕੋਸ਼ਿਸ਼ ਕਰਦਾ ਆ। ਗਰੀਬ, ਅਨਪੜ੍ਹ ਅਤੇ ਕਿਰਤੀ ਪਰਿਵਾਰ ਵਿੱਚ ਜਨਮੇ 8 ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਭਰਾ ਧੀਰ ਸਾਹਿਬ ਨੂੰ ਕੁਝ ਵੀ ਤਸਤਰੀ ਵਿੱਚ ਪਰੋਸ ਕੇ ਨਹੀਂ ਮਿਲਿਆ ਸੀ, ਬਲਕਿ ਉਸਨੇ ਜੋ ਕੁਝ ਵੀ ਪ੍ਰਾਪਤ ਕੀਤਾ ਜ਼ਿੰਦਗੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜੂਝਦਿਆਂ ਪ੍ਰਾਪਤ ਕੀਤਾ ਸੀ। ਬਚਪਨ ਦੀਆਂ ਦੁਸ਼ਵਾਰੀਆਂ ਨੂੰ ਝੱਲਣ ਤੋਂ ਬਾਅਦ ਕੁਝ ਸਮਾਂ ਪੰਜ ਦਰਿਆ, ਜੀਵਨ ਪ੍ਰੀਤੀ, ਪ੍ਰੀਤ ਲੜੀ ਅਤੇ ਨਵਾਂ ਜ਼ਮਾਨਾ ਵਿੱਚ ਨੌਕਰੀ ਕੀਤੀ, ਪਰ ਹਰ ਥਾਂ ਉਸ ਦੀ ਖੁਦਦਾਰੀ ਉਸ 'ਤੇ ਭਾਰੀ ਪੈਂਦੀ ਰਹੀ ਤੇ ਕਿਸੇ ਵੀ ਨਾਪਸੰਦ ਚੀਜ਼ ਨਾਲ ਸਮਝੌਤਾ ਨਾ ਕਰ ਸਕਣ ਦੀ ਉਸ ਦੀ ਆਦਤ ਨੇ ਉਸ ਨੂੰ ਦੁਸ਼ਵਾਰੀਆਂ ਭਰੇ ਰਾਹਾਂ 'ਤੇ ਤੋਰ ਦਿੱਤਾ ਸੀ। ਕੁਝ ਨਾ ਹੁੰਦਿਆਂ ਹੋਇਆਂ ਵੀ ਕੁੱਲ ਵਕਤੀ ਲੇਖਕ ਬਣਨ ਦਾ ਵੱਡਾ ਫੈਸਲਾ ਲੈਣਾ, ਉਸ ਨੂੰ ਮਰਨ ਤੱਕ ਤੋੜ ਨਿਭਾਉਣਾ ਉਸ ਦੇ ਸਿਰੜ ਤੇ ਸਿਦਕ ਦੇ ਪੱਕੇ ਪ੍ਰਮਾਣ ਸਨ। ਉਹਨਾਂ ਨੇ ਜੀਵਨ ਦੇ ਸ਼ੁਰੂ 'ਚ ਹੀ ਲਿਖਣ ਦੇ ਕੁੱਲ ਵਕਤੀ ਲੇਖਕ ਹੋਣ ਦਾ ਫੈਸਲਾ ਕਰ ਲਿਆ ਸੀਗਾ। ਇਹ ਉਹਨਾਂ ਲਈ ਬੜਾ ਇੱਕ ਔਖਾ ਫੈਸਲਾ ਸੀ, ਕਿਉਂਕਿ ਇਹੋ ਜਿਹਾ ਫੈਸਲਾ ਕਿਸੇ ਇਹੋ ਜਿਹੇ ਵਿਅਕਤੀ ਵੱਲੋਂ ਲੈ ਜਾਣਾ ਤਾਂ ਠੀਕ ਹੁੰਦਾ ਜਿਹਦੀ ਕੋਈ ਜ਼ਮੀਨ ਜਾਇਦਾਦ ਹੋਵੇ, ਆਮਦਨ ਦਾ ਕੋਈ ਹੋਰ ਸੋਮਾ ਹੋਵੇ। ਉਹ ਇੱਕ ਕਿਰਤੀ ਪਰਿਵਾਰ ਵਿੱਚ ਜੰਮੇ ਸਨ ਤੇ ਬਿਲਕੁਲ ਗਰੀਬੀ ਦੀ ਹਾਲਤ ਵਿੱਚ ਰਹਿ ਰਹੇ ਪਰਿਵਾਰ ਵਿੱਚ ਇਹੋ ਜਿਹਾ ਫੈਸਲਾ ਇੱਕ ਬੜਾ ਵੱਡਾ ਫੈਸਲਾ ਸੀ। ਔਰ ਇਸ ਤੋਂ ਵੀ ਵੱਡੀ ਗੱਲ ਹੈ ਕਿ ਉਹਨਾਂ ਨੇ ਆਪਣੇ ਇਸ ਫੈਸਲੇ ਨੂੰ ਬੜੇ ਧੀਰਜ ਨਾਲ ਸਾਰੀ ਉਮਰ ਨਿਭਾਇਆ ਔਰ ਉਸ ਵਿੱਚ ਉਹਨਾਂ ਦੀ ਪਤਨੀ ਨੇ, ਬੀਬੀ ਸੁਰਿੰਦਰ ਕੌਰ ਨੇ ਪਹਿਲਾਂ ਬੜੀ ਕੁਰਬਾਨੀ ਦੇ ਕੇ ਸਾਥ ਨਿਭਾਇਆ। ਫਿਰ ਉਹਨਾਂ ਦੇ ਬੱਚਿਆਂ ਨੇ ਵੀ ਉਹਨਾਂ ਦੇ ਫੈਸਲੇ ਦੀ ਕਦਰ ਕਰਦਿਆਂ ਉਹਨਾਂ ਦੀ ਹਮੇਸ਼ਾ ਇੱਜ਼ਤ ਕੀਤੀ। ਜਦੋਂ ਕਦੀ ਵੀ ਉਹਨਾਂ ਦੇ ਸਾਹਮਣੇ ਇਹੋ ਜਿਹਾ ਸਵਾਲ ਆਇਆ ਕਿ ਇੱਕ ਪਾਸੇ ਪੈਸਾ ਹੈ, ਇੱਕ ਪਾਸੇ ਲੋਕ ਹਿੱਤ ਹੈ, ਉਹਨਾਂ ਨੇ ਹਮੇਸ਼ਾ ਲੋਕ ਹਿੱਤ ਉੱਤੇ ਹੀ ਪਹਿਰਾ ਦਿੱਤਾ। ਇਸੇ ਕਰਕੇ ਪੰਜਾਬੀ ਸਾਹਿਤ ਦੇ ਲੰਮੇ ਇਤਿਹਾਸ ਵਿੱਚ ਉਹਨਾਂ ਦਾ ਜਿਹੜਾ ਸਥਾਨ ਹੈ ਉਹ ਅਮਰ ਸਥਾਨ ਹੈ। ਜਦੋਂ ਤੱਕ ਪੰਜਾਬੀ ਸਾਹਿਤ ਰਹੇਗਾ ਉਦੋਂ ਤੱਕ ਸੰਤੋਖ ਸਿੰਘ ਧੀਰ ਦਾ ਨਾਂ ਰਹੇਗਾ। ਸੰਤੋਖ ਸਿੰਘ ਧੀਰੋਂ ਨੇ ਆਪਣੇ ਬਾਰੇ ਜਿਹੜੀ ਗੱਲ ਲਿਖੀ ਸੀਗੀ ਉਹਨੂੰ ਵਾਰ-ਵਾਰ ਚੇਤੇ ਕਰਨ ਦੀ ਲੋੜ ਹੈ ਤੇ ਹਰ ਕਲਮ ਦੇ ਸਿਪਾਹੀ ਨੂੰ, ਕਲਮਕਾਰ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਜੇ ਅਸੀਂ ਲਿਖਦੇ ਹਾਂ ਤੇ ਅਸੀਂ ਲਿਖਦੇ ਕਾਹਦੇ ਲਈ ਹਾਂ। ਸੰਤੋਖ ਸਿੰਘ ਧੀਰੋਂ ਨੇ ਕਿਹਾ ਸੀਗਾ, ਤੀਲੀ ਬਾਲੀ ਹੈ ਮੈਂ ਮਹਾਂ ਅੰਧਕਾਰ ਵਿੱਚ, ਤੀਲੀ ਵਾਲੀ ਹੈ ਮੈਂ ਮਹਾਂ ਅੰਧਕਾਰ ਵਿੱਚ, ਚਾਨਣ ਕਿੰਨਾ ਕੁ ਹੋਇਆ, ਆਉਣ ਵਾਲਾ ਸੂਰਜ ਇਸ ਦਾ ਉੱਤਰ ਦੇਵੇਗਾ। ਕਿ ਜਦੋਂ ਵੀ ਕਿਧਰੇ ਅਨਿਆਂ ਹੁੰਦਾ ਦੇਖਦੇ ਆ, ਮੈਨੂੰ ਯਾਦ ਹੈ ਇੱਕ ਵਾਰ ਚੰਡੀਗੜ੍ਹ
ਅਧਿਆਪਕਾਂ ਦੇ ਕਿਸੇ ਮੁਜ਼ਾਹਰੇ 'ਚ ਬਿਨਾਂ ਕਿਸੇ ਕਾਰਨ ਤੋਂ ਪੁਲਿਸ ਨੇ ਉਹਨਾਂ 'ਤੇ ਲਾਠੀਚਾਰਜ ਕੀਤਾ, ਅਧਿਆਪਕਾਂ 'ਤੇ ਜਿਹੜੇ ਆਪਣੀਆਂ ਮੰਗਾਂ ਲਈ ਮੁਜ਼ਾਹਰਾ ਕਰ ਰਹੇ ਸਨ। ਅਤੇ ਉਹ ਉਸ ਵੇਲੇ ਉੱਥੇ ਧੀਰ ਹੋਣੀ ਵੀ ਖੜ੍ਹੇ ਸਨ ਅਤੇ ਧੀਰ ਹੋਰਾਂ ਨੇ ਸ਼ੇਮ ਦੇ ਨਾਅਰੇ ਲਾਏ। ਉਹਨਾਂ ਦੇ ਅੰਦਰਲਾ ਲੇਖਕ ਅਤੇ ਅੰਦਰਲਾ ਇਨਸਾਨ ਜਾਗ ਪਿਆ। ਜਦੋਂ ਉਹ ਜਾਗਿਆ ਅਤੇ ਉਹਨਾਂ ਨੇ ਨਾਅਰੇ ਲਾਏ, ਪੁਲਿਸ ਵਾਲਿਆਂ ਨੇ ਇਸੇ ਦੋਸ਼ ਕਰਕੇ ਕਿ ਭਾਈ ਤੂੰ ਇਹਨਾਂ ਦੀ ਆਵਾਜ਼ ਵਿੱਚ ਕਿਉਂ ਆਵਾਜ਼ ਰਲਾਉਣਾ ਹੈ, ਉਹਨਾਂ ਨੂੰ ਕਈ ਮਹੀਨੇ ਜੇਲ੍ਹ ਲਈ ਨਾਲ ਲੈ ਗਏ ਅਤੇ ਜੇਲ੍ਹ 'ਚ ਕੱਟਣੇ ਪਏ। ਦੋਸਤੋ, ਜੀਵਨ ਵਿੱਚ ਸਾਰਾ ਕੁਝ ਗਿਣ-ਮਿਥ ਕੇ ਨਹੀਂ ਹੁੰਦਾ। ਧੀਰ ਸਾਹਿਬ ਦੀ ਜ਼ਿੰਦਗੀ ਵਿੱਚ ਉਹ ਵਕਤ ਵੀ ਆਇਆ ਜਦ ਉਸਨੂੰ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਵਿੱਚ ਪ੍ਰਗਤੀਸ਼ੀਲ ਲਹਿਰ ਦੇ ਇੱਕ ਹੋਰ ਥੰਮ ਗੁਰਸ਼ਰਨ ਭਾਜੀ ਦੇ ਖਿਲਾਫ ਕੇਂਦਰੀ ਪੰਜਾਬੀ ਲੇਖ ਸਭਾ ਦੇ ਪ੍ਰਧਾਨ ਦੀ ਚੋਣ ਲੜਨੀ ਪਈ। ਚੋਣ ਲੜੀ ਵੀ ਗਈ ਤੇ ਜਿੱਤੀ ਵੀ ਗਈ, ਪਰ ਧੀਰ ਦੇ ਮਨ 'ਚ ਇਹ ਗੱਲ ਕੰਡੇ ਵਾਂਗ ਰੜਕਦੀ ਰਹੀ। ਆਖਰ ਉਸਨੇ 4 ਵਰੇ ਨਾਂ ਦੀ ਆਪਣੀ ਕਿਤਾਬ ਵਿੱਚ ਇੱਕ ਲੇਖ ਲਿਖਿਆ, ਜਿੱਤ ਨਹੀਂ ਹਾਰ। ਇਹ ਲੇਖ ਲਿਖਣ ਲਈ ਉਸ ਉੱਪਰ ਕਿਸੇ ਨੇ ਦਬਾਅ ਨਹੀਂ ਪਾਇਆ ਸੀ, ਬਲਕਿ ਇਹ ਉਸਦਾ ਆਪਣੀ ਰੂਹ ਪ੍ਰਤੀ ਦਿੱਤਾ ਗਿਆ ਇਕਬਾਲੀਆ ਬਿਆਨ ਸੀ, ਜਿਸ ਵਿੱਚੋਂ ਉਸਦੀ ਆਪਣੇ ਆਪ ਨੂੰ ਵੀ ਕਟਹਿਰੇ 'ਚ ਖੜ੍ਹਾ ਕਰਨ ਦੀ ਤਾਕਤ ਸਾਹਮਣੇ ਆਉਂਦੀ ਹੈ। ਅਤੇ ਜਿਹੜਾ ਆਦਮੀ ਆਪਣੇ ਆਪ ਨੂੰ ਵੀ ਕਟਹਿਰੇ 'ਚ ਖੜ੍ਹਾ ਕਰਨ ਦੀ ਸਮਰੱਥਾ ਰੱਖਦਾ ਹੈ, ਉਹ ਕਦ ਕਿਸੇ ਹੋਰ ਦੀ ਟੈਂ ਮੰਨੇਗਾ, ਇਹ ਸਮਝਿਆ ਜਾ ਸਕਦਾ ਹੈ। ਦੂਜੀ ਗੱਲ ਮੈਂ ਸਮਝਦਾ ਕਿ ਧੀਰ ਨੇ ਬਹੁਤ ਸਾਰੀਆਂ ਲਹਿਰਾਂ ਦੇ ਨਾਲ ਦੇਖਿਆ, ਪਰ ਧੀਰ ਦੀ ਖੂਬਸੂਰਤੀ ਉਹਦੀ ਬੇਬਾਕੀ ਕਰਕੇ ਆ। ਧੀਰ ਨੇ ਪੰਜਾਬ ਦੇ ਬਹੁਤ ਮੁਸ਼ਕਲ ਦੌਰ ਵਿੱਚ, ਜਦੋਂ ਸਾਡੇ ਪੰਜਾਬੀ ਲੇਖਕ ਲੁਕਦੇ ਫਿਰਦੇ ਸੀ, ਉਸ ਸਮੇਂ ਵੀ ਧੀਰ ਨੇ ਕਿੰਨਾ ਬਦਮਾਸ਼ ਹੈ ਔਰੰਗਜ਼ੇਬ ਵਰਗੀਆਂ ਕਵਿਤਾਵਾਂ ਲਿਖੀਆਂ। ਔਰ ਦੂਜੀ ਵੱਡੀ ਗੱਲ ਇਹ ਆ ਕਿ ਜੇ ਧੀਰ ਬਹੁਤਾ ਕੁਝ ਨਾ ਲਿਖਦਾ, ਜੇ ਧੀਰ ਸਿਰਫ ਇੱਕੋ ਹੀ ਕਵਿਤਾ ਲਿਖਦਾ, ਨਿੱਕੀ ਸਲੇਟੀ ਸੜਕ ਦਾ ਟੋਟਾ, ਤੇ ਜਾਂ ਧੀਰ ਸਿਰਫ ਇੱਕੋ ਕਹਾਣੀ ਲਿਖਦਾ, ਕੋਈ ਇੱਕ ਸਵਾਲ, ਧੀਰ ਨੇ ਫਿਰ ਵੀ ਏਡਾ ਵੱਡਾ ਲੇਖਕ ਹੋਣਾ ਸੀ। ਨਿੱਕੀ ਸਲੇਟੀ ਸੜਕ ਦਾ ਟੋਟਾ ਮੈਂ ਸਮਝਦਾ ਕਿ ਇਹ ਕਵਿਤਾ ਪੰਜਾਬੀ ਦੀ ਕਲਾਸਿਕ ਕਵਿਤਾ ਆ। ਇਹਨੂੰ ਸੰਸਾਰ ਦੀ ਕਿਸੇ ਵੀ ਕਵਿਤਾ ਦੇ ਨਮੂਨੇ ਦੇ ਵਿੱਚ ਮੁਕਾਬਲੇ 'ਤੇ ਰੱਖਿਆ ਜਾ ਸਕਦਾ, ਕਿਉਂਕਿ ਇਸ ਕਵਿਤਾ ਵਿੱਚ ਇੱਕ ਪਾਸੇ 2 ਪ੍ਰੇਮੀਆਂ ਦੇ ਪ੍ਰੇਮ ਰਤੇ ਜਜ਼ਬਾਤ ਨੇ, ਤੇ ਦੂਜੇ ਪਾਸੇ ਅਮਨ ਲਹਿਰ ਦਾ ਦੌਰ ਆ, ਜਦੋਂ ਧੀਰ ਇਹ ਕਹਿ ਰਿਹਾ ਕਿ ਨਿੱਕੀ ਸਲੇਟੀ ਸੜਕ ਕਿਨਾਰੇ ਪਿੰਡ ਵਸਦਾ ਜਿੱਥੇ ਬਸਣ ਪਿਆਰੇ, ਤੇ ਨਾਲ ਹੀ ਕਹਿ ਰਿਹਾ ਕਿ ਜਿੰਨੀ ਦੇਰ ਸਾਡੀ ਜਾਨ 'ਚ ਜਾਨ ਆ, ਅਸੀਂ ਇਸ ਸੰਸਾਰ ਦੇ ਉੱਤੇ ਅਮਨ ਰੱਖਣਾ, ਜੰਗ ਨਹੀਂ ਹੋਣ ਦੇਣਾ। ਇਸ ਕਰਕੇ ਉਹ ਕਹਿ ਰਿਹਾ ਕਿ ਇਹ ਪਿੰਡ ਮੈਨੂੰ ਇਸ ਕਰਕੇ ਪਿਆਰਾ, ਇਹ ਸੜਕ ਮੈਨੂੰ ਇਸ ਕਰਕੇ ਪਿਆਰੀ ਆ, ਇਹ ਸੰਸਾਰ ਮੈਨੂੰ ਇਸ ਕਰਕੇ ਪਿਆਰਾ ਆ, ਇਹ ਬ੍ਰਹਿਮੰਡ ਮੈਨੂੰ ਇਸ ਕਰਕੇ ਪਿਆਰਾ ਹੈ ਕਿ ਇੱਥੇ ਮੇਰੇ ਮਿੱਤਰ ਪਿਆਰੇ ਵਸਦੇ ਨੇ। ਸੋ ਅਸੀਂ ਦੇਖਦੇ ਹਾਂ ਕਿ ਧੀਰ 1956 ਦੇ ਵਿੱਚ ਇਹ ਕਵਿਤਾ ਲਿਖਦਾ ਆ, 57 ਦੇ ਵਿੱਚ ਉਹ ਕਹਾਣੀ ਲਿਖਦਾ, ਕੋਈ ਇੱਕ ਸਵਾਰ। ਇਸ ਸਮੇਂ ਧੀਰ ਦੀ ਚੇਤਨਾ 'ਚ ਇੱਕ ਬਹੁਤ ਵੱਡਾ ਪਲਟਾ ਆਉਂਦਾ ਹੈ। 55-56 ਦੇ ਵਿੱਚ ਜਾ ਕੇ ਧੀਰ ਬਹੁਤ ਵੱਡੇ ਪੱਧਰ ਤੇ ਧੀਰ ਦੀ ਆਪਣੀ ਦ੍ਰਿਸ਼ਟੀ ਬਦਲਦੀ ਹੈ, ਕਿਉਂਕਿ ਇਹ ਉਹ ਸਮਾਂ ਸੀ ਜਦੋਂ ਹਿੰਦੁਸਤਾਨ ਆਜ਼ਾਦ ਹੋ ਚੁੱਕਾ ਸੀ ਤੇ ਸਾਡੇ ਮੱਧ ਵਰਗ ਦੀਆਂ ਆਸ਼ਾਵਾਂ ਦੇ ਉੱਤੇ ਪਾਣੀ ਫਿਰਨਾ ਸ਼ੁਰੂ ਹੋ ਗਿਆ ਸੀ। ਤਲਗਾਨਾ ਵਰਗੀਆਂ ਮੂਵਮੈਂਟ ਉਸ ਰਹੀਆਂ ਸੀ। ਹਿੰਦੁਸਤਾਨ ਜਿਸ ਮਕਸਦ ਲਈ ਆਜ਼ਾਦ ਹੋਇਆ ਸੀ ਉਹ ਪੂਰਾ ਨਹੀਂ ਸੀ ਹੁੰਦਾ ਦੱਸ ਰਿਹਾ, ਤੇ ਇਸ ਕਰਕੇ ਧੀਰ ਤੇ ਧੀਰ ਦੇ ਸਮਕਾਲੀ ਜਿਹੜੇ ਸੀ ਉਹ ਇੱਕ ਨਵੀਂ ਦ੍ਰਿਸ਼ਟੀ ਤੋਂ ਸੰਸਾਰ ਨੂੰ ਤੇ ਦੁਨੀਆ ਨੂੰ ਦੇਖਣਾ ਸ਼ੁਰੂ ਕਰਦੇ ਆ। ਜੇਕਰ ਉਸ ਦੀ ਖੁਦਦਾਰੀ ਦੀ ਗੱਲ ਕਰੀਏ ਤਾਂ ਭਾਵੇਂ ਉਸਨੇ ਸਾਰੀ ਜ਼ਿੰਦਗੀ ਫਾਕੇ ਕੱਟੇ, ਪਰ ਕਿਸੇ ਤੋਂ ਝੋਲੀ ਅੱਡ ਕੇ ਕੁਝ ਨਹੀਂ ਮੰਗਿਆ, ਨਾ ਕੋਈ ਮਾਨ ਸਨਮਾਨ ਤੇ ਨਾ ਕੋਈ ਪੈਸਾ ਟਕਾ। ਇੱਕ ਵਾਰ ਗੁਰਚਰਨ ਰਾਮਪੁਰੀ ਨੇ ਆਪਣੇ ਕਿਸੇ ਮਿੱਤਰ ਰਾਹੀਂ ਪੰਜਾਬ ਦੇ ਇੱਕ ਸਾਹਿਤਕ ਰੁਚੀਆਂ ਵਾਲੇ ਵਜ਼ੀਰ ਨਾਲ ਗੱਲ ਕਰਕੇ ਉਸ ਨੂੰ ਧੀਰ ਸਾਹਿਬ ਦੀ ਮਦਦ ਕਰਨ ਲਈ ਕਿਹਾ, ਤੇ ਰਾਮਪੁਰੀ ਨੇ ਧੀਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਤੂੰ ਜਾ ਕੇ ਫਲਾਂ ਮੰਤਰੀ ਨਾਲ ਗੱਲ ਕਰ ਲੈ। ਜਵਾਬ ਵਿੱਚ ਉਸਨੇ ਜੋ ਕਿਹਾ ਉਹ ਸਿਰਫ ਸੰਤੋਖ ਸਿੰਘ ਧੀਰ ਹੀ ਕਹਿ ਸਕਦਾ ਸੀ। ਉਸਨੇ ਕਿਹਾ, ਮੈਂ ਕਿਸੇ ਵਜ਼ੀਰ ਨੂੰ ਕਿਉਂ ਜਾ ਕੇ ਮਿਲਾਂ, ਮੈਂ ਕਿਸੇ ਵਜ਼ੀਰ ਬਜ਼ੁਰਗ ਨੂੰ ਨਹੀਂ ਮਿਲਣਾ। ਜੇ ਉਹ ਆਪਣੇ ਘਰ ਵਜ਼ੀਰ ਹੈ ਤਾਂ ਮੈਂ ਆਪਣੇ ਘਰ ਵਜ਼ੀਰ ਹਾਂ। ਅਸ਼ਕੇ ਜਾਈਏ ਇਹੋ ਜਿਹੀ ਖੁਦਦਾਰੀ ਦੇ। ਸਭ ਤੋਂ ਵੱਡਾ ਗੁਣ ਸੀ ਉਹ ਇਹ ਸੀ ਵੀ ਉਹਨਾਂ ਦੀ ਉਂਗਲੀ ਹਮੇਸ਼ਾ ਖੜੀ ਰਹਿੰਦੀ ਸੀ। ਉਹਨਾਂ ਦੇ ਜਾਣ ਤੋਂ ਬਾਅਦ ਫਿਰ ਮੈਂ ਕਵਿਤਾ ਲਿਖੀ। ਪਹਿਲਾਂ ਇੱਕ ਮੈਂ ਲੇਖ ਲਿਖਿਆ, ਵੀਰ ਤੋਂ ਬਿਨਾਂ ਸੰਸਾਰ। ਫਿਰ ਮੇਰੇ ਕੋਲ ਮੈਂ ਇੱਕ ਕਵਿਤਾ ਲਿਖੀ, ਫਿਕਰ ਨਾ ਕਰੀ ਵੀਰ। ਮੈਂ ਕਿਹਾ ਵੀ ਵੀਰ ਇਹ ਤਾਂ ਮੈਂ ਕਿਹਾ ਵੀਰ ਤੂੰ ਫਿਕਰ ਨਾ ਕਰੀ, ਜਿਵੇਂ ਤੇਰੀ ਉਂਗਲੀ ਸਾਰੀ ਉਮਰ ਖੜੀ ਰਹੀ ਹੈ, ਤੇਰੀ ਛਾਤੀ ਤਲੀ ਰਹੀ ਹੈ, ਇਸ ਤਰ੍ਹਾਂ ਦਾ ਸਾਡਾ ਮਗਰੋਂ ਪ੍ਰਭਾਰ ਹੈ, ਜਿਹਨੂੰ ਤੀਰ ਪ੍ਰਭਾਰ ਕਹਿੰਦੇ ਨੇ। ਉਹਦੀ ਉਂਗਲੀ ਸਦਾ ਖੜੀ ਰਹੂਗੀ, ਅਤੇ ਉਹ ਜਿਹੜਾ ਹੈਗਾ ਉਹਨਾਂ ਦਾ ਜਿਹੜੀ ਛਾਤੀ ਹੈ ਹਮੇਸ਼ਾ ਤਲੀ ਰਹੂਗੀ।
ਅੱਜ ਵੀ ਮੈਨੂੰ ਲੱਗਦਾ ਹੈ ਵੀ ਅਸੀਂ ਉਹਨਾਂ ਦੇ ਪਾਏ ਪੂਰਿਆਂ 'ਤੇ ਚੱਲ ਰਹੇ ਇਹ ਕਿੰਨਾ ਕੁ ਚੱਲ ਰਹੇ ਇਹ ਤੁਹਾਨੂੰ ਸਭ ਨੂੰ ਪਤਾ ਹੋਊਗਾ। ਮੈਂ ਨਹੀਂ ਕਹਿ ਸਕਦਾ ਵੀ ਅਸੀਂ ਕਿੰਨਾ ਕੁ ਚੱਲਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਵੀਰ ਸੰਤੋਖ ਸਿੰਘ ਧੀਰ ਦੀ ਵਿਚਾਰਧਾਰਾ ਨੂੰ ਉਹਨਾਂ ਦੀਆਂ ਕਿਹੜਾ ਗੱਲਾਂ ਬਾਤਾਂ ਨੂੰ ਅਸੀਂ ਅੱਗੇ ਤੋਰੀਏ, ਹੋਰ ਅੱਗੇ ਤੋਰੀਏ। ਕੁਝ ਚੀਜ਼ਾਂ ਉਸ ਦਾ ਟ੍ਰੇਡਮਾਰਕ ਬਣ ਗਈਆਂ। ਖੜੀ ਉਂਗਲ, ਮਾਵਾ ਦਿੱਤੀ ਹੋਈ ਪੋਚਮੀ ਪੱਗ, ਦਸਤਾਰ, ਰਫਤਾਰ ਅਤੇ ਗੁਫਤਾਰ ਵਿੱਚ ਮੜਕ ਤੇ ਰੜਕ, ਦੋਸਤਾਂ ਨਾਲ ਕਦੇ ਤੋਲਾ ਤੇ ਕਦੇ ਮਾਸਾ ਹੋਣ ਦਾ ਰੁਝਾਨ। ਉਹ ਗੋਲ-ਮੋਲ ਗੱਲਾਂ ਕਰਨ ਦਾ ਆਦੀ ਨਹੀਂ ਸੀ, ਮੂੰਹ ਫੱਟ ਸੀ। ਜੋ ਮਨ ਵਿੱਚ ਆਉਂਦਾ ਸੀ ਕਹਿ ਦਿੰਦਾ ਸੀ, ਗੋਡੇ ਲੱਗਦਾ ਜਾਂ ਗਿੱਟੇ। ਯਾਰਾਂ ਨਾਲ ਉਸ ਦਾ ਇੱਟ ਖੜਕਾ ਅਕਸਰ ਇੰਝ ਹੀ ਚੱਲਦਾ ਰਿਹਾ ਸਾਰੀ ਉਮਰ। ਬਲਵੰਤ ਗਾਰਗੀ ਤੇ ਪੈ ਜੀ ਦੇ ਜਿਹੜੇ ਆਪਸ 'ਚ ਤਾਲੁਕਾ ਸੀ, ਸੰਬੰਧ ਸੀ, ਯਾਰਾਨਾ ਸੀ, ਬੜਾ ਮਸ਼ਹੂਰ ਹੈ, ਹਰ ਕੋਈ ਜਾਣਦਾ ਹੈ। ਉਹਨਾਂ ਦੇ ਵਿੱਚ ਮਤਭੇਦ ਹੋ ਗਏ ਸੀ, ਮਨਭੇਦ ਨਹੀਂ ਮਤਭੇਦ, ਜਿਵੇਂ ਯਾਰਾਂ 'ਚ ਅਕਸਰ ਹੋ ਜਾਂਦੇ। ਕਾਫੀ ਸਮਾਂ ਰਹੇ ਨੇ। ਇੱਕ ਵਾਰ ਮੈਨੂੰ ਗਾਰਗੀ ਸਾਹਿਬ ਕੋਲ ਜਾਣਾ ਸੀ, ਮੈਨੂੰ ਕੰਮ ਸੀ। ਮੈਂ ਕਿਹਾ ਵੀ ਪਾਪਾ ਜੀ ਮੈਂ ਗਾਰਗੀ ਸਾਹਿਬ ਨੂੰ ਮਿਲਾਂ, ਤੁਹਾਡਾ ਮੈਂ ਰੈਫਰੈਂਸ ਤੁਹਾਡਾ ਮੈਂ ਜ਼ਿਕਰ ਕਰਦਾ ਵੀ ਨਹੀਂ ਮੈਂ ਬਿਲਕੁਲ ਲੋੜ ਨਹੀਂ ਮੇਰਾ ਜ਼ਿਕਰ ਕਰਨ ਦੀ। ਇਸ ਕਿਸਮ ਦੀ ਗੱਲ ਕੀਤੀ ਤੇ ਮੈਂ ਗਾਰਗੀ ਸਾਹਿਬ ਕੋਲ ਗਿਆ। ਗਾਰਗੀ ਸਾਹਿਬ ਨਾਲ ਮੈਂ ਜੋ ਮੇਰਾ ਸੀ ਮਕਸਦ ਜਾਣ ਦਾ ਮੈਂ ਗੱਲ ਕੀਤੀ, ਸਾਰਾ ਬੜੀ ਚੰਗੀ ਤਰ੍ਹਾਂ ਗੱਲ ਹੋਈ, ਚਾਹ ਚੁ ਪੀਤੀ, ਕੌਫੀ ਪੀਤੀ ਤੇ ਫਿਰ ਮੈਂ ਦੱਸਿਆ ਵੀ ਗਾਰਗੀ ਸਾਹਿਬ ਧੀਰ ਸਾਹਿਬ ਨੂੰ ਜਾਣਦੇ ਹੋ? ਉਹ ਕਹਿੰਦੇ ਕਿਆ ਖੜਾ ਉਹਦਾ ਗਾਲ ਕੱਢ ਕੇ, ਮਤਲਬ ਕਿਆ ਉਹਦਾ ਧੀਰ ਦਾ। ਤੇ ਮੈਂ ਕਿਹਾ ਜੀ ਮੈਂ ਉਹਦਾ ਭਤੀਜਾ। ਉਹ ਬੱਲੇ ਫਿਰ ਉਹਨਾਂ ਹੋਰ ਚੰਗੀ ਤਰ੍ਹਾਂ ਮੇਰੇ ਨਾਲ ਗੱਲਬਾਤ ਕੀਤੀ, ਹੋਰ ਕੀਤਾ। ਕਹਿੰਦਾ ਵੀ ਉਹਨੂੰ ਕਹੀਂ ਮੈਂ ਉਹਨੂੰ ਕਹਾਂਗਾ ਸਾਗ ਮੱਕੀ ਰੋਟੀ ਬਣਾ ਕੇ ਰੱਖੇ, ਮੈਂ ਮਿਲ ਲਵਾਂਗਾ ਧੀਰ ਨੂੰ। ਤੇ ਜਦੋਂ ਸ਼ਾਮ ਨੂੰ ਫਿਰ ਮੈਂ ਘਰ ਆ ਕੇ ਗੱਲ ਕੀਤੀ, ਮੈਂ ਚੁੱਪ ਕਰਕੇ ਬਹਿ ਗਿਆ, ਮੈਂ ਉਹਨੂੰ ਕੋਈ ਗੱਲ ਨਹੀਂ ਕੀਤੀ। ਮੈਂ ਦੇਖਾਂ ਵੀ ਇਹ ਕੀ ਕਹਿੰਦੇ ਨੇ। ਕਹਿੰਦੇ ਮੇਰੇ ਆਇਆ ਉਹਨੂੰ ਗਾਰਗੀ ਨੂੰ? ਮੈਂ ਕਿਹਾ ਹਾਂਜੀ ਮੇਰੇ ਆਇਆ। ਕੀ ਕਹਿੰਦਾ ਉਹ? ਮੈਂ ਗਾਲ ਕੱਢ ਕੇ ਫਿਰ ਗਿਆ, ਸਾਲਾ ਕੀ ਕਹਿੰਦਾ? ਮੇਰਾ ਨਾਂ ਉਹਦਾ ਲਿਆ? ਮੈਂ ਕਿਹਾ ਲਿਆ ਸੀਗਾ। ਮੈਂ ਕਿਹਾ ਵੀ ਉਹਨੇ ਆਉਣਾ ਹੈ, ਵੀ ਮੈਂ ਉਹਨਾਂ ਨੇ ਕਿਹਾ ਧੀਰ ਨੂੰ ਕਹੀਂ ਵੀ ਮੈਂ ਕਿਸੇ ਨਾਲ ਆਊਂਗਾ ਫੋਨ ਕਰਕੇ ਵੀ ਸਾਗ ਮੱਕੀ ਦੀ ਰੋਟੀ ਲੱਸੀ ਬਣਾ ਕੇ ਰੱਖਣ, ਮੈਂ ਆਊਂਗਾ। ਅੱਛਾ। ਜਦੋਂ ਉਹਨਾਂ ਨੇ ਫਿਰ ਫੋਨ ਕੀਤਾ ਗਾਰਗੀ ਨੂੰ, ਜਿਵੇਂ ਆਪਸ ਯਾਰ ਖੁੱਲ੍ਹੇ ਮਾਹੌਲ 'ਚ ਗੱਲ ਕਰਦੇ ਨੇ, ਆ ਜਾ ਫਿਰ ਗਾਰਗੀ ਕਦ ਆਉਣਾ ਹੈ? ਆ ਕੇ ਫੋਨ ਹੋਇਆ ਤੇ ਇੱਕ ਦਿਨ ਮੈਂ ਕੁਦਰਤੀ ਗਿਆ। ਗਾਰਗੀ ਸਾਹਿਬ ਤੇ ਤਾਇਆ ਜੀ ਧੀਰ ਸਾਹਿਬ ਬੈਠੇ, ਆਪਣੇ ਮੇਰੀ ਤਾਈ ਉਹਨਾਂ ਨੂੰ ਰੋਟੀ ਵਗੈਰਾ ਖਿਲਾ ਰਹੀ ਹੈ, ਬਾਹਰ ਕੋਠੀ ਦੇ ਬਾਹਰ ਲਾਂਚ ਬੈਠੇ ਖਾਣਾ ਖਾ ਰਹੇ ਨੇ। ਬੜੇ ਖੁਸ਼, ਜਿਵੇਂ ਅਕਸਰ ਰੁੱਸੇ ਹੋਏ ਯਾਰ ਗੱਲਾਂ ਕਰਦੇ ਹੁੰਦੇ ਨੇ, ਪੁਰਾਣੀਆਂ ਗੱਲਾਂ, ਯਾਦਾਂ ਹੋਰ। ਤੇ ਮੈਂ ਵਿਸ਼ ਕੀਤੀ, ਮੈਂ ਵੀ ਕੋਲ ਜਾ ਕੇ ਬਹਿ ਗਿਆ। ਮੈਂ ਕਿਹਾ ਗਾਰਗੀ ਸਾਹਿਬ? ਕਹਿੰਦੇ ਹਾਂ ਕਾਕਾ। ਮੈਂ ਕਿਹਾ ਜਦੋਂ ਹੁਣ ਤੁਹਾਡੀ ਕਿਤੇ ਜ਼ਿਕਰ ਹੋਵੇ ਨਾ, ਮੈਂ ਧੀਰ ਸਾਹਿਬ ਨੂੰ ਤਾਇਆ ਜੀ ਨੂੰ ਵੀ ਕਿਹਾ, ਕਿਤੇ ਮੈਂ ਤੁਹਾਡਾ ਕਿਤੇ ਜ਼ਿਕਰ ਹੋਵੇ ਕਿਤੇ ਵੀ ਤੁਹਾਡੀ ਇਹ ਥੋੜੀ ਯਾਰਾਨਾ ਮੁੜ ਕੇ ਕਾਇਮ ਕਿਵੇਂ ਹੋਇਆ, ਉੱਥੇ ਮੇਰਾ ਜ਼ਿਕਰ ਕਰਨਾ ਨਾ ਭੁੱਲਿਓ। ਪਤਨੀ ਸੁਰਿੰਦਰ ਕੌਰ ਉਸ ਦੀ ਸੱਚੀ ਮੁੱਚੀ ਦੀ ਹਮਸਫਰ ਸੀ, ਦੁੱਖ ਸੁੱਖ ਦੀ ਪੱਕੀ ਸਾਥਣ, ਸੁੱਗੜ ਸਿਆਣੀ, ਰਕਾਨ, ਤੰਗੀਆਂ ਤੁਰਸੀਆਂ ਵਿੱਚ ਵੀ ਪਰਛਾਵੇਂ ਵਾਂਗ ਨਾਲ ਰਹਿਣ ਵਾਲੀ, ਹਰ ਦੁੱਖ ਸੁੱਖ ਦੀ ਘੜੀ ਵਿੱਚ ਹੌਸਲਾ ਦੇਣ ਵਾਲੀ, ਉਸ ਦੀਆਂ ਰਚਨਾਵਾਂ ਦੀ ਪਹਿਲੀ ਪਾਠਕ। ਉਹਨਾਂ ਦੀ ਧੀ ਨਵਤੇਜ ਕੌਰ ਦੱਸਦੀ ਹੈ ਕਿ ਬੀਬੀ ਭਾਵੇਂ ਅਨਪੜ੍ਹ ਸੀ ਪਰ ਕਲਾਕਾਰ ਸੀ। ਕਸੀਦਾ ਕੱਢਦੀ, ਦਰੀਆਂ ਬੁਣਦੀ, ਸਰਕੜਿਆਂ ਦਾ ਤੀਲਾ ਜੋੜਦੀ, ਬੋਈਏ ਟੋਕਰੀਆਂ ਬੁਣਦੀ, ਲੱਗੀ ਰਹਿੰਦੀ ਸਾਰਾ ਦਿਨ ਰੀਝਾਂ ਨਾਲ ਜੀਵਨ ਦੀ ਸਿਰਜਣਾ ਕਰਨ, ਸਿਰੇ ਦੀ ਕਲਾਕਾਰ। ਜੇ ਸੁਰਿੰਦਰ ਕੌਰ ਇੰਜ ਦੀ ਨਾ ਹੁੰਦੀ ਤਾਂ ਸ਼ਾਇਦ ਪੱਗ ਦਾ ਮਾਵਾ ਕਦੋਂ ਦਾ ਢਿੱਲਾ ਪੈ ਜਾਣਾ ਸੀ ਤੇ ਵੱਟ ਸਿਰਫ ਕੱਪੜਿਆਂ ਵਿੱਚ ਹੀ ਨਹੀਂ ਪੈਣੇ ਸੀ, ਜ਼ਿੰਦਗੀ ਦੀਆਂ ਜ਼ੁਲਫਾਂ ਦੀ ਘੱਟ ਜਾਂ ਵੱਧ ਉਲਝ ਜਾਣੀਆਂ ਸੀ। ਘਰ ਦੇ ਵਿੱਚ ਠਾਠ ਬਾਠ ਜਿਹੇ ਜਿਹੇ ਬਾਹਰ ਤੇ ਹੋਏ ਜੀ ਅੰਦਰ ਤੇ ਐਨ ਆਪਣਾ ਆਨੰਦ ਪਸੰਦ ਹੋ ਕੇ ਨਹਾ ਕੇ ਪੱਗ ਬੰਨ੍ਹਣ ਦੀ ਗੱਲ ਕਰਦੇ ਹਾਂ। ਉਹਨਾਂ ਦੀ ਪੱਗ ਦੇ ਸਾਨੂੰ ਪਤਾ ਹੈ ਵੀ ਕਿਸ ਤਰੀਕੇ ਨਾਲ ਅਸੀਂ ਉਹਨਾਂ ਦੀ ਪੱਗ ਤਿਆਰ ਕਰਕੇ ਦਿੰਦੇ ਤੇ। ਉਹ ਸ਼ਹਿਰ ਵਿੱਚ ਆ ਕੇ ਉਹ ਜ਼ਮਾਨਾ ਬਦਲ ਗਿਆ, ਉਹ ਮਾਵੇ ਵਾਲੀ ਪੱਗ ਬੰਨ੍ਹਦੇ ਤੇ, ਬਾਹਰ ਕੋਈ ਮਿਲਦਾ ਨਹੀਂ ਸੀ। ਫਿਰ ਬੀਬੀ ਨੇ ਅਸੀਂ ਰਲ ਕੇ ਉਹਨਾਂ ਨੇ ਆਪੇ ਉਹ ਕਰਕੇ ਉਹਦਾ ਮਾਵਾ ਤਿਆਰ ਕਰਨਾ, ਫਿਰ ਪੱਗ ਡਬੋ ਕੇ ਉਹਨੂੰ ਸੁਕਾਉਣੀ। ਅੱਛਾ, ਕਦੇ ਉਹ ਵੱਧ ਹੋ ਜਾਵੇ, ਕਦੇ ਘੱਟ ਹੋ ਜਾਵੇ, ਕਦੇ ਮਾਵਾ ਦਿਸਣ ਲੱਗ ਜਾਵੇ, ਕਦੇ ਟਾਈਟ ਜ਼ਿਆਦਾ ਹੋ ਗਈ, ਕਦੇ ਘੱਟ ਹੋ ਗਈ। ਇਹ ਸਮੱਸਿਆ ਜਿੰਨੀ ਦੇਰ ਰਹੇ ਨੇ ਤਾਂ ਉਹ ਚੱਲਦੀ ਰਹੀ ਹੈ।
ਉਹ ਮੇਰੇ ਗੱਲ ਤਾਂ ਯਾਦ ਆ ਗਈ, ਉਹ ਪੱਗ ਤੋਂ ਵੀ ਉਹ ਇੰਨੀ ਸਖਤ ਕੰਮ ਸੀ। ਹਜੇ ਵੀ ਉਹਨਾਂ ਦੀ ਪੱਗ ਮੇਰੇ ਕੋਲ ਪਈ ਆ, ਉਦੋਂ ਹੀ ਬੰਨੀ ਹੋਈ। 15 ਦਿਨ ਪਹਿਲਾਂ ਪੱਗ ਬੰਨੀ ਸੀ ਉਹਨਾਂ ਨੇ, ਬਈ ਮੈਂ ਜਾਣਾ, ਤਿਆਰ ਕਰਕੇ ਰੱਖੋ ਇਹ। ਉਹ ਧੋ ਕੇ ਫਿਰ ਉਹਨਾਂ ਨੇ ਬੰਨੀ, ਬੈਠ ਕੇ ਤਿਆਰ ਕਰੀ, ਸੁੱਕ ਗਈ, ਫਿਰ ਐਂ ਲਾਹ ਕੇ ਕਹਿੰਦੇ ਅਲਮਾਰੀ 'ਚ ਰੱਖ ਦਿਓ। ਅਲਮਾਰੀ 'ਚ ਪਈ ਸੀ, ਉਹੀ ਪੱਗ ਦਿੱਤੀ ਫਿਰ ਉਹਨਾਂ ਨੂੰ, ਜਿਹੜੀ ਪਈ ਹੈ ਮੇਰੇ। ਇਸ ਸੁਭਾਅ ਦਾ ਬਹੁਤ ਨਰਮ ਵੀ, ਬਹੁਤ ਸਖਤੀ ਔਰ ਨਰਮੀ, ਕਮਿਟਮੈਂਟ ਐਸੀ, ਜਿਹੜੀ ਗੱਲ ਕਹਿੰਦੇ ਤੇ ਉਹ ਪੂਰੀ ਸਿਰੇ ਤੱਕ ਲਾਉਂਦੇ ਤੇ। ਉਹਨਾਂ ਨੂੰ ਮੈਂ ਲੜਦੇ ਦੇਖਿਆ, ਉਹਨਾਂ ਨੂੰ ਮੈਂ ਇੰਨਾ ਗੁੱਸੇ ਹੁੰਦਾ ਦੇਖਿਆ, ਮੈਂ ਜ਼ਿੰਦਗੀ 'ਚ ਕਦੇ ਨਹੀਂ ਦੇਖਿਆ। ਇੱਕ ਵਾਰ ਉਹ ਪ੍ਰਧਾਨ ਬਣ ਕੇ ਇੱਥੇ ਸਭਾ ਚੰਡੀਗੜ੍ਹ ਵਿੱਚ ਰੱਖੀ ਹੋਈ ਉਹਨਾਂ ਨੇ, ਵੀ ਇੱਥੇ ਮੈਂ ਉਹ 2 ਸਾਲਾਂ ਬਾਅਦ ਇਹਦੀ ਕਾਨਫਰੰਸ ਕਰਾਉਣੀ ਹੈ। ਕਾਨਫਰੰਸ ਦਾ ਉਹ ਹਾਲ, ਸਾਰਾ ਟੱਬਰ, ਅਸੀਂ ਚਾਚੇ ਵਿੱਚੇ, ਤਾਏ ਵਿੱਚੇ, ਪੁਰਾਣੇ ਢੰਗਾੜੇ, ਅਸੀਂ ਸਾਰੇ ਉਹਨਾਂ ਦੇ ਨਾਲ ਜੁੱਧੇ। ਹਰ ਬੰਦਾ ਹਰ ਫਰੰਟ ਦੇ ਉੱਤੇ ਉਹਨਾਂ ਦੇ ਨਾਲ ਖੜਿਆ ਤੇ ਉਹ ਕਾਮਯਾਬ ਕਰੀ। ਸ਼ਤਾਬਦੀ ਵਰਾ ਬੀਬੀ ਜੀ ਨੂੰ ਸਮਰਪਿਤ ਕਰਦੀ ਹਾਂ। ਉਹ ਬੜੇ ਸੁਘੜ ਸੁਹਾਣੇ ਸੀ, ਬੜੇ ਸੂਝਵਾਨ ਸੀ, ਸਾਦਗੀ ਵਿੱਚ ਰਹਿੰਦੇ ਸੀ। ਸਾਰਾ ਦਿਨ ਉਹਨਾਂ ਨੇ ਕੰਮ ਕਰਨਾ, ਸਾਂਝਾ ਸਾਡਾ ਪਰਿਵਾਰ ਸੀ ਤੇ ਭਾਰੀ ਕਬੀਲਦਾਰੀ ਸੀ। ਸਾਰੀ ਉਮਰ ਉਹਨਾਂ ਨੇ ਰੋਟੀਆਂ ਚੁੱਲ੍ਹੇ ਅੱਗੇ ਬੈਠ ਕੇ ਰੋਟੀਆਂ ਪਕਾਈਆਂ ਤੇ ਸਾਨੂੰ ਸਿਰਫ 100 ਰੁਪਇਆ ਘਰ ਦੇ ਲਈ ਖਰਚੇ ਲਈ ਮਿਲਦਾ ਸੀ। ਕੁਝ ਆਮਦਨ ਰਸਾਲੇ ਅਤੇ ਅਖਬਾਰਾਂ ਵਿੱਚੋਂ ਵੀ ਹੋ ਜਾਂਦੀ ਸੀ, ਪਰ ਬੀਬੀ ਦੇ ਹੱਥ 'ਤੇ ਕਦੀ ਵੀ ਕੋਈ ਪੈਸਾ ਨਹੀਂ ਟਿਕਿਆ। ਉਹਨਾਂ ਨੂੰ ਤਾਂ ਉਲਟ ਮੌਸਮ ਦੇ ਹਿਸਾਬ ਨਾਲ ਕੱਪੜੇ ਮਿਲਦੇ ਸੀ। ਕਦੀ ਵੀ ਉਹਨਾਂ ਨੇ ਪਾਪਾ ਜੀ ਨੂੰ ਕੋਈ ਉਲਾਂਭਾ ਨਹੀਂ ਦਿੱਤਾ ਤੇ ਨਾ ਹੀ ਉਹਨਾਂ ਨੇ ਕੋਈ ਗਿਲਾ ਸ਼ਿਕਵਾ ਕੀਤਾ ਹੈ। ਉਹਨਾਂ ਦੇ ਇਸੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਪਾਪਾ ਜੀ ਨੇ ਕਹਾਣੀ ਲਿਖੀ, ਘਰ ਵਿੱਚ ਗੁਆਚੀ ਪਰੀ, ਜੋ ਉਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਵਿੱਚੋਂ ਇੱਕ ਹੈ। ਜਦੋਂ ਵੀ ਪਾਪਾ ਜੀ ਨੇ ਕਿਤੇ ਜਾਣਾ, ਕਿਸੇ ਫੰਕਸ਼ਨ 'ਤੇ ਜਾਣਾ, ਕਵੀ ਦਰਬਾਰ ਵਿੱਚ ਜਾਣਾ, ਤਾਂ ਬੜੀ ਠਾਠ ਨਾਲ ਪਹੁੰਚਦੇ ਸੀ। ਭਾਵੇਂ ਉਹਨਾਂ ਕੋਲ ਇੱਕ ਕਮੀਜ਼ ਹੁੰਦੀ ਸੀ, ਉਸੇ ਨੂੰ ਬੀਬੀ ਜੀ ਨੇ ਕਦੀ ਉਹਨਾਂ ਦੇ ਕੱਫ ਦੇ ਬਟਨ ਲਾਉਣੇ ਤੇ ਕਦੀ ਉਹਦੀ ਉਧੜੀ ਹੋਈ ਸੀਨ ਨੂੰ ਸਿਲਾਈ ਕਰਨੀ ਤੇ ਪ੍ਰੈਸ ਕਰਕੇ, ਜੋ ਸਾਡੇ ਘਰ ਕੋਲਿਆਂ ਵਾਲੀ ਪ੍ਰੈਸ ਹੁੰਦੀ ਸੀ, ਪ੍ਰੈਸ ਕਰਕੇ ਉਹ ਉਹਨਾਂ ਨੂੰ ਪਹਿਨਣ ਲਈ ਦਿੰਦੇ ਸੀ। 19-21 ਗੱਲਾਂ ਤਾਂ ਹੁੰਦੀਆਂ ਹੀ ਨੇ, ਪਰ ਮੈਨੂੰ ਲੱਗਦਾ ਕਦੀ ਵੀ ਬੀਬੀ ਜੀ ਨੂੰ ਉਹਨਾਂ ਨੇ ਫਿੱਟੇ ਮੂੰਹ ਨਹੀਂ ਆਖਿਆ। ਬੀਬੀ ਜੀ ਭਾਵੇਂ ਅਨਪੜ੍ਹ ਸੀ, ਪਰ ਅਸਲ ਸਲਾਹਕਾਰ ਬੀਬੀ ਜੀ ਪਾਪਾ ਜੀ ਦੇ ਬੀਬੀ ਹੀ ਸੀ। ਜਦੋਂ ਵੀ ਉਹ ਕੋਈ ਕਹਾਣੀ ਲਿਖਦੇ, ਕਵਿਤਾ ਲਿਖਦੇ, ਤਾਂ ਉਹ ਬੀਬੀ ਜੀ ਨੂੰ ਆਵਾਜ਼ ਮਾਰਦੇ। ਜਦੋਂ ਉਹ ਕਹਿੰਦੇ ਵੀ ਹਾਂ ਠੀਕ ਹੈ, ਸਹੀ ਹੈ, ਤਦ ਹੀ ਉਹ ਕਿਸੇ ਨੂੰ ਪੜ੍ਹਨ ਲਈ ਅੱਗੇ ਦਿੰਦੇ ਸਨ। ਤੰਗੀਆਂ ਤਰੁਸ਼ੀਆਂ ਵਿੱਚ ਬੀਬੀ ਨੇ ਥੰਮ ਜਿੰਨਾ ਸਹਾਰਾ ਦਿੱਤਾ। 1940 ਵਿੱਚ ਪਾਪਾ ਜੀ ਨੇ ਲਿਖਣਾ ਸ਼ੁਰੂ ਕੀਤਾ। ਸਭ ਤੋਂ ਪਹਿਲੀ ਕਵਿਤਾ ਗੁਲਾਬੀ ਕਾਗਜ਼ ਉੱਤੇ ਲਿਖੀ ਹੋਈ ਕਵਿਤਾ ਬੀਬੀ ਜੀ ਨੂੰ ਚਿੱਠੀ ਦੇ ਰੂਪ ਵਿੱਚ ਲਿਖੀ, ਜੋ ਉਹਨਾਂ ਨੇ, ਇੱਥੋਂ ਹੀ ਉਹਨਾਂ ਦਾ ਸਾਹਿਤਕ ਜੀਵਨ ਸ਼ੁਰੂ ਹੋਇਆ। ਤੇ ਸਾਰੀ ਉਮਰ ਪਾਪਾ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਨਾਲ ਖੜੇ ਰਹੇ। ਜਦੋਂ ਬੀਬੀ ਜੀ ਬਿਮਾਰ ਹੋਈ ਤਾਂ ਉਹਨਾਂ ਨੇ ਇੱਕ ਕਵਿਤਾ ਲਿਖੀ, ਮੇਰੀ ਪਤਨੀ ਹੈ ਬਿਮਾਰ, ਜੋ ਝੱਖੜ ਝੁੱਲਣ ਕਿਤਾਬ ਵਿੱਚ ਸ਼ਾਮਲ ਹੈ। ਮੇਰੀ ਪਤਨੀ ਹੈ ਬਿਮਾਰ, ਇੱਕ ਪਛਤਾਵਾ ਮੈਨੂੰ ਵੱਡ ਵੱਡ ਖਾ ਰਿਹਾ ਹੈ। ਲੜ ਨਿਖੱਟੂ ਇੱਕ ਕਵੀ ਦੇ ਲੱਗ ਗਈ ਇੱਕ ਭੋਲੀ ਨਾਰ, ਜਿਹੜਾ ਕਰ ਸਕਿਆ ਕਦੇ ਨਾ ਉਸਦੇ ਪੂਰੇ ਚਾਅ ਮਲਾਰ। ਬੰਦਾ ਵੱਡਾ ਸਿਰਫ ਇੱਕ ਚੀਜ਼ ਕਰਕੇ ਨਹੀਂ ਹੁੰਦਾ, ਬਹੁਤ ਸਾਰੀਆਂ ਚੀਜ਼ਾਂ ਮਿਲ ਕੇ ਉਸ ਨੂੰ ਵੱਡਾ ਬਣਾਉਂਦੀਆਂ ਹਨ। ਸਿਰਫ ਸਾਹਿਤ ਹੀ ਬੰਦੇ ਨੂੰ ਵੱਡਾ ਨਹੀਂ ਬਣਾਉਂਦਾ, ਬਲਕਿ ਉਹ ਬੰਦਾ ਜ਼ਿਆਦਾ ਵੱਡਾ ਹੁੰਦਾ ਹੈ ਜੋ ਉਹਨਾਂ ਲੋਕਾਂ ਨੂੰ ਬਰਾਬਰ ਦਾ ਮਾਣ ਦਿੰਦਾ ਹੈ ਜਿਨ੍ਹਾਂ ਕਰਕੇ ਉਹ ਵੱਡਾ ਹੋਇਆ ਹੁੰਦਾ ਹੈ। ਧੀਰ ਸਾਹਿਬ ਸਿਰਫ ਸਾਰੀ ਜ਼ਿੰਦਗੀ ਆਪ ਹੀ ਨਹੀਂ ਉੱਡੇ, ਬਲਕਿ ਉਸ ਨੇ ਆਪਣੇ ਸ਼ੁਭ ਚਿੰਤਕਾਂ ਤੇ ਪਰਿਵਾਰ ਨੂੰ ਵੀ ਉੱਡਣ ਲਾ ਦਿੱਤਾ। ਬਹੁਤ ਸਾਰੀਆਂ ਉਦਾਹਰਨਾਂ ਹਨ। ਵੀ ਜਿਹੜੀ ਵੀਰ ਦੀ ਸ਼ਾਹਕਾਰ ਕਹਾਣੀ ਦੀ ਕੋਈ ਇੱਕ ਸਵਾਰ, 1954 'ਚ ਮੇਰੇ ਸਾਹਮਣੇ ਬਹਿ ਕੇ ਲਿਖੀ ਸੀ। ਵੀਰ ਨੇ ਗਿਆਨੀ ਕਾਲਜ ਖੋਲ੍ਹਿਆ ਦੀ ਮੰਡੀ ਗੋਬਿੰਦਗੜ੍ਹ। ਮੈਂ 10ਵੀਂ ਦਾ ਇਮਤਿਹਾਨ ਦੇ ਕੇ ਉਹਨਾਂ ਦੇ ਕਿਹੜਾ ਸਾਹਮਣੇ ਬੈਠਾ ਸੀ। ਉਹਨਾਂ ਨੇ ਇੱਕ ਕਹਾਣੀ ਲਿਖ ਰਹੇ ਸੀ। ਕਹਾਣੀ ਲਿਖ ਕੇ ਮੈਨੂੰ ਕਹਿੰਦੇ, ਦੀਪੇ ਲੈ ਫੜ, ਆ ਮੈਂ ਕਹਾਣੀ ਲਿਖਿਆ, ਪੜ੍ਹ ਕੇ ਦੇਖ। ਫਿਰ ਮੈਂ ਕਹਾਣੀ ਪੜ੍ਹੀ। ਮੈਨੂੰ ਨਹੀਂ ਸੀ ਪਤਾ ਵੀ ਇੰਨੀ ਸ਼ਾਹਕਾਰ ਕਹਾਣੀ ਹੋਊਗੀ, ਨਾ ਵੀਰ ਨੂੰ ਪਤਾ ਸੀ। ਇਹ ਮਗਰੋਂ ਪਤਾ ਲੱਗਿਆ ਵੀ ਹਾਂ ਇਹ ਕਹਾਣੀ ਕੋਈ ਕਿਸਮਾਰ ਸ਼ਾਹਕਾਰ ਹੈ। ਹੁੰਦਾ ਮੈਨੂੰ ਬੜੇ ਸੁਪਨੇ ਆਉਂਦੇ ਨੇ ਵੀਰ ਦੇ ਜ਼ਿੰਦਗੀ 'ਚ, ਸਮਝੋ ਮੈਂ ਰੋਜ਼ ਮੈਨੂੰ ਸੁਪਨੇ ਆਉਂਦੇ ਰਹੇ। ਇੱਕ ਵਾਰ ਤਾਂ ਮੈਂ ਇੰਨਾ ਨਿਢਾਲ ਹੋ ਗਿਆ, ਮੈਂ ਇਹ ਕਿਹਾ ਵੀ ਮੈਂ ਜਿੱਥੇ ਵੀਰ ਦੀ ਹੈਗਾ
ਆਪਣੇ ਗਿਆ ਹੋਇਆ ਪੀਜੀਆਈ ਵਿੱਚੋਂ ਸੀ, ਉਹਦੀ ਸਰੀਰ ਦਾਨ ਕੀਤਾ ਸੀ। ਮੈਂ ਕਈ ਵਾਰ ਇਹ ਕਹਿੰਦਾ ਰਿਹਾ, ਮੇਰਾ ਹੁਣ ਵੀ ਮੈਂ ਕਹਿ ਰਿਹਾ ਮੈਂ ਆਪ ਵੀ ਆਪਣਾ ਸਰੀਰ ਦਾਨ ਕੀਤਾ ਹੈ। ਇਸੇ ਕਰਕੇ ਕੀਤਾ ਹੈ ਵੀ ਜਿੱਥੇ ਵੀਰ ਗਿਆ ਹੋਇਆ ਉਹਦੇ ਨਾਲ ਹੀ ਮੈਂ ਅਕੇਲਾ ਪਿਆ ਹੋਵਾਂ। ਸਭ ਤੋਂ ਵੱਡਾ ਗੁਣ ਸੀ ਉਹ ਇਹ ਸੀ ਵੀ ਉਹਨਾਂ ਦੀ ਉਂਗਲੀ ਹਮੇਸ਼ਾ ਖੜੀ ਰਹਿੰਦੀ ਸੀ। ਉਹਨਾਂ ਦੇ ਜਾਣ ਤੋਂ ਬਾਅਦ ਫਿਰ ਮੈਂ ਇੱਕ ਕਵਿਤਾ ਲਿਖੀ। ਪਹਿਲਾਂ ਇੱਕ ਮੈਂ ਲੇਖ ਲਿਖਿਆ, ਵੀਰ ਤੋਂ ਬਿਨਾਂ ਇਹ ਸੰਸਾਰ। ਫਿਰ ਮੇਰੇ ਕੋਲ ਮੈਂ ਇੱਕ ਕਵਿਤਾ ਲਿਖੀ, ਫਿਕਰ ਨਾ ਕਰੀ ਵੀਰ। ਮੈਂ ਕਿਹਾ ਵੀ ਵੀਰ, ਇਹ ਮੈਂ ਕਿਹਾ ਵੀਰ ਤੂੰ ਫਿਕਰ ਨਾ ਕਰੀ, ਜਿਵੇਂ ਤੇਰੀ ਉਂਗਲੀ ਸਾਰੀ ਉਮਰ ਖੜੀ ਰਹੀ ਹੈ, ਤੇਰੀ ਛਾਤੀ ਤਲੀ ਰਹੀ ਹੈ, ਇਸ ਤਰ੍ਹਾਂ ਦਾ ਸਾਡਾ ਮਗਰੋਂ ਪ੍ਰਭਾਰ ਹੈ, ਜਿਹਨੂੰ ਤੀਰ ਪ੍ਰਭਾਰ ਕਹਿੰਦੇ ਨੇ। ਉਹਦੀ ਉਂਗਲੀ ਸਦਾ ਖੜੀ ਰਹੂਗੀ ਅਤੇ ਉਹ ਜਿਹੜਾ ਹੈਗਾ ਉਹਨਾਂ ਦਾ ਜਿਹੜੀ ਛਾਤੀ ਹੈ ਹਮੇਸ਼ਾ ਤਲੀ ਰਹੂਗੀ। ਅੱਜ ਵੀ ਮੈਨੂੰ ਲੱਗਦਾ ਹੈ ਵੀ ਅਸੀਂ ਉਹਨਾਂ ਦੇ ਪਏ ਪੂਰਿਆਂ 'ਤੇ ਚੱਲ ਰਹੇ। ਇਹ ਕਿੰਨਾ ਕੁ ਚੱਲ ਰਹੇ ਇਹ ਤੁਹਾਨੂੰ ਸਭ ਨੂੰ ਪਤਾ ਹੋਊਗਾ, ਮੈਂ ਨਹੀਂ ਕਹਿ ਸਕਦਾ ਵੀ ਅਸੀਂ ਕਿੰਨਾ ਕੁ ਚੱਲਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਵੀਰ ਸੰਤੋਖ ਸਿੰਘ ਧੀਰ ਦੀ ਵਿਚਾਰਧਾਰਾ ਨੂੰ, ਉਹਨਾਂ ਦੀਆਂ ਕਿਹੜਾ ਗੱਲਾਂ ਮਤਲਬ ਅਸੀਂ ਅੱਗੇ ਤੋਰੀਏ, ਹੋਰ ਅੱਗੇ ਤੋਰੀਏ। ਇਹ ਧੀਰ ਸਾਹਿਬ ਦੀ ਜਨਮ ਸ਼ਤਾਬਦੀ ਦਾ ਵਰ੍ਹਾ ਹੈ, ਜਿਹਨੂੰ ਇਸ ਵੇਲੇ ਮਨਾਇਆ ਜਾ ਰਿਹਾ ਹੈ। ਔਰ ਮੈਂ ਸੋਚਦਾ ਕਿ ਇਸ ਵਰ੍ਹੇ ਨੂੰ ਮਨਾਉਣ ਦਾ ਮਤਲਬ ਉਹਨਾਂ ਦੇ ਭਰਪੂਰ ਜੀਵਨ ਦਾ ਜਸ਼ਨ ਮਨਾਉਣਾ ਵੀ ਹੈ। ਮੈਨੂੰ ਇਸ ਗੱਲ ਦਾ ਪਤਾ ਹੈ ਕਿ 9 ਦਹਾਕਿਆਂ ਦਾ ਆਪਣਾ ਉਹਨਾਂ ਨੇ ਜਿਹੜਾ ਜੀਵਨ ਗੁਜ਼ਾਰਿਆ, ਉਹਦੇ ਵਿੱਚ ਆਰਥਿਕ ਤੰਗੀਆਂ ਤੁਰਸ਼ੀਆਂ ਤੋਂ ਲੈ ਕੇ ਬੜੇ ਮਾਰੂ ਸਦਮਿਆਂ ਤੱਕ ਨੂੰ ਧੀਰ ਸਾਹਿਬ ਨੂੰ ਸਹਿਣਾ ਪਿਆ। ਔਰ ਇਹ ਅਜਿਹੀਆਂ ਦੁਸ਼ਵਾਰੀਆਂ ਸਨ ਜਿਹੜੀਆਂ ਕਿਸੇ ਵਿਰਲੇ ਮੰਦਭਾਗੇ ਦੇ ਹਿੱਸੇ ਹੀ ਆਉਂਦੀਆਂ ਨੇ। ਪਰ ਧੀਰ ਜੀ ਦੀ ਵੱਡੀ ਜਿਹੜੀ ਖਾਸੀਅਤ ਸੀ ਉਹ ਇਹ ਸੀ ਕਿ ਉਹ ਹਰ ਵਿਪਤਾ ਤੋਂ ਉਭਰ ਸਕਣ ਵਾਲੇ ਮਾਦੇ ਵਾਲੇ ਮਨੁੱਖ ਸਨ। ਇਹੋ ਜਿਹੀ ਹਿੰਮਤ ਤੇ ਹੌਸਲਾ ਵੀ ਕਿਸੇ ਵਿਰਲੇ ਦੇ ਹਿੱਸੇ ਹੀ ਆਉਂਦੇ ਨੇ। ਹਰ ਮਰਹਲੇ, ਹਰ ਦੁਸ਼ਵਾਰੀ ਨੂੰ ਪਾਰ ਕਰਦੇ ਹੋਏ ਉਹ ਆਪਣੀ ਆਖਰੀ ਦੌਰ ਤੱਕ ਬਤੌਰ ਰਚਨਾਕਾਰ ਸਰਗਰਮ ਰਹੇ। ਔਰ ਪੰਜਾਬੀ ਸਾਹਿਤ ਵਿੱਚ ਉਹਨਾਂ ਦੀ ਇੰਨੀ ਵੱਡੀ ਔਰ ਨਿਵੇਕਲੀ ਥਾਂ ਹੈ ਕਿ ਉਹਨਾਂ ਦੀ ਜਿਹੜੀ ਦੇਣ ਹੈ ਉਹਨੂੰ ਕੋਈ ਵਕਤੀ ਝੁਕਾ ਜਾਂ ਕਿਸੇ ਕਿਸਮ ਦੇ ਥੋੜ ਚਿਰੇ ਚੇਤੇ ਜਿਹੜੇ ਨੇ ਉਹ ਉਹਨੂੰ ਮੇਟ ਨਹੀਂ ਸਕਦੇ। ਧੀਰ ਜੀ ਮੇਰੇ ਮਰਹੂਮ ਪਿਤਾ ਜਗਜੀਤ ਸਿੰਘ ਆਨੰਦ ਦੇ ਪੁਰਾਣੇ ਸਾਥੀ ਸਨ। ਦੋਵਾਂ ਦੀ ਇੱਕੋ ਵਿਚਾਰਧਾਰਾ ਸੀ, ਦੋਵੇਂ ਇੱਕੋ ਦਲ ਨਾਲ ਜੁੜੇ ਹੋਏ ਸਨ। ਸੋ ਮੈਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਮੈਂ ਉਹਨਾਂ ਨੂੰ ਬਚਪਨ ਤੋਂ ਵੇਖਦਾ ਆਇਆ ਸਾਂ। ਪਾਠਕ ਤੇ ਉਹਨਾਂ ਦਾ ਮੈਂ ਬਹੁਤ ਪਿੱਛੋਂ ਜਾ ਕੇ ਬਣਿਆ। ਉਹਨਾਂ ਨੇ ਮੈਨੂੰ ਨਿੱਕੇ ਹੁੰਦੇ ਨੂੰ ਵੇਖਿਆ ਹੋਇਆ ਸੀਗਾ, ਪਰ ਮੈਂ ਫਿਰ ਬੜੇ ਸਾਲ ਬਾਹਰ ਰਿਹਾ ਹਿੰਦੁਸਤਾਨ ਤੋਂ, ਅਤੇ ਆ ਕੇ ਮੈਂ ਰੂਸ ਦੇ ਆਪਣੇ ਤਜਰਬਿਆਂ ਦੇ ਆਧਾਰ 'ਤੇ ਨਵਾਂ ਜ਼ਮਾਨਾ 'ਚ ਕਿਸ਼ਤਵਾੜ ਲਿਖਣਾ ਸ਼ੁਰੂ ਕੀਤਾ। 90ਵਿਆਂ ਦੇ ਸ਼ੁਰੂ ਦੀ ਗੱਲ ਹੈ। ਧੀਰ ਸਾਹਿਬ ਇੱਕ ਦਿਨ ਨਵਾਂ ਜ਼ਮਾਨਾ ਦੇ ਦਫ਼ਤਰ ਆਏ। ਉਹਨਾਂ ਤੇ ਮੈਨੂੰ ਕੀ ਪਛਾਣਨਾ ਸੀ, ਕਿਉਂਕਿ ਉਹਨਾਂ ਨੇ ਮੈਨੂੰ ਬੱਚੇ ਨੂੰ ਬਾਲ ਨੂੰ ਹੀ ਦੇਖਿਆ ਹੋਇਆ ਸੀ। ਮੈਂ ਆਪਣਾ ਤਾਰਫ ਕਰਾਇਆ ਕਿ ਧੀਰ ਸਾਹਿਬ ਮੈਂ ਸੁਕੀਰਤ ਹਾਂ। ਉਹਨਾਂ ਨੇ ਤੇ ਜੀ ਮੈਨੂੰ ਜੱਫੀ ਪਾ ਲਈ। ਕਹਿਣ ਲੱਗੇ, ਯਾਰ ਮੈਂ ਤਾਂ ਤੈਨੂੰ ਫੋਨ ਕਰਨਾ ਸੀ, ਤੂੰ ਤੇ ਲਿਖਦਾ ਹੀ ਬਹੁਤ ਵਧੀਆ, ਔਰ ਤੈਨੂੰ ਕਹਿਣਾ ਸੀ ਵੀ ਤੂੰ ਕਹਾਣੀਆਂ ਲਿਖ। ਮੈਂ ਹੱਸ ਪਿਆ। ਮੈਂ ਕਿਹਾ ਧੀਰ ਸਾਹਿਬ ਮੈਂ ਕਹਾਣੀਆਂ ਕੀ ਲਿਖਣੀਆਂ, ਸਾਰੀ ਉਮਰ ਸ਼ਹਿਰਾਂ 'ਚ ਰਿਹਾ, ਅੱਧੀ ਉਮਰ ਹਿੰਦੁਸਤਾਨ ਤੋਂ ਬਾਹਰ ਗੁਜ਼ਾਰੀ ਹੈ, ਅਤੇ ਮੇਰਾ ਤੇ ਕੋਈ ਪੇਂਡੂ ਪਿਛੋਕੜ ਵੀ ਨਹੀਂ ਹੈ, ਅਤੇ ਮੈਂ ਪੰਜਾਬੀ 'ਚ ਕਹਾਣੀ ਕਿਵੇਂ ਲਿਖਾਂਗਾ। ਕਹਿਣ ਲੱਗੇ, ਤੈਨੂੰ ਕਿਹਾ ਕਿੰਨੇ ਕਿ ਤੂੰ ਪੇਂਡੂ ਪਿਛੋਕੜ ਦੀਆਂ ਕਹਾਣੀਆਂ ਲਿਖ। ਉਹ ਕੰਮ ਕਰਨ ਲਈ ਸਾਡੇ ਵਰਗੇ ਲੋਕ ਬਥੇਰੇ ਨੇ। ਤੂੰ ਉਹਨਾਂ ਤਜਰਬਿਆਂ ਦੀਆਂ ਕਹਾਣੀਆਂ ਲਿਖ ਜਿਨ੍ਹਾਂ ਵਿੱਚੋਂ ਤੂੰ ਲੰਘਿਆ। ਤੂੰ ਉਸ ਜ਼ਿੰਦਗੀ ਨੂੰ ਪੇਸ਼ ਕਰ ਜਿਹੜੀ ਜ਼ਿੰਦਗੀ ਦੀ ਸਮਝ ਤੈਨੂੰ ਹੈ। ਅਤੇ ਮੈਂ ਬਿਨਾਂ ਕਿਸੇ ਅਤਕਥਨੀ ਦੇ ਗੱਲ ਕਹਿਣੀ ਚਾਹਾਂਗਾ ਕਿ ਸ਼ਾਇਦ ਜੇ ਮੈਨੂੰ ਧੀਰ ਸਾਹਿਬ ਕਹਾਣੀ ਲਿਖਣ ਵਾਲੇ ਪਾਸੇ ਨਾ ਤੱਕਦੇ ਤਾਂ ਮੈਂ ਕਹਾਣੀਆਂ ਲਿਖਣੀਆਂ ਹੀ ਨਾ ਸ਼ੁਰੂ ਕਰਦਾ। ਅਤੇ ਆਪਣੀ ਗੱਲ ਮੈਂ ਇੱਕ ਇਹ ਕਹਿੰਦਿਆਂ ਮੁਕਾਉਣਾ ਚਾਹਾਂਗਾ ਕਿ ਧੀਰ ਸਾਹਿਬ ਦੀ ਬੜੀ ਵੱਡੀ ਦੇਣ ਹੈ। ਜਿਵੇਂ ਮੈਂ ਕਿਹਾ ਹੈ, ਉਹਨਾਂ ਦੀ ਇੱਕ ਇੱਕ ਕਹਾਣੀ ਜਿਹੜੀ ਹੈ ਨਾ ਉਹ ਸ਼ਾਹਕਾਰ ਹੋ ਸਕਦੀ। ਕਿਸੇ ਨੂੰ ਮੰਗੋ ਪਸੰਦ ਹੈ, ਕਿਸੇ ਨੂੰ ਕੋਈ ਇੱਕ ਸਵਾਰ ਪਸੰਦ ਹੈ, ਪਰ ਮੈਂ ਕਈ ਵਾਰੀ ਸੋਚਦਾ ਕਿ ਜੇ ਸਾਰੀ ਉਮਰ ਦੀ ਘਾਲਣਾ ਘਾਲ ਕੇ ਵੀ ਮੈਂ ਸਵੇਰ ਹੋਣ ਤੱਕ ਵਰਗੀ ਸਿਰਫ ਇੱਕ ਕਹਾਣੀ ਲਿਖ ਸਕਾਂ, ਅਤੇ ਮੈਂ ਸੋਚਾਂਗਾ ਕਿ ਧੀਰ ਸਾਹਿਬ ਨੇ ਮੈਨੂੰ ਜਿਹੜੇ ਰਾਹ ਤੱਕਿਆ ਸੀ ਉਹ ਸਹੀ ਸੀ, ਅਤੇ ਮੈਂ ਧੀਰ ਸਾਹਿਬ ਨੂੰ ਸ਼ਰਧਾਂਜਲੀ ਪੂਰੀ ਤਰ੍ਹਾਂ ਪੇਸ਼ ਕਰ ਸਕਿਆ। ਸੰਤੋਖ ਸਿੰਘ ਧੀਰ ਨਾਲ ਮੇਰੀ ਜਿਹੜੀ ਮੁਲਾਕਾਤ ਹੋਈ ਹੈ 1985 ਵਿੱਚ, ਜਦੋਂ ਮੈਂ 84 ਦੇ ਵਿੱਚ ਗਵਰਨਮੈਂਟ ਕਾਲਜ ਮੋਹਾਲੀ ਆਈ, ਔਰ ਰੋਪੜ ਡੇਰਾਬੱਸੀ ਕਾਲਜ ਨੇ ਜਦੋਂ ਇਨਵਾਈਟ ਕੀਤਾ ਮੈਨੂੰ ਬਤੌਰ ਕਵਿੱਤਰੀ, ਅਤੇ
ਉੱਥੇ ਮੈਨੂੰ ਸੰਤੋਖ ਸਿੰਘ ਧੀਰ ਹੋਣਾ ਨੂੰ ਦੇਖ ਕੇ, ਮਿਲ ਕੇ ਹੈਰਾਨੀ ਵੀ ਹੋਈ ਔਰ ਮੇਰੀ ਖੁਸ਼ੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਸ ਤੋਂ ਬਾਅਦ ਮੇਰੇ ਪਿਤਾ ਨੂੰ ਮਿਲਦੇ ਰਹੇ। ਮੇਰੇ ਪਿਤਾ ਕਾਮਰੇਡ ਸੀਗੇ। ਮੇਰੇ ਪਿਤਾ ਕੋਲ ਆਉਣਾ, ਮੇਰੇ ਘਰ ਆਉਣਾ ਜਾਣਾ ਸੰਤੋਖ ਸਿੰਘ ਧੀਰ ਹੋਣਾ ਦਾ ਲੱਗਿਆ ਰਿਹਾ। ਬਹੁਤ ਸਾਰੀਆਂ ਗੱਲਾਂ ਨੇ ਉਹਨਾਂ ਦੇ ਘਰ ਮੇਰਾ ਜਾਣਾ, ਮੇਰੇ ਘਰ ਉਹਨਾਂ ਦਾ ਆਉਣਾ। ਮੇਰੀ ਕਿਤਾਬ 1994 ਵਿੱਚ ਤਾਰਿਆਂ ਦਾ ਛੱਜ ਛਪੀ। ਉਸ ਤੋਂ ਪਹਿਲਾਂ ਪ੍ਰੀਤਨੜੀ ਵਿੱਚ ਇਸ ਦੇ ਲਗਾਤਾਰ ਛਪਦੇ ਰਹੇ ਤੇ ਮੈਨੂੰ ਇੱਕ ਵਾਰੀ ਲੋਕਲ ਬੱਸ ਸਟੈਂਡ ਦੇ ਉੱਤੇ ਮਿਲੇ ਮੋਹਾਲੀ ਇੱਕ ਫੇਜ਼ ਦੇ, ਤੇ ਮੈਨੂੰ ਕਹਿੰਦੇ ਮਨਜੀਤ ਇੰਦਰਾ ਜਿਹੜੇ ਉਹ ਛਪ ਰਹੇ ਨੇ, ਜੇ ਐਕਣੀ ਛਪਦੇ ਵਧੀਆ ਹੋਏ, ਜੇ ਅੰਤ ਵੀ ਇਸੇ ਤਰ੍ਹਾਂ ਹੋਇਆ ਤੇ ਕਿਤਾਬ ਬਹੁਤ ਵਧੀਆ ਹੋਏਗੀ। 94 'ਚ ਉਹ ਕਿਤਾਬ ਰਿਲੀਜ਼ ਹੋਈ, ਉਹਦਾ ਉਹ ਹਿੱਸਾ ਰਹੇ। ਔਰ ਉਹ ਕਿਤਾਬ ਜਿਸਲੇ ਮੈਨੂੰ ਕਹਿੰਦੇ ਵੀ ਮੈਂ ਘਰ ਗਈ, ਮੈਨੂੰ ਕਹਿੰਦੇ ਦੇਖ ਮੈਂ ਕਿਤਾਬ ਕਿੱਥੇ ਰੱਖੀ ਹੈ। ਮੇਰੀ ਹੈਰਾਨੀ ਦੀ ਸੱਚ ਜਾਣਿਓ ਕੋਈ ਹੱਦ ਨਹੀਂ ਰਹੀ। ਉਹ ਕਿਤਾਬ ਦਾਸ ਕੈਪੀਟਲ ਦੇ ਨਾਲ ਸੰਤੋਖ ਸਿੰਘ ਧੀਰ ਨੇ ਰੱਖੀ ਸੀ। ਮੇਰਾ ਖਿਆਲ ਹੈ ਕਿ ਮੇਰੇ ਲਈ ਐਦੋਂ ਵੱਡਾ ਕੋਈ ਇਨਾਮ ਸਨਮਾਨ ਨਹੀਂ ਹੋ ਸਕਦਾ। ਧੀਰ ਸਾਹਿਬ ਨਾਲ ਮੇਰਾ ਰਿਸ਼ਤਾ, ਉਹਨਾਂ ਦੇ ਘਰ ਜਦੋਂ ਮੈਂ ਜਾਣਾ, ਖਾਣਾ ਖਾਣਾ, ਉਹ ਮੈਨੂੰ ਸਾਰਾ ਕੁਝ ਦੁਬਾਰਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੈਂ ਪ੍ਰੋਫੈਸਰ ਮੋਹਨ ਸਿੰਘ ਦੇ ਘਰ ਦਾ ਇੱਕ ਹਿੱਸਾ ਸਾਂ। ਜਿਵੇਂ ਮੇਰਾ ਪਿਤਾ ਸੀ ਮੇਰੇ ਲਈ, ਉਸੇ ਤਰ੍ਹਾਂ ਸੰਤੋਖ ਸਿੰਘ ਧੀਰ ਸੀ। ਉਹਨਾਂ ਦਾ ਦੁਨੀਆ ਤੋਂ ਚਲੇ ਜਾਣਾ, ਆਪਣੀ ਸਕੂਲ ਵਕਤੀ ਉਹ ਲੇਖਕ ਰਹੇ, ਜ਼ਿੰਦਗੀ ਸਾਰੀ ਆਪਣੀ ਸਾਹਿਤ ਦੇ ਲੇਖੇ ਲਾਈ ਔਰ ਜਾਣ ਵੇਲੇ ਉਹ ਆਪਣਾ ਸਰੀਰ ਲੋਕਾਂ ਲਈ, ਖੋਜ ਲਈ, ਖੋਜਾਰਥੀਆਂ ਲਈ ਦੇ ਕੇ ਬਹੁਤ ਵੱਡੀ ਦੇਣ ਦੇ ਗਏ ਨੇ। ਮੈਂ ਅਜਿਹੇ ਸਾਹਿਤਕਾਰ ਨੂੰ ਨਮਨ ਕਰਦੀ। ਸਾਲ 1975 ਵਿੱਚ ਜਦੋਂ ਮੈਂ ਪਹਿਲੀ ਵਾਰ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮੀਟਿੰਗ ਵਿੱਚ ਸ਼ਾਮਲ ਹੋਇਆ, ਉਸ ਮੀਟਿੰਗ ਵਿੱਚ ਸੰਤੋਖ ਸਿੰਘ ਧੀਰ ਜੀ ਅਤੇ ਅਜੈਬ ਤਿਰਕਾਰ ਜੀ ਸ਼ਾਮਲ ਸਨ। ਉਹ ਮੀਟਿੰਗ ਸਰਕਾਰੀ ਹਾਈ ਸਕੂਲ ਦਰਾਹਾ ਵਿਖੇ ਹੋ ਰਹੀ ਸੀ। ਇਸੇ ਸਕੂਲ ਵਿੱਚ ਮੈਂ 9ਵੀਂ ਅਤੇ 10ਵੀਂ ਜਮਾਤ ਵਿੱਚ ਪੜ੍ਹਦਾ ਰਿਹਾ ਸੀ। ਮੈਨੂੰ ਪਹਿਲੀ ਮੀਟਿੰਗ ਵਿੱਚ ਹੀ ਸ਼੍ਰੀ ਸੰਤੋਖ ਸਿੰਘ ਧੀਰ ਜੀ ਦਾ ਆਸ਼ੀਰਵਾਦ ਪ੍ਰਾਪਤ ਹੋ ਗਿਆ, ਜੋ ਹੁਣ ਤੱਕ ਵੀ ਮੇਰਾ ਮਾਰਗਦਰਸ਼ਨ ਕਰਦਾ ਰਿਹਾ ਹੈ। ਉਹਨਾਂ ਨੇ ਆਪਣੀਆਂ ਪ੍ਰਸਿੱਧ ਕਹਾਣੀਆਂ ਰਾਮਪੁਰ ਦੀ ਸਭਾ ਵਿੱਚ ਸੁਣਾਈਆਂ। ਉਹ ਮੀਟਿੰਗਾਂ ਵਿੱਚ ਸ਼ਾਮਲ ਲੇਖਕਾਂ ਨੂੰ ਅਗਾਂਹ ਵਧੂ ਨਜ਼ਰੀਏ ਤੋਂ ਸਹੀ ਸੇਧ ਦਿੰਦੇ ਸਨ। ਸਭਾ ਦੇ ਵਿਕਾਸ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਧੀਰ ਸਾਹਿਬ ਦੀ ਸਿਰਜਣਾ ਵਿੱਚ ਇੱਕ ਪਾਸੇ ਬਾਰੂ ਵਰਗੇ ਕਲਪਿਤ ਪਾਤਰ ਆਉਂਦੇ ਹਨ ਜੋ ਉਸ ਦੀ ਰਚਨਾ ਵਿੱਚ ਆ ਕੇ ਅਮਰ ਹੋ ਜਾਂਦੇ ਹਨ, ਪਰ ਦੂਜੇ ਪਾਸੇ ਉਹਨਾਂ ਨੇ ਕਈ ਕਹਾਣੀਆਂ ਆਪਣੀ ਜ਼ਿੰਦਗੀ ਵਿੱਚ ਆਏ ਜਿਉਂਦੇ ਜਗਦੇ ਪਾਤਰਾਂ ਬਾਰੇ ਵੀ ਲਿਖੀਆਂ। ਘਰ ਵਿੱਚ ਗੁਆਚੀ ਪਰੀ ਕਹਾਣੀ ਉਸ ਦੀ ਆਪਣੀ ਪਤਨੀ ਨੂੰ ਸਮਰਪਿਤ ਕਹਾਣੀ ਹੈ। ਇਸ ਤਰ੍ਹਾਂ ਹੋਰ ਕਈ ਕਹਾਣੀਆਂ ਵਿੱਚ ਜਿਉਂਦੇ ਜਾਗਦੇ ਪਾਤਰ ਆਏ ਹਨ। ਸਵਰਗੀ ਸੰਤੋਖ ਸਿੰਘ ਧੀਰ ਪੰਜਾਬੀ ਦੇ ਉਹ ਲੇਖਕ ਸਨ ਜਿਨ੍ਹਾਂ ਨੂੰ ਨਿਮਾਣਿਆਂ ਦਾ ਮਾਣ ਕਰਨਾ ਆਉਂਦਾ ਸੀ, ਨਤਾਣਿਆਂ ਦਾ ਤਾਣ ਤੇ ਵੱਡਿਆਂ ਦਾ ਆਸ਼ੀਰਵਾਦ, ਇੱਕ ਅਗਵਾਈ ਜਿਹੜੀ ਵੱਡੇ ਕਰ ਸਕਦੇ ਆ ਆਪਣੇ ਯੁਵਕਾਂ ਵਾਸਤੇ, ਉਹ ਅਗਵਾਈ ਉਹ ਦਿੰਦੇ ਰਹੇ। ਮੇਰੇ ਨਾਲ ਉਹਨਾਂ ਦਾ ਤਾਲੁਕ ਜਿਹੜਾ ਹੈ ਉਹ 15 ਸਾਲ ਤੱਕ ਦਾ ਸਾਥ ਜਿਹੜਾ ਨਿਭਿਆ, ਅੱਜ ਵੀ ਸਾਥ ਹੈ, ਪਰ ਉਹ ਰਚਨਾਵਾਂ ਦੇ ਤੌਰ ਤੇ, ਉਹਨਾਂ ਦੀਆਂ ਲਿਖਤਾਂ ਦੇ ਤੌਰ ਤੇ, ਕਿਤਾਬਾਂ ਦੇ ਤੌਰ ਤੇ ਸਾਡੇ ਨਾਲ ਉਹ ਅੱਜ ਵੀ ਸਾਡੇ ਸਾਥੀ ਨੇ। ਪਰ ਜਿੰਨੀ ਐਪਰੀਸ਼ੀਏਸ਼ਨ ਹੱਲਾਸ਼ੇਰੀ ਉਹਨਾਂ ਨੇ ਮੈਨੂੰ ਦਿੱਤੀ, ਔਰ ਮੇਰੇ ਬਾਰੇ ਇੱਕ ਕਹਾਣੀ ਪੱਕਾ ਰਾਗ ਉਹਨਾਂ ਨੇ ਲਿਖੀ ਜਿਹਦੀ ਬਹੁਤ ਚਰਚਾ ਹੋਈ। ਇਸ ਤੋਂ ਇਲਾਵਾ ਮੈਨੂੰ ਉਹਨਾਂ ਦੀਆਂ ਯਾਦਾਂ ਤੇ ਉਹਨਾਂ ਦੇ ਅੰਗ ਸੰਗ ਰਹਿਣ ਦੇ ਨਾਲ ਕਰਕੇ ਇੱਕ ਕਿਤਾਬ ਮੇਰੇ ਹਿੱਸੇ ਦਾ ਧੀਰ ਜਿਹੜੀ ਹੈ ਮੈਂ ਰਚਿਤ ਕੀਤੀ, ਤਾਂ ਉਹਨਾਂ ਨੂੰ ਬੜੀ ਖੁਸ਼ੀ ਹੋਈ ਸੀ। ਪਰ ਮੰਦਭਾਗਾ ਇਹ ਸਮਾਂ ਆਇਆ ਕਿ ਉਹਨਾਂ ਨੇ ਛੇਤੀ ਹੀ ਉਸ ਤੋਂ ਬਾਅਦ ਸੰਸਾਰ ਛੱਡ ਦਿੱਤਾ। ਪਰ ਸੰਸਾਰ ਸਰੀਰਕ ਤੌਰ ਤੇ ਛੱਡਿਆ, ਸਾਡੇ ਵਿੱਚ ਉਹਨਾਂ ਦੀਆਂ ਰਚਨਾਵਾਂ ਅੱਜ ਵੀ ਜਿਉਂਦੀਆਂ ਤਿਉਂ, ਉਹਨਾਂ ਦੀਆਂ ਯਾਦਾਂ, ਉਹਨਾਂ ਦਾ ਅਣਖੀਲਾ ਸੁਭਾਅ ਔਰ ਲਚਕੀਲਾ ਸੁਭਾਅ, ਉਹਨਾਂ ਦੀ ਸਵੈ ਮਾਨਤਾ ਜਿਹੜੇ ਅੰਦਰ ਉਹਨਾਂ ਦੇ ਇੱਕ ਅਣਖ ਸੀਗੀ, ਉਹ ਅਣਖ ਅੱਜ ਵੀ ਸਾਨੂੰ ਵੰਗਾਰਦੀ ਹੈ, ਸਾਨੂੰ ਹਿਲਾਉਂਦੀ ਹੈ, ਸਾਨੂੰ ਸਮਾਜ ਲਈ ਕੁਝ ਚੰਗਾ ਕਰਨ ਵਾਸਤੇ ਪ੍ਰੇਰਨਾ ਦਿੰਦੀ ਹੈ। ਸੰਤੋਖ ਸਿੰਘ ਧੀਰ ਸਾਹਿਬ ਹਮੇਸ਼ਾ ਸਾਡੇ ਚੇਤਿਆਂ ਵਿੱਚ ਵਸੇ ਅਤੇ ਵਸੇ ਰਹਿਣਗੇ। ਸ਼ੁਭ ਚਿੰਤਕਾਂ ਦੇ ਨਾਲ ਨਾਲ ਉਸ ਨੇ ਆਪਣੇ ਪਰਿਵਾਰ ਨੂੰ ਵੀ ਪੈਰ ਪੈਰ ਤੇ ਅਗਵਾਈ ਦਿੱਤੀ। ਤਾਂ ਹੀ ਛੋਟੇ ਭਾਈ ਰਿਪੁਦਮਨ ਸਿੰਘ ਰੂਪ, ਭਤੀਜੇ ਸੰਜੀਵਨ ਤੇ ਰਜੀਵਨ ਨੂੰ ਅਦਬ ਦੇ ਪਰ ਲੱਗੇ ਤੇ ਉਹਨਾਂ ਨੇ ਸਾਰੀ ਜ਼ਿੰਦਗੀ ਲੰਮੀਆਂ ਉਡਾਰੀਆਂ ਭਰੀਆਂ ਤੇ ਅੱਜ ਵੀ
ਉੱਡ ਰਹੇ ਹਨ। ਰੂਪ ਹੋਰਾਂ ਨਾਲ ਤਾਂ ਉਸ ਦਾ ਰਿਸ਼ਤਾ ਰਾਮ ਤੇ ਲక్ష్మణ ਵਾਲਾ ਸੀ। ਉਹ ਜਦ ਇੰਗਲੈਂਡ ਤੇ ਮਾਸਕੋ ਗਿਆ, ਉੱਥੇ ਵੀ ਆਪਣੇ ਇਸ ਵੀਰ ਨੂੰ ਚਿੱਠੀਆਂ ਲਿਖਦਾ ਰਿਹਾ। ਮੈਨੂੰ ਬੜੇ ਸੁਪਨੇ ਆਉਂਦੇ ਨੇ ਵੀਰ ਦੇ। ਜ਼ਿੰਦਗੀ ਸਮਝੋ ਮੈਂ ਰੋਜ਼ ਹੀ ਮੈਨੂੰ ਸੁਪਨੇ ਆਉਂਦੇ ਰਹੇ। ਇੱਕ ਵਾਰ ਤਾਂ ਮੈਂ ਇੰਨਾ ਨਿਢਾਲ ਹੋ ਗਿਆ, ਮੈਂ ਇਹ ਕਿਹਾ ਵੀ ਮੈਂ ਜਿੱਥੇ ਵੀਰ ਦੀ ਹੈਗਾ ਆਪਣੇ ਗਿਆ ਹੋਇਆ ਪੀਜੇ ਵਿੱਚੋਂ ਸੀ ਉਹਦੀ ਸਰੀਰ ਦਾਨ ਕੀਤਾ ਸੀ। ਮੈਂ ਕਈ ਵਾਰ ਇਹ ਕਹਿੰਦਾ ਰਿਹਾ, ਮੇਰਾ ਹੁਣ ਵੀ ਮੈਂ ਕਹਿ ਰਿਹਾ ਮੇਰਾ ਮੈਂ ਆਪ ਵੀ ਆਪਣਾ ਸਰੀਰ ਦਾਨ ਕੀਤਾ ਹੈ। ਇਸੇ ਕਰਕੇ ਕੀਤਾ ਹੈ ਵੀ ਜਿੱਥੇ ਵੀਰ ਗਿਆ ਹੋਇਆ ਉਹਦੇ ਨਾਲ ਹੀ ਮੈਂ ਪਹਿਲਾਂ ਪਿਆ ਹਾਂ। ਪਾਪਾ ਜੀ ਵੱਲੋਂ ਜਿੰਨਾ ਵੀ ਸਾਹਿਤ ਰਚਿਆ ਗਿਆ ਹੈ ਉਹ ਸਾਡੇ ਕੋਲ ਲਗਭਗ 50 ਪੁਸਤਕਾਂ ਦੀ ਸ਼ਕਲ ਦੇ ਵਿੱਚ ਮਿਲਦਾ ਹੈ। 2010 ਦੇ ਵਿੱਚ ਉਹਨਾਂ ਦੀ ਡੈਥ ਹੁੰਦੀ ਹੈ ਤੇ ਉਹਦੇ ਤੋਂ ਬਾਅਦ ਮੈਂ ਆਪਣੇ ਪਿਤਾ ਸਰਦਾਰ ਰਿਪੂਦਮਨ ਸਿੰਘ ਰੂਪ ਜੀ ਨੂੰ ਇੱਕ ਫਾਈਲ ਦੇ ਵਿੱਚ ਚਿੱਠੀਆਂ ਨੂੰ ਦੇਖਦੇ ਹੋਏ ਮੈਂ ਕਾਫੀ ਦੇਰ ਦੇਖਦਾ ਰਿਹਾ। ਮੈਂ ਪੁੱਛਿਆ ਇੱਕ ਦਿਨ, ਮੈਂ ਕਿਹਾ ਵੀ ਡੈਡੀ ਤੁਸੀਂ ਕੀ ਚਿੱਠੀਆਂ ਨੇ, ਕਿਸ ਦੀਆਂ ਨੇ? ਉਹ ਕਹਿੰਦੇ ਵੀ ਇਹ ਚਿੱਠੀਆਂ ਤੇਰੇ ਤਾਇਆ ਜੀ ਧੀਰ ਸਾਹਿਬ ਦੀਆਂ ਚਿੱਠੀਆਂ ਨੇ, ਜਿਹੜੀਆਂ ਉਹਨਾਂ ਨੇ 1974-75 ਦੌਰਾਨ ਜਦੋਂ ਧੀਰ ਸਾਹਿਬ ਇੰਗਲੈਂਡ ਰਹੇ ਲਗਭਗ 1 ਸਾਲ, ਉੱਥੋਂ ਡੈਡੀ ਨੂੰ ਚਿੱਠੀਆਂ ਲਿਖੀਆਂ ਸੀ। ਤੇ ਮੇਰੀ ਥੋੜੀ ਜਿਗਿਆਸਾ ਵਧੀ ਵੀ ਬਹੁਤ ਪੁਰਾਣੇ ਡਾਕੂਮੈਂਟਸ ਨੇ, ਮੈਂ ਦੇਖਾਂ। ਮੈਂ ਜਦੋਂ ਉਹਨਾਂ ਨੂੰ ਦੇਖਣ ਲੱਗ ਗਿਆ ਤਾਂ ਉਹਦੇ ਵਿੱਚ ਮੈਂ ਹੈਰਾਨ ਰਹਿ ਗਿਆ ਵੀ ਉਸ ਵੇਲੇ ਜਿਹੜੇ ਉਸ ਵੇਲੇ ਦੇ ਸਮਾਜਿਕ ਜੋ ਸਰੋਕਾਰ ਨੇ, ਜੋ ਸਾਹਿਤਕ ਸਰੋਕਾਰ ਨੇ, ਜੋ ਰਾਜਨੀਤਿਕ ਸਰੋਕਾਰ ਨੇ, ਉਹ ਸਭ ਉਸ ਚਿੱਠੀਆਂ ਦੇ ਵਿੱਚ ਸਮੋਏ ਹੋਏ ਸੀ। ਉਹਦੇ ਵਿੱਚ ਬੜੀਆਂ ਬੇਬਾਕ ਟਿੱਪਣੀਆਂ ਉਸ ਵੇਲੇ ਦੇ ਸਾਹਿਤਕ ਜਿਹੜੇ ਵੱਡੇ ਸ਼ਖਸੀਅਤਾਂ ਸਨ ਉਹਨਾਂ ਬਾਰੇ। ਤੇ ਸਭ ਤੋਂ ਵੱਡਾ ਇੱਕ ਜਿਹੜਾ ਮੈਨੂੰ ਪੱਖ ਉਹਨਾਂ ਚਿੱਠੀਆਂ 'ਚ ਨਜ਼ਰ ਆਇਆ ਵੀ ਉਹਨਾਂ ਦਾ ਡੈਡੀ ਦੇ ਪ੍ਰਤੀ ਇੱਕ ਐਸਾ ਵਿਸ਼ਵਾਸ ਜਿਹੜਾ ਸੀਗਾ ਵੀ ਘਰ ਦੇ ਮਾਮਲਿਆਂ 'ਚ, ਕਿਉਂਕਿ ਬਹੁਤ ਗਰੀਬੀ ਸੀ ਘਰ ਦੇ ਵਿੱਚ, ਉਹਨਾਂ ਨੇ ਛੋਟੀਆਂ ਚੀਜ਼ਾਂ ਦਾ ਇੰਗਲੈਂਡ ਬੈਠੇ ਫਿਕਰ ਕਰਨਾ ਵੀ ਮੈਂ ਤੈਨੂੰ ਰੀਪੇ ਇੰਨੇ ਡਾਲਰ ਜਾਂ ਇੰਨੇ ਪਾਉਂਡ ਮੈਂ ਤੈਨੂੰ ਭੇਜ ਰਿਹਾ, ਇਹਦੇ ਇੰਨੇ ਪੈਸੇ ਬਣਨਗੇ ਤੇ ਤੂੰ ਫਲਾਣਾ ਕਰਜ਼ਾ ਪੂਰਾ ਕਰਨਾ, ਕਣਕ ਲੈ ਲੈਣੀ ਹੈ, ਮੱਝ ਨੂੰ ਆਹ ਚੀਜ਼ ਕਰਨਾ। ਉਹ ਸਾਰਾ ਜਿਹੜੇ ਘਰ ਦਾ ਫਿਕਰ, ਮੈਂ ਹੈਰਾਨ ਵੀ ਇੱਕ ਐਡੇ ਵੱਡੇ ਰਾਈਟਰ ਨੇ ਇੰਗਲੈਂਡ 'ਚ ਬੈਠੇ ਨੇ, ਜਦੋਂ ਬੰਦਾ ਬੇਫਿਕਰੀ 'ਚ ਆ ਸਕਦਾ ਹੈ, ਪਰ ਉਸ ਵੇਲੇ ਉਹ ਆਪਣਾ ਘਰ ਦਾ ਪਰਿਵਾਰ ਦਾ ਫਿਕਰ ਕਰ ਰਹੇ ਨੇ ਔਰ ਡੈਡੀ ਦੇ ਉੱਪਰ ਅਥਾਹ ਵਿਸ਼ਵਾਸ ਕਰਕੇ ਉਹ ਜਿੰਨਾ ਵੀ ਪੈਸਾ ਹੈ, ਜੋ ਵੀ ਉੱਥੋਂ ਦੀ ਮਾਇਕ ਮਦਦ ਹੈ, ਉਹ ਉਹਨਾਂ ਦੇ ਰਾਹੀਂ ਖਰਚ ਕਰ ਰਹੇ ਨੇ। ਤਾਂ ਇਹ ਚੀਜ਼ ਮੈਨੂੰ ਬਹੁਤ ਵੱਡੀ ਇਸ ਚੀਜ਼ ਲੱਗੀ। ਫਿਰ ਉਹਨਾਂ ਚਿੱਠੀਆਂ ਦਾ ਮੁਲਾਂਕਣ ਜਦੋਂ ਮੈਂ ਕਰਨ ਲੱਗਿਆ, ਮੈਂ ਕਿਹਾ ਵੀ ਇਹ ਚਿੱਠੀਆਂ ਸਾਨੂੰ, ਕਿਉਂਕਿ ਸਾਡੀ ਗਰੀਬੀ ਦੀ ਗੱਲ ਕਰਦੀਆਂ, ਪਰਿਵਾਰਕ ਨਿੱਜੀ ਚਿੱਠੀਆਂ ਨੇ, ਵੀ ਕੀ ਇਹ ਆਪਾਂ ਇਹਨਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਲੈ ਕੇ ਆਈਏ? ਤੇ ਅਸੀਂ ਸ਼ਾਮ ਸਿੰਘ ਜੀ ਨਾਲ ਗੱਲ ਕੀਤੀ, ਅੰਗ ਸਿੰਘ ਜੀ ਨਾਲ। ਉਹ ਕਹਿੰਦੇ ਬਿਲਕੁਲ ਇਹ ਬਹੁਤ ਬਾਕਮਾਲ ਚਿੱਠੀਆਂ ਨੇ, ਇੱਕ ਬਹੁਤ ਵੱਡੀ ਪਰਸਨੈਲਿਟੀ ਦੀਆਂ ਚਿੱਠੀਆਂ ਲਿਖੀਆਂ ਹੋਈਆਂ ਨੇ। ਇਹ ਸ਼ਾਇਦ ਇਹ ਪੰਜਾਬੀ ਸਾਹਿਤ ਜਗਤ ਦੇ ਵਿੱਚ ਵੀ ਇੱਕ ਮਿੱਠਾ ਯਤਨ ਹੋਵੇ ਜੇ ਉਹਨਾਂ ਦੀ ਇੱਕ ਅਸੀਂ ਕੰਪਾਈਲੇਸ਼ਨ ਜਿਹੜੀ ਹੈ ਉਹ ਕਰੀਏ। ਇਹ ਜ਼ਿੰਮਾ ਫਿਰ ਮੈਂ ਲਿਆ, ਉਹਨਾਂ ਚਿੱਠੀਆਂ ਨੂੰ ਮੈਂ ਪੜ੍ਹਿਆ, ਉਹਨਾਂ ਚਿੱਠੀਆਂ ਨੂੰ ਹੂਬਹੂ ਅਸੀਂ ਉਸ ਤਰ੍ਹਾਂ ਹੀ ਟਾਈਪ ਕਰਵਾ ਕੇ ਉਹਨੂੰ ਇੱਕ ਕਿਤਾਬ ਦੀ ਸ਼ਕਲ ਦੇ ਕੇ, ਜਿਹਦਾ ਅਸੀਂ ਟਾਈਟਲ ਰੱਖਿਆ ਜਿਵੇਂ ਰਾਮ ਨੂੰ ਲక్ష్మణ ਸੀ। ਇਹ ਕਿਉਂ ਰੱਖਿਆ ਇਹਦਾ ਟਾਈਟਲ? ਕਿਉਂਕਿ ਮੇਰੇ ਤਾਇਆ ਜੀ ਧੀਰ ਸਾਹਿਬ ਨੇ ਜਦੋਂ ਆਪਣੀ ਸਵੈ ਜੀਵਨੀ ਲਿਖੀ ਬ੍ਰਹਸਪਤੀ, ਉਹਦੇ ਵਿੱਚ ਇੱਕ ਕਾਂਡ ਸੀ ਮੇਰੇ ਪਿਤਾ ਜੀ ਬਾਰੇ, ਜਿਵੇਂ ਰਾਮ ਨੂੰ ਲక్ష్మణ ਸੀ। ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਵੀ ਮੈਂ, ਚਾਹੇ ਮੇਰੇ ਹੋਰ ਭੈਣ ਭਰਾ ਨੇ, ਪਰ ਮੈਨੂੰ ਸਭ ਤੋਂ ਵੱਧ ਜਿਹੜਾ ਵਿਸ਼ਵਾਸ ਹੈ ਉਹ ਮੈਨੂੰ ਆਪਣੇ ਇਸ ਭਰਾ ਜਿਹੜਾ ਜਿਹਨੂੰ ਰੀਪਾ ਕਹਿੰਦੇ ਸੀ ਉਹ, ਤੇ ਉਹਦੇ 'ਤੇ ਵਿਸ਼ਵਾਸ ਸੀ ਉਹਨਾਂ ਨੂੰ। ਉਹਨਾਂ ਨੇ ਉਹ ਕਾਂਡ ਲਿਖਿਆ, ਉਸੇ ਭਾਵਨਾ ਦੇ ਤਹਿਤ ਇਹ ਫਿਰ ਜਿਹੜੀਆਂ ਚਿੱਠੀਆਂ ਦਾ ਸੰਗ੍ਰਹਿ ਮੈਂ ਕੰਪਾਈਲ ਕੀਤਾ, ਉਹਦਾ ਨਾਂ ਵੀ ਜਿਵੇਂ ਰਾਮ ਨੂੰ ਲక్ష్మణ ਸੀ ਰੱਖਿਆ ਗਿਆ। ਇਹ ਚਿੱਠੀਆਂ ਭਾਵੇਂ ਉਸ ਦੀਆਂ ਨਿੱਜੀ ਸਨ, ਪਰ ਵੱਡੇ ਬੰਦਿਆਂ ਦੇ ਵਿਅਕਤਿਤਵ ਦੇ ਮੀਰੀ ਗੁਣ ਉਹਨਾਂ ਦੇ ਨਿੱਜੀ ਦਸਤਾਵੇਜ਼ਾਂ ਵਿੱਚੋਂ ਵੀ ਝਲਕ ਪੈਂਦੇ ਹਨ। ਉਸ ਨੂੰ ਆਪਣੇ ਘਰ ਦੇ ਨਿੱਕੇ ਮਸਲਿਆਂ 'ਚ ਕਿੰਨੀ ਦਿਲਚਸਪੀ ਸੀ, ਨਿੱਕੀ ਤੋਂ ਨਿੱਕੀ ਗੱਲ ਦਾ ਕਿੰਨਾ ਫਿਕਰ ਸੀ, ਪਰਿਵਾਰ ਦੇ ਜੀਆਂ ਦੇ ਸ਼ੌਂਕ ਅਤੇ ਚਿੰਤਾ ਝੋਰਿਆਂ ਨੂੰ ਉਹ ਕਿੰਨੀ ਸ਼ਿੱਦਤ ਨਾਲ ਮਹਿਸੂਸ ਕਰਦਾ ਸੀ। ਇਹਨਾਂ ਚਿੱਠੀਆਂ ਤੋਂ ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ। ਪਿਆਰੇ ਰਿਪੂਦਮਨ, 208 ਪਾਉਂਡ ਤੇ 40 ਪੈਨੀਆਂ ਦਾ ਡਰਾਫਟ ਭੇਜ ਰਿਹਾ ਹਾਂ। ਮੇਰਾ ਖਿਆਲ ਹੈ ਹੁਣ ਆਪਣਾ ਸਾਰਾ ਕਰਜ਼ਾ ਇਸ ਰਕਮ ਨਾਲ ਸਿਰੋਂ ਲੱਥ ਜਾਵੇਗਾ। ਡਰਾਫਟ ਆਪਣੇ ਖਾਤੇ ਵਿੱਚ ਬੈਂਕ ਜਮ੍ਹਾਂ ਕਰਵਾ। ਇੱਕ ਗੱਲ ਹੋਰ, ਤੇਰੀ ਭਾਬੀ 200 ਰੁਪਏ ਜੇਬ ਵਿੱਚ ਪਾ ਕੇ ਅਮਲੋ ਜਾਵੇ ਤੇ ਉਹਨਾਂ ਨੂੰ ਘੜੀ ਦੇ ਪੈਸੇ ਪੁੱਛ ਕੇ, ਜਿਹੜੀ ਉਹਨਾਂ ਰੀਤੀ ਦੇ ਸਿਰ ਚੋਰੀ ਕਰਨ ਦੀ ਲਾਈ ਸੀ, ਜਿੰਨੇ ਮੰਗਣ ਦੇ ਕੇ ਆਵੇ। ਇੱਕ ਨੋਟ 100 ਰੁਪਏ ਦਾ ਹੋਵੇ ਤੇ ਬਾਕੀ 10-10, 5-5 ਦੇ। ਘੜੀ ਉਹਨਾਂ ਦੀ ਵੱਧ ਤੋਂ ਵੱਧ 100 ਰੁਪਏ ਦੀ ਹੋਵੇਗੀ। ਜੇ ਉਹ ਕੀਮਤ ਦੱਸਣ ਨਾ ਤਾਂ ਆਪਣੇ ਆਪ 125 ਰੁਪਏ ਉਹਨਾਂ ਦੇ ਘਰ ਰੱਖ ਆਵੇ। ਨਹੀਂ ਤਾਂ ਤੂੰ ਤੇਰੀ ਭਾਬੀ ਤੇ ਪਾਲ ਜਿੰਨੇ ਠੀਕ ਸਮਝੋ ਰੱਖ ਆਇਓ, ਪਰ ਰੁਪਈਏ ਦਿਓ ਜ਼ਰੂਰ।
ਦਰਾਹੇ ਵਾਲਿਆਂ ਦੇ ਵੀ ਸਾਰੇ ਪੈਸੇ ਦੇ ਦੇਣੇ। ਸਭ ਦਾ ਇੱਕ ਇੱਕ ਪੈਸਾ ਇੱਕ ਹਫ਼ਤੇ ਦੇ ਅੰਦਰ ਲਾ ਦਿਓ ਤੇ ਅੱਗੋਂ ਸਭ ਕੁਝ ਨਗਦ ਲੈਣਾ ਹੈ। ਬਿਲਕੁਲ ਹੌਲੇ ਫੁੱਲ ਹੋ ਜਾਓ, ਛੇਤੀ ਹੀ ਹੋਰ ਵੀ ਭੇਜਾਂਗਾ। ਅੰਬ ਵੀ ਚੂਪਿਓ ਤੇ ਦੁੱਧ ਵੀ ਰੱਜ ਰੱਜ ਕੇ ਪੀਓ। ਇੱਕ ਗੱਲ ਹੋਰ, ਆਪਣੀ ਭਾਬੀ ਨੂੰ 200 ਰੁਪਏ ਜੇਬ ਖਰਚ ਲਈ ਦੇ ਦੀ। ਇਹ ਪੈਸੇ ਉਸ ਦੀ ਆਪਣੀ ਮਨਮਰਜ਼ੀ ਉੱਤੇ ਛੱਡ ਦੀ, ਚਾਹੇ ਖਰਚੇ ਚਾਹੇ ਰੱਖੇ। ਜੋਤੀ ਦੇ ਵਿਆਹ ਸਮੇਂ ਉਹ ਪਾਲ ਨਾਲ ਆਪਣੇ ਲਈ ਸੂਟ ਲੈਣ ਲਈ ਗਈ ਸੀ ਤਾਂ ਉਸ ਨੂੰ ਇੱਕ ਬਹੁਤ ਸੋਹਣਾ ਕੱਪੜਾ ਚੰਗਾ ਲੱਗਾ ਸੀ, ਪਰ ਮਹਿੰਗਾ ਕਰਕੇ ਲੈ ਨਹੀਂ ਸਕੀ ਤੇ ਫਿਰ ਇੱਕ ਹੋਰ ਲੈ ਲਿਆ ਜੋ ਬਹੁਤ ਸੋਹਣਾ ਨਹੀਂ ਸੀ ਲੱਗਦਾ। ਹੁਣ ਉਹ ਪਾਲ ਨਾਲ ਜਾਵੇ ਤੇ ਉਹੀਓ ਸੂਟ ਖਰੀਦ ਕੇ ਲਿਆਵੇ, ਆਪਣਾ ਚੌ ਪੂਰਾ ਕਰੇ। ਸੂਟ ਵਧੀਆ ਸੀਤਾ ਹੋਵੇ, ਕੁੜੀਆਂ ਆਪ ਸੀ ਦੇਣਗੀਆਂ। ਮੇਰਾ ਖਿਆਲ ਹੈ ਕਿ ਤੇਰੇ ਅਕਾਊਂਟ ਵਿੱਚੋਂ ਸਾਰਾ ਕਰਜ਼ਾ ਲਾ ਕੇ ਵੀ ਕੁਝ ਪੈਸੇ ਬਚੇ ਰਹਿਣਗੇ, ਪਰ ਹੋਰ ਵੀ ਤੈਨੂੰ ਹੀ ਭੇਜਾਂਗਾ। ਕਰਜ਼ੇ ਵਾਲੀਆਂ ਲਿਸਟਾਂ ਉੱਤੇ ਛੇਤੀ ਤੋਂ ਛੇਤੀ ਕਾਟਾ ਫੇਰ ਤੇ ਨਾਲੇ ਮੈਨੂੰ ਦੱਸ ਕਿ ਹੁਣ ਪੋਜੀਸ਼ਨ ਕੀ ਹੈ। ਸਾਰਾ ਕਰਜ਼ਾ ਲੈ ਗਿਆ ਜਾਂ ਅਜੇ ਬਾਕੀ ਰਹਿੰਦਾ ਹੈ? ਕਰਜ਼ਾ ਬਹੁਤਾ ਨਹੀਂ ਸੀ, ਆਮਦਨੀ ਹੀ ਘੱਟ ਸੀ, ਇਸ ਲਈ ਬਹੁਤਾ ਲੱਗਦਾ ਸੀ। ਬੱਬੂ ਪ੍ਰੈਟੀ ਨੂੰ ਬਹੁਤ ਪਿਆਰ। ਗਗਨ ਤਾਂ ਸ਼ਾਇਦ ਘੱਗੇ ਹੈ, ਕੁੜੀਆਂ ਨੂੰ ਵੀ ਮੇਰਾ ਪਿਆਰ। ਪਿਆਰ ਨਾਲ ਸੰਤੋਖ ਸਿੰਘ ਧੀਰ। ਮੇਰੇ ਪਿਆਰੇ ਪੁੱਤਰ ਨਵਰੀਤ, ਤੇਰੀ ਪਿਆਰੀ ਚਿੱਠੀ ਮਿਲੀ। ਫੇਲ ਹੋਣ ਦਾ ਫਿਕਰ ਨਾ ਕਰ, ਇਸ ਵਿੱਚ ਤੇਰਾ ਕਸੂਰ ਨਹੀਂ, ਸਾਡੇ ਵਿਦਿਅਕ ਮਹਿਕਮੇ ਦੇ ਢਾਂਚੇ ਦਾ ਕਸੂਰ ਹੈ। ਕਦੇ ਕਿਸੇ ਪਰਚੇ ਵਿੱਚੋਂ ਘੱਟ ਨੰਬਰ ਆ ਜਾਂਦੇ ਹਨ ਤੇ ਕਦੇ ਕਿਸੇ ਪਰਚੇ ਵਿੱਚੋਂ। ਭਲਾ ਜਿਹੜੇ ਪਰਚਿਆਂ ਵਿੱਚੋਂ ਬੰਦਾ ਪਾਸ ਹੋ ਜਾਂਦਾ ਹੈ ਉਹਨਾਂ ਦਾ ਫਿਰ ਦੁਬਾਰਾ ਕਿਸ ਲਈ ਇਮਤਿਹਾਨ ਲਿਆ ਜਾਵੇ? ਇਹ ਨਿਜ਼ਾਮ ਹੀ ਗੰਦਾ ਹੈ। ਤੇਰੇ ਚਾਚਾ ਜੀ FA ਅੰਗਰੇਜ਼ੀ ਵਿੱਚ 7-8 ਵਾਰ ਫੇਲ ਕੀਤੇ ਗਏ ਸਨ, ਪਰ ਹੌਸਲਾ ਨਹੀਂ ਹਾਰਿਆ। ਹੁਣ ਦੇਖ ਲੈ ਕਿੱਥੇ ਹੈ। ਹਾਂ, ਇੱਕ ਗੱਲ ਕਰਿਆ ਕਰ, ਜਦੋਂ ਪੁੱਤਰ ਪੜ੍ਹਦਾ ਹੋਵੇ ਨਾ ਉਦੋਂ ਸਿਰਫ ਪੜ੍ਹਿਆ ਕਰ, ਰੇਡੀਓ ਆਦਿ ਨਾ ਲਾਇਆ ਕਰ, ਇੱਕ ਮਨ ਹੋ ਕੇ ਪੜ੍ਹਿਆ ਕਰ। ਮੈਨੂੰ ਤੇਰੀ ਚਿੱਠੀ ਪੜ੍ਹ ਕੇ ਬੜੀ ਖੁਸ਼ੀ ਹੋਈ ਹੈ ਕਿ ਤੂੰ ਫੇਰ ਦੁਬਾਰਾ ਇਮਤਿਹਾਨ ਦੇਣਾ ਚਾਹੁੰਦਾ ਹੈ। ਸ਼ਾਬਾਸ਼ ਸ਼ਾਬਾਸ਼, ਇਹ ਬੜੀ ਹੀ ਚੰਗੀ ਗੱਲ ਹੈ। ਹੌਸਲਾ ਨਹੀਂ ਹਾਰਨਾ, ਤਕੜਾ ਹੋ ਕੇ ਅੱਗੇ ਵੱਧ। ਕੀ ਪਤਾ ਕਦੇ ਤੈਨੂੰ ਇੰਗਲੈਂਡ ਆਉਣਾ ਹੀ ਪੈ ਜੇ। ਸੋ ਅਜਿਹੀ ਹਾਲਤ ਵਿੱਚ ਪੜ੍ਹਾਈ ਕੰਮ ਹੀ ਆਉਂਦੀ ਹੈ, ਖਾਸ ਕਰ ਅੰਗਰੇਜ਼ੀ ਜਾਣਨਾ। ਇੱਥੇ ਮੌਸਮ ਬਹੁਤ ਚੰਗਾ ਹੈ, ਪਰ ਬਰਸਾਤ ਨਹੀਂ ਪੈਂਦੀ। ਕਦੇ ਕਣੀਆਂ ਪੈਂਦੀਆਂ ਹਨ ਤੇ ਕਦੇ ਧੁੱਪ ਹੋ ਜਾਂਦੀ ਹੈ। ਉਂਝ ਗਰਮ ਕੋਟ ਪਾਉਣਾ ਪੈਂਦਾ ਹੈ। ਠੰਡ ਤਾਂ ਅੱਗੇ ਹੋਵੇਗੀ। ਆਪਣੀ ਬੀਜੀ ਨੂੰ ਹੋਰ ਗੋਲੀਆਂ ਲਿਆ ਕੇ ਦੇਣੀਆਂ ਨੇ। ਜੇ ਹਾਲੇ 1000 ਨਹੀਂ ਤਾਂ 500 ਲੈ ਦੇਣੀਆਂ, ਪਰ ਖਾਵੇ ਲਗਾਤਾਰ ਉਹ। ਜਦ ਮੱਝ ਸੂਪੇ ਤਾਂ ਦੁੱਧ ਵੀ ਉਹ ਖੁੱਲ੍ਹਾ ਪੀਵੇ। ਤੁਸੀਂ ਸਾਰਿਆਂ ਨੇ ਵੀ ਖੁੱਲ੍ਹਾ ਪੀਣਾ। ਹਾਂ, ਆਪਣੇ ਚਾਚਾ ਜੀ ਦੀ ਹਰ ਗੱਲ ਨੂੰ ਮੰਨਦੇ ਰਹਿਣਾ। ਅਸੀਂ ਤੇਰਾ ਬਹੁਤ ਚੰਗਾ ਭਵਿੱਖ ਬਣਾਉਣਾ ਚਾਹੁੰਦੇ ਹਾਂ ਅਤੇ ਆਪਣੇ ਬੀਜੀ ਨੂੰ ਵੀ ਬੜੇ ਅਦਬ ਨਾਲ ਬੋਲਿਆ ਕਰ, ਰੁੱਖਾ ਨਹੀਂ ਬੋਲਣਾ। ਆਪਣੇ ਚਾਚਾ ਜੀ ਨੂੰ ਕਹੀਂ ਕਿ ਜੇ ਤੇਰੀ ਬੀਬੀ ਦੀ ਤਸਵੀਰ ਬਣਾਉਣੀ ਪੈ ਹੀ ਜਾਵੇ ਇੱਥੇ ਭੇਜਣ ਵਾਸਤੇ ਤਾਂ ਕਿਸੇ ਚੰਗੇ ਫੋਟੋਗ੍ਰਾਫਰ ਕੋਲੋਂ ਫੋਟੋ ਖਿਚਵਾਈ ਜਾਵੇ। ਪੋਜ ਸੋਹਣਾ ਤੇ ਸਾਈਡ ਦਾ ਹੋਵੇ। ਬਾਕੀ ਸਭ ਕੁਝ ਠੀਕ ਹੈ। ਮੇਰੀ ਉੱਕਾ ਹੀ ਚਿੰਤਾ ਨਹੀਂ ਕਰਨੀ। ਮੈਂ ਬਹੁਤ ਮੌਜਾਂ ਵਿੱਚ ਹਾਂ। ਵੱਡੀ ਗੱਲ, ਇੱਥੇ ਮੇਰੀ ਬਹੁਤ ਇੱਜ਼ਤ ਵੱਧ ਰਹੀ ਹੈ। ਬੜੇ ਹੀ ਪਿਆਰ ਨਾਲ ਤੇਰਾ ਪਾਪਾ ਸੰਤੋਖ ਸਿੰਘ ਧੀਰ। ਪਾਪਾ ਜੀ ਦਾ ਸੁਭਾਅ ਦੀਆਂ ਮੈਂ ਗੱਲਾਂ ਕਰਾਂਗਾ। ਉਹਨਾਂ ਦਾ ਜਿਹੜਾ ਸੁਭਾਅ ਇੰਨਾ ਨਰਮ ਤੇ ਇੰਨਾ ਚੰਗਾ ਸੀਗਾ। ਉਹਨਾਂ ਨੇ ਕਦੇ ਵੀ ਜ਼ਿੰਦਗੀ ਵਿੱਚ ਬੱਚਿਆਂ ਦੇ ਕਦੇ ਕੋਈ ਲੱਫੜ ਨਹੀਂ ਮਾਰਿਆ ਹੋਣਾ, ਕਦੇ ਵੀ। ਇਹ ਗੱਲ ਮੇਰੇ ਤਾਂ ਇਹ ਤੁਹਾਨੂੰ ਮੈਂ ਦੱਸ ਰਿਹਾ ਵੀ ਕਿਹੋ ਜਿਹਾ ਉਹਨਾਂ ਦਾ ਸੁਭਾਅ ਸੀਗਾ। ਇਹ ਬਹੁਤ ਛੋਟੀ ਜਿਹੀ ਗੱਲ। ਬੱਚੇ ਛੋਟੇ ਛੋਟੇ ਤੇ ਉਹਨਾਂ ਦੇ ਪੋਤੇ ਪੋਤਰੀਆਂ, ਉਹਨਾਂ ਨੇ ਸਕੂਲੋਂ ਆਉਣਾ 2, 2.5, 3, 4 ਸਾਲ ਦੇ ਬੱਚੇ। ਉਹਨਾਂ ਨੇ ਆ ਕੇ ਪਾਪਾ ਜੀ ਨੂੰ ਦੇਖਣਾ ਵੀ ਬੈਠੇ ਲਿਖਦੇ ਨੇ, ਐਂ ਕਰਕੇ ਹੱਥ ਕੋਲੋਂ ਜਦੋਂ ਵੀ ਲਿਖਦੇ ਤੇ ਨਾਲ ਕਲਮ ਨਾਲ ਹੱਥ ਉਹਨਾਂ ਟੇਬਲ ਉੱਤੇ ਮਾਰਦੇ ਰਹਿ ਜਾਂਦੇ। ਬੱਚਿਆਂ ਨੇ ਦੇਖੀ ਜਾਣਾ ਕੀ ਗਾ ਪਾਪਾ ਜੀ ਐਂ ਹੱਥ ਕਿਉਂ ਮਾਰਦੇ ਨੇ ਟੇਬਲ 'ਤੇ, ਵੀ ਉਹ ਲਿਖ ਰਹੇ ਨੇ ਪੜ੍ਹ ਰਹੇ ਨੇ। ਜਦੋਂ ਵੀ ਉਹਨਾਂ ਨੇ ਕੋਈ ਉਹ ਕਰਨਾ ਉਹਨਾਂ ਦੇ ਨਾਲ ਉਹਨੇ ਹੱਥ ਲਿਖਣਾ, ਨਾਲ ਉਹ ਪ੍ਰੂਫ ਪੜ੍ਹਦੇ ਤੇ ਆਪਣਾ ਹੱਥ ਚਲਾਉਂਦੇ ਸੀਗੇ। ਉਹ ਐਂ ਟਿਕੇ ਹੋਏ ਆਪਣੇ ਮਨ ਨਾਲ ਉਹਨਾਂ ਨੇ ਕੰਮ ਕਰੀ ਜਾਣਾ। ਬੱਚੇ ਜੋ ਮਰਜ਼ੀ ਕਰੀ ਜਾਣ, ਉਹ ਕਦੇ ਉਹਨਾਂ ਨੇ ਜ਼ਿੰਦਗੀ 'ਚ ਇਹ ਦੇਖਿਆ ਨਹੀਂ ਵੀ ਕਿਆ ਹੈ। ਬੱਚਿਆਂ ਨਾਲ ਦਾ ਪਿਆਰ ਦੀ ਮੈਂ ਗੱਲ ਦੱਸੀ ਵੀ ਉਹਨਾਂ ਦਾ ਸੁਭਾਅ ਕਿੰਨਾ ਨਰਮ ਸੀ। ਇੱਕ ਵਾਰ ਕਿਆ ਹੋਇਆ ਵੀ ਚੈੱਕ ਆਇਆ ਪਿਆ, ਚਿੱਠੀ ਡਾਕ ਪੱਤਰ ਆ ਜਾਂਦਾ ਜੀ ਆਪੇ ਦੁਪਹਿਰ ਦਾ ਟਾਈਮ ਪਏ ਦੇ ਪਾਸਾ ਲਈ। ਬੱਚੇ ਆ ਗਏ ਸਕੂਲੋਂ, ਆ ਕੇ ਉੱਥੇ
ਕੱਪੜੇ ਉੱਪੜੇ ਲਾਹੇ, ਉੱਤੇ ਬੈਠੇ। ਜਦ ਦੇਖਿਆ ਪਾਪਾ ਜੀ ਦੀ ਕੁਰਸੀ ਖਾਲੀ ਹੈ, ਉੱਤੇ ਬੈਠ ਕੇ ਘੜੀਸ ਕੇ ਉੱਪਰ ਚੱਕ ਕੇ ਛੋਟੇ ਨੇ ਪੈਨ ਚੱਕਿਆ, ਲਿਖਣਾ ਸ਼ੁਰੂ ਕਰਤਾ। ਪਾਪਾ ਜੀ ਮੜਾ ਪੁੱਛਿਆ ਵੀ ਕੌਣ ਹੈ? ਮੈਂ ਆ ਪਾਪਾ ਜੀ। ਕਹਿੰਦਾ ਅੱਛਾ ਕੀ ਕਰਦਾ ਹੈ? ਬਸ ਮੈਂ ਲਿਖ ਰਹੇ ਹਾਂ, ਪੜ੍ਹ ਰਹੇ ਹਾਂ। ਇੰਨਾ ਕਿਹਾ ਨਹੀਂ, ਉਹਨਾਂ ਨੇ ਚੱਕਿਆ ਪੈਨਸਲ ਨਾਲ ਚੱਕੀ, ਉਹਨਾਂ ਦੀ ਕਾਟਾ ਮਾਰ, ਉੱਤੇ ਮਾਰ, ਪਾੜ ਕੇ ਕਾਗਜ਼ ਥੱਲੇ ਸੁੱਟਦੇ ਟੋਕਰੀ 'ਚ। ਵਿੱਚੇ ਇੱਕ ਚੈੱਕ ਆਇਆ ਹੋਇਆ 1200-1500 ਦਾ ਚੈੱਕ ਆਇਆ ਹੋਇਆ, ਉਹ ਵੀ ਨਾਲ ਹੀ ਪਾੜ ਕੇ ਵਿੱਚ ਸੁੱਟਤਾ। ਉੱਠੇ ਵੀ ਇਹ ਕੀ ਹੋ ਗਿਆ? ਕਹਿੰਦੇ ਤੁਸੀਂ ਤਾਂ ਵੀ ਪਾੜ ਕੇ ਐਂ ਸੁੱਟ ਦਿੰਦੇ ਹੋ, ਮੈਂ ਤਾਂ ਲਿਖ ਰਿਹਾ ਸੀ, ਮੈਂ ਤਾਂ ਪੜ੍ਹ ਕੇ ਥੱਲੇ ਸੁੱਟਦੇ। ਪਾੜਿਆ ਤੁਸੀਂ ਵੀ ਪਾੜ ਦਿੰਦੇ ਹੋ ਕਾਗਜ਼। ਕਹਿੰਦਾ ਮੈਂ ਇਹ ਚੈੱਕ ਬੇਟੇ ਪੜ੍ਹਦਾ, ਮੈਂ ਤਾਂ ਲਿਫਾਫਾ ਹੋਇਆ ਕੋਈ ਫਾਲਤੂ ਚੀਜ਼ ਹੋਈ ਉਹ ਪਾੜ ਕੇ ਥੱਲੇ ਸੁੱਟਦਾ। ਚਲੋ ਫਿਰ ਫੋਨ ਕਰਕੇ ਦੁਬਾਰਾ ਦੱਸਿਆ, ਚੈੱਕ ਦੁਬਾਰਾ ਬਣਿਆ ਤੇ ਆਇਆ। ਇਹਨਾਂ ਬੱਚਿਆਂ ਨਾਲ ਪਿਆਰ ਤੇ ਕਦੇ ਵੀ ਉਹਨਾਂ ਨੇ ਘੂਰੇ ਨਹੀਂ। ਉਹ ਕਵੀ ਹੈ ਜਾਂ ਕਹਾਣੀਕਾਰ, ਕਹਾਣੀਕਾਰ ਹੈ ਜਾਂ ਨਾਵਲਕਾਰ, ਨਾਵਲਕਾਰ ਹੈ ਜਾਂ ਕੋਈ ਹੋਰ ਕਾਰ, ਸਭ ਤੋਂ ਪਹਿਲਾਂ ਉਹ ਲੁਕਾਈ ਦਾ ਕਲਮਕਾਰ ਹੈ। ਉਸ ਦੀ ਹਰ ਰਚਨਾ ਦੀ ਤਹਿ ਵਿੱਚ ਝੁੱਗੀਆਂ ਤੇ ਢਾਰਿਆਂ ਵਿੱਚ ਵਸਣ ਵਾਲੇ ਲੋਕਾਂ ਦੀ ਪੀੜ ਹੈ, ਦੱਬੇ ਕੁਚਲੇ ਲੋਕਾਂ ਦਾ ਦਰਦ ਹੈ, ਬੇਬਸ ਤੇ ਲਾਚਾਰ ਲੋਕਾਂ ਦੀ ਆਵਾਜ਼ ਹੈ, ਤੇ ਮਹਿਲੀਂ ਵਸਦੇ ਲੁਟੇਰਿਆਂ ਦੇ ਖਿਲਾਫ ਬੋਲਣ ਦੀ ਜ਼ਰੂਰਤ ਹੈ। ਵਹਿਣਾਂ ਦੇ ਉਲਟ ਬਹਿਣ ਦਾ ਜਜ਼ਬਾ ਹੈ। ਤੇਰਾ ਲੁੱਟਿਆ ਸ਼ਹਿਰ ਪੰਬੋਰ ਨੀ ਸੱਸੀਏ ਬੇਖਬਰੇ, ਇਨੀ ਹੋਤ ਕਚਾਵਿਆਂ ਵਾਲੇ ਇਹ ਡਾਕੂ ਨੇ ਹੋਰ ਸੱਸੀਏ ਬੇਖਬਰੇ। ਘਰ ਚਿਕੜੇ ਵਿੱਚ ਕਾਲੀਆਂ ਖੇਡਾਂ ਖੇਡ ਰਹੇ ਨੇ ਚੋਰ ਸੱਸੀਏ ਬੇਖਬਰੇ। ਜਾਗ ਨੀ ਸੱਸੀਏ ਨੀਂਦਾ ਮਤੀਏ, ਸਿਰ ਤੇ ਆ ਗਈ ਭੋਰ ਸੱਸੀਏ ਬੇਖਬਰੇ। ਇਹਨਾਂ ਦਰ ਅਬਦਾਲੀ ਅੱਜ ਦੇ ਸ਼ਕਲਾਂ ਭਾਵੇਂ ਹੋਰ ਸੱਸੀਏ ਬੇਖਬਰੇ। ਸਮਾਂ ਹੈ ਜਾਂਦਾ ਧੂੜਾਂ ਪੁੱਟਦਾ, ਨਾਲ ਮਿਲਾ ਲੈ ਤੋੜ ਸੱਸੀਏ ਬੇਖਬਰੇ। ਤੇਰਾ ਲੁੱਟਿਆ ਸ਼ਹਿਰ ਪੰਬੋਰ ਸੱਸੀਏ ਬੇਖਬਰੇ। ਤੇਰਾ ਲੁੱਟਿਆ ਸ਼ਹਿਰ ਪੰਬੋਰ ਸੱਸੀਏ ਬੇਖਬਰੇ। ਤੇਰਾ ਲੁੱਟਿਆ ਸ਼ਹਿਰ ਪੰਬੋਰ ਸੱਸੀਏ ਬੇਖਬਰੇ। ਸੰਤੋਖ ਸਿੰਘ ਧੀਰ ਵਗਦੇ ਪਾਣੀਆਂ ਵਾਂਗ ਵਕਤ ਦੀਆਂ ਕੰਨੀਆਂ ਫੜ ਕੇ ਵਗਦਾ ਰਿਹਾ। ਇੱਕ ਪਾਸੇ ਉਹ ਕਿਰਤੀਆਂ ਦੀ ਬਾਹ ਫੜਨ ਲਈ ਅਤੇ ਮਜ਼ਲੂਮਾਂ ਲਈ ਲੜਨ ਲਈ ਗੁਰਮਤ ਵਿਚਾਰਧਾਰਾ ਦਾ ਹਾਮੀ ਰਿਹਾ, ਤੇ ਦੂਜੇ ਪਾਸੇ ਆਜ਼ਾਦੀ ਲਈ ਲੜੇ ਗਏ ਸੰਗਰਾਮ, ਵੱਖ-ਵੱਖ ਸਮਿਆਂ 'ਤੇ ਚੱਲੇ ਕਿਸਾਨ ਅੰਦੋਲਨਾਂ ਤੇ ਖੱਬੇ ਪੱਖੀ ਪ੍ਰਗਤੀਵਾਦੀ ਲਹਿਰ ਤੇ ਸੰਸਾਰ ਅਮਨ ਲਹਿਰ ਵਰਗੀਆਂ ਲਹਿਰਾਂ ਦੇ ਅੰਗ ਸੰਗ ਵਿਚਰਦਾ ਰਿਹਾ। ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਨਾਟ ਰੂਪਾਂਤਰਨ ਦੇ ਰੂਪ ਦੇ ਵਿੱਚ ਮੰਚਾਂ 'ਤੇ ਖੇਡੀਆਂ ਜਾਂਦੀਆਂ ਰਹੀਆਂ। ਉਹਨਾਂ ਦੀ ਇੱਕ ਕਿਤਾਬ ਸੀ ਅਮਨ ਦੀਆਂ ਬੋਲੀਆਂ, ਧਰਤੀ ਮੰਗਦੀ ਮੀਂਹ ਦੇ। ਇਹ 1952 ਦੀ ਕੋਈ ਜੁਲਾਈ ਦਾ ਹੀ ਮਹੀਨਾ ਸੀਗਾ, ਜਦੋਂ ਇਸ ਦਾ ਅਸੀਂ ਬੋਲੀਆਂ ਦਾ ਇੱਕ ਸੰਗੀਤ ਰੂਪਕ ਜਿਹਾ ਬਣਾ ਕੇ ਗੁਰਬਖਸ਼ ਸਿੰਘ ਪ੍ਰੀਤਲੀ ਹੋਰਾਂ ਦੀ ਬੇਟੀ ਦਿੱਲੀ ਤੋਂ ਆਈ ਸੀ ਪ੍ਰਤਿਮਾ, ਉਸ ਨੇ ਅਸੀਂ ਜਲੰਧਰ ਦੀ ਕਾਨਫਰੰਸ ਦੇ ਵਿੱਚ ਇਹ ਪੇਸ਼ ਕੀਤਾ ਸੀ, ਜਦੋਂ ਕਿ ਹੋਰ ਵੀ ਬਹੁਤ ਸਾਰੇ ਨਾਲ ਆਈਟਮ ਸੀਗੇ। ਤੇ ਪ੍ਰਤਿਮਾ ਨੇ, ਅਸੀਂ 8 ਕੁੜੀਆਂ ਸੀ, 4 ਇੱਕ ਪਾਸੇ ਆਉਂਦੀਆਂ ਸੀ, 4 ਇੱਕ ਪਾਸੇ। ਸੋ ਉਹ ਇੰਨਾ ਵਧੀਆ ਉਹ ਹੋਇਆ ਪ੍ਰੋਗਰਾਮ। ਤੇ ਅਮਨ ਦੀਆਂ ਬੋਲੀਆਂ, ਮੈਂ ਹੈਰਾਨ ਹੁੰਦੀ ਹਾਂ ਵੀ ਇੰਨੀਆਂ ਵਧੀਆ ਇਹਨਾਂ ਨੇ ਉਹ ਬੋਲੀਆਂ ਲਿਖੀਆਂ ਸੀ। ਸੁਰਿੰਦਰ ਕੌਰ ਸਾਡੇ ਨਾਲ ਸੀ, 9ਵੀਂ, ਅਸੀਂ 8 ਕੁੜੀਆਂ ਸੀ, ਤੇ ਸੁਰਿੰਦਰ ਕੌਰ ਹਰ ਇੱਕ ਅਸੀਂ ਵੱਖਰੇ ਵੱਖਰੇ ਸੂਬਿਆਂ ਦੇ ਲਿਬਾਸ ਵਿੱਚ ਸੀ, ਤੇ ਵੱਖਰੇ, ਕੋਈ ਗੁਜਰਾਤਣ ਬਣੀਏ, ਕੋਈ ਮਦਰਾਸਣ, ਕੋਈ ਰਾਜਸਥਾਨਨ। ਸੁਰਿੰਦਰ ਕੌਰ ਪੰਜਾਬਣ ਜੱਟੀ ਬਣੀ ਸੀ, ਘੜਾ ਚੁੱਕ ਕੇ ਸਟੇਜ ਤੇ ਸਭ ਤੋਂ ਪਹਿਲਾਂ ਆਈ ਸੀ। ਉਹਨੇ ਆਪਣੀ ਬੋਲੀ ਗਾਈ ਸੀ, ਕਾਲਿਆ ਹਰਨਾ ਬਾਗੀ ਚਰਨਾ ਕੱਲਰ ਲਿਸ਼ਕਾ ਮਾਰੇ। ਔਰ ਅੱਗੇ ਲਾਸਟ ਉਹਦੀ ਲਾਈਨ ਸੀ, ਨੀਲੇ ਅੰਬਰ ਵਿੱਚ ਉੱਡਦੀ ਘੁੱਗੀ ਆਵਾਜ਼ ਅਮਨ ਨੂੰ ਮਾਰੇ। ਫਿਰ ਘੁੱਗੀਆਂ ਬਣ ਕੇ ਅਸੀਂ 4 ਉਧਰੋਂ 4 ਉਧਰੋਂ ਕੁੜੀਆਂ ਆ ਜਾਂਦੇ ਹਾਂ, ਇਹ ਗਾਈ ਜਾਂਦੇ ਹਾਂ, ਨੀਲੇ ਅੰਬਰ ਵਿੱਚ ਉੱਡਦੀ ਘੁੱਗੀ ਆਵਾਜ਼ ਅਮਨ ਨੂੰ ਮਾਰੇ। ਇਸ ਦੇ ਨਾਲ ਫਿਰ ਉਸ ਤੋਂ ਬਾਅਦ ਮੇਰੀ ਬੋਲੀ ਵੀ ਆ ਗਈ ਸੀ, ਤੇ ਮੈਂ ਬੋਲੀ ਗਾਈ ਸੀ, ਕਾਲਿਆ ਹਰਨਾ ਬਾਗੀ ਚ ਚਰਨਾ ਉਹਨਾਂ ਦੀ ਸੀ, ਮੇਰੀ ਸੀ, ਕੱਲਰ ਦੇ ਵਿੱਚ ਪਿਆ ਪਟਾਕਾ ਲਿਸ਼ਕ ਰਹੀਆਂ ਸਰਵਾਈਆਂ, ਚਰਦਾ ਸਿੰਘ ਚਰਾਂਦਾ ਹਰੀਆਂ ਹੇੜਾਂ ਕਿਧਰੋਂ ਆਈਆਂ, ਦੂਰ ਖੜੀ ਮੇਰੀ ਹਰਨੀ ਉਡੀਕੇ ਅੱਖੀਆਂ ਭਰ ਛਿਲਕਾਈਆਂ, ਨਗਰਾਂ ਵਿੱਚੋਂ ਧੂਆਂ ਉੱਡਿਆ ਮੂੰਹ ਤੇ ਉੱਡਣ ਹਵਾਈਆਂ।
ਕੋਠੇ ਚੜ ਚੜ ਵੈਣ ਪਾਉਂਦੀਆਂ, ਨਾਰਾਂ ਸੱਜ ਵਿਆਹੀਆਂ। ਨੀ ਗੱਡੀਏ ਤੇਰੇ ਪਹੀਏ ਟੁੱਟ ਜਾਣ, ਚਾਰੇ ਟੁੱਟ ਜਾਣ ਬਾਈਆਂ, ਗੱਭਰੂ ਤੈਂ ਢੋਲੇ, ਨਾਰਾਂ ਦੇਣ ਦੁਹਾਈਆਂ। ਫਿਰ ਸਾਰੀਆਂ ਮਗਰ ਲੱਗ ਜਾਂਦੀਆਂ ਸੀ। ਉਸ ਤੋਂ ਬਾਅਦ ਇਦਾਂ ਹੀ ਬਾਰ-ਬਾਰ ਕੁੜੀਆਂ ਨੇ ਬੋਲੀਆਂ ਪਾਈਆਂ ਤੇ ਲਾਸਟ ਜਿਹੜੀ ਬੋਲੀ ਸੀ ਜਿਸ ਤੇ ਇਹ ਖਤਮ ਅਸੀਂ ਕਰਦੀਆਂ ਸੀ, ਉਹ ਸੀ ਸੁਣੋ ਜਵਾਨੋ ਤੇ ਮਟਿਆਰੋ। ਮੈਨੂੰ ਜ਼ੁਬਾਨੀ ਯਾਦ ਨੇ, ਕਿਤਾਬ ਮੇਰੇ ਕੋਲੇ ਹੈ ਨਹੀਂ, ਪਟਿਆਲੇ ਪਈ ਹੈ। ਸੁਣੋ ਜਵਾਨੋ ਤੇ ਮਟਿਆਰੋ, ਸੁਣ ਲੋ ਮਨ ਚਿਤ ਲਾ ਕੇ, ਧਨੀਆਂ ਨੇ ਹੈ ਨੇਰ ਮਚਾਇਆ, ਮੁੜ ਮੁੜ ਲਾਮਾ ਲਾ ਕੇ। ਵਸਦੇ ਸ਼ਹਿਰ ਬਣਾਏ ਖੋਲੇ, ਐਟਮ ਬੰਬ ਬਰਾ ਕੇ, ਤੀਜੀ ਜੰਗ ਪਈ ਬੜਕਾ ਮਾਰੇ, ਸਿੰਘਾਂ ਤੇ ਮਿੱਟੀ ਜਾ ਕੇ। ਏਕੇ ਦਾ ਬੰਨ ਬਣ ਕੇ, ਰੋਕੋ ਜੰਗ ਨੂੰ ਆ ਕੇ। ਅਸੀਂ ਏਕੇ ਦਾ ਬੰਨ ਬਣ ਜਾਂਦੀਆਂ ਸੀ ਫਿਰ ਖੂਬ ਗਾਉਂਦੀਆਂ ਸੀ। ਸੁਰਿੰਦਰ ਕੌਰ ਸਾਡੇ ਨਾਲ ਰਲ ਜਾਂਦੀ ਸੀ। ਫਿਰ ਸੁਰਿੰਦਰ ਕੌਰ ਵਿੱਚੋਂ ਗਾਉਂਦੀ ਸੀ, ਅੰਮ੍ਰਿਤ ਵੇਲੇ ਬੋਲਿਆ ਬੰਬੀਹਾ, ਆਪਣੀ ਆਵਾਜ਼ ਬਹੁਤ ਸੁਰ ਨਾਲ। ਧੁੰਦ ਕਿਰਨਾਂ ਨੇ ਛਾਣੀ, ਹੁਣ ਨਹੀਂ ਰਹਿਣਾ ਧਰਤੀ ਉੱਤੇ ਨਾ ਕੋਈ ਰਾਜਾ ਨਾ ਰਾਣੀ। ਦਹਿ ਦਿਸ਼ਾ ਵਿੱਚ ਇਕੱਠੇ ਹੋ ਗਏ ਨਵੇਂ ਯੁਗਾਂ ਦੇ ਹਾਣੀ। ਦਹਿ ਦਿਸ਼ਾ ਵਿੱਚ ਇਕੱਠੇ ਹੋ ਗਏ ਨਵੇਂ ਯੁਗਾਂ ਦੇ ਹਾਣੀ। ਏਕੇ ਦੀ ਕੰਧ ਬਣ ਕੇ, ਰੋਕੋ ਜੰਗ ਨੂੰ ਆ ਕੇ। ਤੇ ਫਿਰ ਇਸ ਤਰ੍ਹਾਂ ਸੀ ਅਖੀਰ ਦੇ ਵਿੱਚ ਅਸੀਂ ਸਾਰੀਆਂ ਆਪਣੇ ਆਪਣੇ ਥਾਵਾਂ ਤੇ ਗਾਉਂਦੀਆਂ, ਨਵੇਂ ਯੁੱਗਾਂ ਵਿੱਚ ਇਕੱਠੇ ਹੋ ਗਏ ਨਵੇਂ ਯੁੱਗਾਂ ਦੇ ਹਾਣੀ। ਇਹ ਗਾਉਂਦੇ ਅਸੀਂ ਸਾਰੇ ਚਲੇ ਜਾਂਦੇ ਸੀ। ਸੰਤੋਖ ਸਿੰਘ ਧੀਰ ਸਾਹਿਬ ਦੀਆਂ ਅਨੇਕਾਂ ਕਹਾਣੀਆਂ ਪ੍ਰਸਿੱਧ ਨੇ। ਜੇ ਪ੍ਰਸਿੱਧਾਂ ਚੋਂ ਪ੍ਰਸਿੱਧ ਲੱਭਣੀ ਹੋਵੇ ਤਾਂ ਉਹਨਾਂ ਦੀਆਂ ਜਿਹੜੀਆਂ 5 ਜਾਂ 6 ਸਭ ਤੋਂ ਵਧੀਆ ਕਹਾਣੀਆਂ ਮੈਨੂੰ ਲੱਗਦੀਆਂ ਨੇ, ਉਹਨਾਂ 'ਚੋਂ ਇੱਕ ਮੰਗੋ ਹੈ। ਬਹੁਤ ਚਿਰ ਤੋਂ ਪੜ੍ਹਦੇ ਆ ਰਹੇ ਸੀ ਧੀਰ ਸਾਹਿਬ ਨੂੰ, ਤੇ ਜਦੋਂ ਦੂਰਦਰਸ਼ਨ ਦੇ ਉੱਤੇ ਮੈਂ ਅਡੈਪਟੇਸ਼ਨ ਜਾਂ ਉਹਨਾਂ ਚੰਗੀਆਂ ਕਹਾਣੀਆਂ ਨੂੰ ਟੀਵੀ ਰੂਪਾਂਤਰ ਕਰਨ ਦੀ ਮੈਨੂੰ ਮੌਕਾ ਮਿਲਿਆ ਤਾਂ ਮੇਰਾ ਜੀ ਕੀਤਾ ਕਿ ਧੀਰ ਸਾਹਿਬ ਦੀ ਕਹਾਣੀ ਮੰਗੋ ਜ਼ਰੂਰ ਲੋਕਾਂ ਦੇ ਸਾਹਮਣੇ ਆਵੇ। ਔਖਾ ਕੰਮ ਸੀਗਾ ਕਿਉਂਕਿ ਉਹ ਪਸ਼ੂਆਂ ਦੀ ਕਹਾਣੀ ਸੀ, 2 ਗਾਵਾਂ ਦੀ ਕਹਾਣੀ ਸੀ, ਬੰਦਿਆਂ 'ਚ ਵਿਚਰਦੀ ਪਸ਼ੂ ਬਿਰਤੀ ਦੀ ਕਹਾਣੀ ਸੀ ਤੇ ਪਸ਼ੂਆਂ 'ਚ ਬਿਰਾਜਮਾਨ ਮਾਨਵਤਾ ਦੀ ਕਹਾਣੀ ਸੀਗੀ। ਈਗੋ ਦਾ ਕਲੈਸ਼ ਸੀ, ਸਾਡੇ ਪਿੰਡਾਂ ਦੀ ਆਮ ਜਨ ਜੀਵਨ ਦੀ ਤਰਜਮਾਨੀ ਕਰਦੀ ਸੀ। ਤੇ ਉਹ ਕਹਾਣੀ ਦੂਰਦਰਸ਼ਨ ਤੇ ਉਹਨੂੰ ਲਿਖਣ ਦਾ, ਮੁੜ ਕੇ ਉਹਨੂੰ ਮੈਨੇਜ ਕਰਨ ਦਾ, ਉਹ 'ਚ ਰੋਲ ਕਰਨ ਦਾ, ਕਿੰਨੇ ਸਾਰੇ ਕੰਮ ਅਸੀਂ ਸੰਭਾਲ ਲਏ। ਸੁਰਿੰਦਰ ਸ਼ਰਮਾ ਜੀ ਨੇ ਡਾਇਰੈਕਟ ਕੀਤੀ। ਜਟਾਣਾ ਉੱਚਾ ਜਿੱਥੇ ਮੈਂ ਪੜ੍ਹਾਉਂਦਾ ਸੀਗਾ, ਉੱਥੋਂ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਤੇ ਉਹ ਕਹਾਣੀ ਦੂਰਦਰਸ਼ਨ ਦੇ ਲਈ ਅੱਜ ਵੀ ਇੱਕ ਸੁਨਹਿਰੀ ਐਸੈਟ ਹੈ। ਵਾਰ-ਵਾਰ ਦਿਖਾਈ ਜਾਂਦੀ ਹੈ, ਪਤਾ ਨਹੀਂ ਕਿੰਨੀ ਵਾਰ ਦੂਰਦਰਸ਼ਨ ਨੇ ਦਿਖਾਈ ਹੋਊਗੀ। ਸੋ ਸੰਤੋਖ ਸਿੰਘ ਧੀਰ ਜਿਨੇ ਦੇਖਣ ਤੋਂ ਬਾਅਦ ਮੈਨੂੰ ਬੜੀ ਵੱਡੀ ਸ਼ਾਬਾਸ਼ ਦਿੱਤੀ, ਚਿੱਠੀਆਂ ਲਿਖੀਆਂ। ਉਹ ਧੀਰ ਸਾਹਿਬ ਜੀ ਤੋਂ ਸਾਰੇ ਦੂਰਦਰਸ਼ਨ ਵਾਲੇ ਬਹੁਤ ਡਰਦੇ ਸੀਗੇ ਕਿ ਧੀਰ ਸਾਹਿਬ ਦੀ ਕਹਾਣੀ 'ਚ ਜੇ ਕੋਈ ਨੁਕਸ ਰਹਿ ਗਿਆ ਤਾਂ ਉਹ ਤਾਂ ਬਹੁਤ ਕਲਾਸ ਲਾਉਂਦੇ ਨੇ। ਉਹਨਾਂ ਨੇ ਨਵਾਂ ਜ਼ਮਾਨਾ ਦੇ ਵਿੱਚ ਝਾੜੀਆਂ ਦਾ ਫੁੱਲ ਕਾਲਮ ਦੇ ਵਿੱਚ ਇੱਕ ਪੂਰਾ ਕਾਲਮ, ਸ਼ਾਇਦ ਅੱਧੇ ਸਫ਼ੇ ਦਾ ਹੋਏਗਾ ਜਾਂ ਲੰਬਾ ਸੀ, ਉਹ ਇਸ ਫਿਲਮ ਬਾਰੇ, ਮੇਰੇ ਬਾਰੇ, ਉਹਦੇ 'ਚ ਆਪਣੇ ਪਿੰਡਾਂ ਦੀ ਬੋਲੀ ਬਾਰੇ ਲਿਖਿਆ। ਤੇ ਮੈਨੂੰ ਲੱਗਦਾ ਹੈ ਕਿ ਅਸੀਂ ਧੀਰ ਸਾਹਿਬ ਨੂੰ ਖੁਸ਼ ਕਰਨ 'ਚ ਕਾਮਯਾਬ ਹੋਏ, ਉਹਨਾਂ ਦੀ ਕਹਾਣੀ ਨੂੰ ਫੜਨ 'ਚ ਕਾਮਯਾਬ ਹੋਏ। ਇਹ ਟੀਮ ਵਰਕ ਸੀ, ਪਰ ਅਸੀਂ ਉਹਨਾਂ ਸਾਰਿਆਂ ਵੱਲੋਂ ਧੀਰ ਸਾਹਿਬ ਦਾ ਇਸ ਲਈ ਧੰਨਵਾਦ ਕਰਦੇ ਹਾਂ ਕਿ ਸਾਡੇ 'ਤੇ ਭਰੋਸਾ ਕਰਕੇ ਉਹਨਾਂ ਨੇ ਸਾਨੂੰ ਕਹਾਣੀ ਦੂਰਦਰਸ਼ਨ 'ਤੇ ਪੇਸ਼ ਕਰਨ ਦਾ ਮੌਕਾ ਦਿੱਤਾ। ਪਰ ਅਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਮਿਆਰਾਂ 'ਤੇ ਜ਼ਰੂਰ ਖਰੇ ਉਤਰੀਏ। ਸੋ ਕੋਸ਼ਿਸ਼ ਕੀਤੀ। ਧੀਰ ਸਾਹਿਬ ਦਾ ਥਾਪੜਾ ਆਸ਼ੀਰਵਾਦ ਅੱਜ ਵੀ ਸਾਨੂੰ ਹੌਸਲਾ ਦਿੰਦਾ ਹੈ, ਨਿੱਘ ਦਿੰਦਾ ਹੈ। ਉਹ ਚਲੇ ਗਏ
ਪਰ ਮੰਗੋ ਵਰਗੀਆਂ ਕਹਾਣੀਆਂ ਨੇ ਕਦੇ ਮਰਨਾ ਨਹੀਂ ਹੈ। ਉਸ ਦੀਆਂ ਕਵਿਤਾਵਾਂ ਤੇ ਕਹਾਣੀਆਂ ਦੇ ਰੰਗ ਉਸ ਦੇ ਆਪਣੇ ਦੌਰ ਵਿੱਚ ਹੀ ਨਹੀਂ ਖਿੜਦੇ ਸਨ, ਬਲਕਿ ਵਕਤ ਦੇ ਨਾਲ ਹਰ ਦੌਰ ਵਿੱਚ ਉਸ ਦੀਆਂ ਕਹਾਣੀਆਂ ਪਹਿਲਾਂ ਨਾਲੋਂ ਵੀ ਵੱਧ ਪੜ੍ਹੀਆਂ ਜਾਂਦੀਆਂ ਰਹੀਆਂ ਤੇ ਅੱਜ ਵੀ ਪੜ੍ਹੀਆਂ ਜਾ ਰਹੀਆਂ ਹਨ। ਉਸ ਦੀਆਂ ਕਵਿਤਾਵਾਂ ਉਸ ਦੇ ਆਪਣੇ ਦੌਰ ਦੇ ਵਿੱਚ ਹੀ ਲੋਕਾਂ ਨੇ ਨਹੀਂ ਬੋਲੀਆਂ, ਬਲਕਿ ਅੱਜ ਵੀ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਮੰਚਾਂ ਤੋਂ ਉਹਨਾਂ ਦੀਆਂ ਕਵਿਤਾਵਾਂ ਦਾ ਉਚਾਰਨ ਕਰ ਰਹੀ ਹੈ। ਪੇਸ਼ ਹੈ ਸੰਤੋਖ ਸਿੰਘ ਧੀਰ ਜੀ ਦੀ ਕਵਿਤਾ ਇੱਥੇ ਬੋਲਣ ਦੀ ਨੀ ਜਾਣੀ। ਕੀ ਬੋਲਾਂ ਕੀ ਨਾ ਬੋਲਾਂ ਮੈਂ, ਕਿੰਜ ਭੇਤ ਦਿਲੇ ਦਾ ਖੋਲਾਂ ਮੈਂ, ਕਿਸ ਅੱਗੇ ਦੁਖੜਾ ਫੋਲਾਂ ਮੈਂ, ਲੈ ਆਂਦਾ ਨੱਕ 'ਚ ਸਾਮੀਆਂ ਇੱਥੇ ਬੋਲਣ ਦੀ ਨੀ ਜਾਣੀਆਂ। ਅਸੀਂ ਘਿਰ ਗਏ ਕਾਲੀਆਂ ਨਹਿਰਾਂ ਵਿੱਚ, ਝਖੜਾਂ ਵਿੱਚ ਕਾਲੀਆਂ ਕਹਿਰਾਂ ਵਿੱਚ, ਨਾ ਆਰ ਕਿਤੇ ਨਾ ਪਾਰ ਕਿਤੇ, ਸਾਨੂੰ ਦਿਸਦਾ ਨਹੀਂ ਕੋਈ ਰਾਮੀਆਂ ਇੱਥੇ ਬੋਲਣ ਦੀ ਨੀ ਜਾਮੀਆਂ। ਇੱਥੇ ਪੰਛੀ ਚਹਿਕ ਸਕਣ ਨਾ, ਫੁੱਲ ਬੂਟੇ ਟਹਿਕ ਸਕਣ ਨਾ, ਇੱਥੇ ਪਹਿਰਾ ਚੰਦਰੀ ਪੱਤ ਚੜਦਾ, ਇੱਥੇ ਬੁਲਬੁਲ ਸਕੇ ਨਾ ਗਾਮੀਆਂ ਇੱਥੇ ਬੋਲਣ ਦੀ ਨੀ ਜਾਮੀਆਂ। ਇਹ ਨਗਰੀ ਜਮਜੰਦਾਰਾਂ ਦੀ, ਮਾਸੂਮ ਬੇਦੋਸ਼ਾਂ ਮਾਰਾਂ ਦੀ, ਇੱਥੇ ਰਾਤ ਨੂੰ ਰਾਤ ਨਾ ਕਹਿ ਸਕੀਏ ਇੱਥੇ ਕਰ ਨਹੀਂ ਸਕਦੇ ਹਾਮੀਆਂ ਇੱਥੇ ਬੋਲਣ ਦੀ ਨੀ ਜਾਮੀਆਂ। ਇੱਥੇ ਆਖਣ ਦੀਨ ਕਬੂਲ ਕਰੋ, ਨਹੀਂ ਸ਼ੁਰੀਆਂ ਹੇਠ ਸੀਸ ਧਰੋ, ਨਿਤ ਹੁਕਮ ਚ ਗੱਤੇ ਚਾੜ ਰਹੇ, ਅਸੀਂ ਕਰ ਨਹੀਂ ਸਕਦੇ ਨਾਮੀਆਂ ਇੱਥੇ ਬੋਲਣ ਦੀ ਨੀ ਜਾਮੀਆਂ। ਮੇਰੇ ਦਿਲ ਵਿੱਚ ਉੱਠਦੀ ਹੂਕ ਜਹੀ, ਇੱਕ ਚੀਕ ਜਹੀ, ਇੱਕ ਕੂਕ ਜਹੀ, ਕਦੇ ਉੱਠ ਪੈਂਦੀ ਕਦੇ ਦਬ ਜਾਂਦੀ, ਪਰ ਕੱਢ ਨਾ ਸਕਦੀ ਸਾਮੀਆਂ ਇੱਥੇ ਬੋਲਣ ਦੀ ਨੀ ਜਾਮੀਆਂ ਇੱਥੇ ਬੋਲਣ ਦੀ ਨੀ ਜਾਮੀਆਂ ਇੱਥੇ ਬੋਲਣ ਦੀ ਨੀ ਜਾਮੀਆਂ। ਧੰਨਵਾਦ। ਵੀ ਜਿਹੜੀ ਵੀਰ ਦੀ ਸ਼ਾਹਕਾਰ ਕਹਾਣੀ ਕੋਈ ਇੱਕ ਸਵਾਰ 1954 'ਚ ਮੇਰੇ ਸਾਹਮਣੇ ਬਹਿ ਕੇ ਲਿਖੀ ਸੀ। ਵੀਰ ਨੇ ਗਿਆਨੀ ਕਾਲਜ ਖੋਲ੍ਹਿਆ ਸੀ ਮੰਡੀ ਗੋਬਿੰਦਗੜ੍ਹ। ਮੈਂ 10ਵੀਂ ਦਾ ਇਮਤਿਹਾਨ ਦੇ ਕੇ ਉਹਨਾਂ ਦੇ ਮੇਰੇ ਸਾਹਮਣੇ ਬੈਠਾ ਸੀ। ਉਹਨਾਂ ਨੇ ਇੱਕ ਕਹਾਣੀ ਲਿਖ ਰਹੇ, ਕਹਾਣੀ ਲਿਖ ਕੇ ਮੈਨੂੰ ਕਹਿੰਦੇ ਦੀਪੇ ਲੈ ਫੜ ਆ, ਮੈਂ ਕਹਾਣੀ ਲਿਖਿਆ ਪੜ੍ਹ ਕੇ ਦੇਖ। ਫਿਰ ਮੈਂ ਕਹਾਣੀ ਪੜ੍ਹੀ, ਮੈਨੂੰ ਨਹੀਂ ਸੀ ਪਤਾ ਵੀ ਇੰਨੀ ਸ਼ਾਹਕਾਰ ਕਹਾਣੀ ਹੋਊਗੀ, ਨਾ ਵੀਰ ਨੂੰ ਪਤਾ ਸੀ। ਇਹ ਮਗਰੋਂ ਪਤਾ ਲੱਗਿਆ ਵੀ ਹਾਂ ਇਹ ਕਹਾਣੀ ਪੂਰੀ ਕਿਸਵਾਰ ਸ਼ਾਹਕਾਰ ਹੈ। ਬਾਰੂ ਤਾਂਗੇ ਵਾਲਾ ਕਹਾਣੀ ਤੋਂ ਲੈ ਕੇ ਕਿੰਨਾ ਬਦਮਾਸ਼ ਹੈ ਔਰੰਗਜ਼ੇਬ ਕਵਿਤਾ ਤੱਕ ਉਸ ਦੀਆਂ ਰਚਨਾਵਾਂ ਵਿੱਚ ਲੁਟੇਰੀ ਅਤੇ ਫਿਰਕੂ ਜਮਾਤ ਪ੍ਰਤੀ ਨਫ਼ਰਤ ਹੈ ਅਤੇ ਗਰੀਬਾਂ ਤੇ ਮਜ਼ਲੂਮਾਂ ਪ੍ਰਤੀ ਹਾਂ ਦਾ ਨਾਰਾ ਹੈ। ਉਸ ਦੀ ਇੱਕ ਨਿੱਕੀ ਜਿਹੀ ਕਵਿਤਾ ਹੈ, ਮੈਂ ਮੁਖਬਰ ਨਹੀਂ ਹਾਂ। ਸੱਚ ਜਾਣੋ ਮੈਂ ਮੁਖਬਰ ਨਹੀਂ ਸਾਂ, ਮੈਂ ਤਾਂ 3 ਵਰ੍ਹੇ ਦੀ ਬੱਚੀ ਸਾਂ, 3.5 ਦੀ ਹੋਵਾਂਗੀ, ਬੜੀ ਹੱਦ 4 ਦੀ। ABC ਪੜ੍ਹ ਰਹੀ ਸਾਂ, ਊੜਾ ਆੜਾ ਈੜੀ ਸੱਸਾ। 3 ਕੇ 4 ਅੰਕਲ ਆਏ, ਪਹਿਲਾਂ ਮੇਰੇ ਦਾਦੇ ਨੂੰ ਮਾਰਿਆ, ਫਿਰ ਮੇਰੀ ਦਾਦੀ ਨੂੰ, ਫਿਰ ਮੇਰੇ ਡੈਡੀ ਨੂੰ ਮਾਰਿਆ, ਫਿਰ ਮੇਰੀ ਮੰਮੀ ਨੂੰ, ਫਿਰ ਮੇਰੇ ਵੱਡੇ ਵੀਰ ਨੂੰ ਮਾਰਿਆ, ਫਿਰ ਛੋਟੇ ਨੂੰ, ਤੇ ਫਿਰ ਉਹ ਮੈਨੂੰ ਮਾਰਨ ਲੱਗੇ। ਮੈਂ ਆਖਿਆ, ਅੰਕਲ ਮੈਨੂੰ ਕਿਉਂ ਮਾਰਦੇ ਹੋ? ਆਖਣ ਲੱਗੇ, ਤੂੰ ਮੁਖਬਰ ਹੈ। ਮੈਂ ਆਖਿਆ, ਅੰਕਲ ਮੁਖਬਰ ਕਿਸ ਨੂੰ ਕਹਿੰਦੇ ਹਨ? ਉੱਤਰ ਵਿੱਚ ਉਹਨਾਂ ਮੈਨੂੰ 14 ਗੋਲੀਆਂ ਮਾਰੀਆਂ, ਪਰ ਮੈਨੂੰ ਅਜੇ ਵੀ ਪਤਾ ਨਹੀਂ ਕਿ ਮੁਖਬਰ ਕਿਸ ਨੂੰ ਕਹਿੰਦੇ ਹਨ। ਇੱਕ ਨਜ਼ਮ ਹੈ ਮੇਰੀ ਕਿ ਮਮਟੀਆਂ ਤੇ ਤਾਂ ਬਥੇਰੇ ਧਰਦੇ ਨੇ ਮਿੱਟੀ ਦੇ ਚਿਰਾਗ, ਕੋਈ ਵਿਰਲਾ ਹੀ ਤੂਫਾਨ ਦੀ ਹਿੱਕ ਤੇ ਆਟੇ ਦੇ ਦੀਵੇ ਬਾਲਦਾ। ਸੰਤੋਖ ਸਿੰਘ ਧੀਰ ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਕਲਮ ਦੇ ਰਾਹੀਂ ਸੰਵੇਦਨਾ ਦੇ ਦੀਵੇ ਬਾਲੇ, ਆਪਣੀ ਸ਼ਖਸੀਅਤ ਦੀ ਜੋਤ ਜਗਾ ਕੇ ਰੱਖੀ। ਉਹਨਾਂ ਦੀ ਜੇ ਆਪਾਂ ਲੇਖਣੀ ਬਾਰੇ ਗੱਲ ਕਰੀਏ, ਉਹਨਾਂ ਦੀਆਂ ਲਿਖਤਾਂ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਸਾਰੇ ਦਰਜਨਾਂ ਹੀ ਕਹਾਣੀ ਸੰਗ੍ਰਹਿ, ਦਰਜਨਾਂ ਹੀ ਕਵਿਤਾ ਸੰਗ੍ਰਹਿ,
ਬਹੁਤ ਸਾਰੇ ਨਾਵਲ, ਸਵੈ ਜੀਵਨੀ, ਸਫ਼ਰਨਾਮੇ, ਹਰ ਸਾਹਿਤ ਦੀ ਹਰ ਵਿਧਾ 'ਤੇ ਉਹਨਾਂ ਨੇ ਆਪਣੀ ਕਲਮ ਦਾ ਰੁਤਬਾ ਵੱਡਾ ਕੀਤਾ। ਇਸ ਦੇ ਨਾਲ ਹੀ ਉਹਨਾਂ ਦੀ ਜੇ ਸ਼ਖਸੀਅਤ ਬਾਰੇ ਗੱਲ ਕਰੀਏ, ਉਹ ਬਹੁਤ ਮਹਾਨ ਸ਼ਖਸੀਅਤ ਸਨ। ਉਹਨਾਂ ਦੀ ਸ਼ਖਸੀਅਤ ਦੇ ਬਹੁਤ ਸਾਰੇ ਪੱਖ ਸਨ। ਉਹ ਬਹੁਤ ਸਾਰੀਆਂ ਜਿਹੜੀਆਂ ਸਾਹਿਤਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਸਨ। ਕੇਂਦਰੀ ਪੰਜਾਬੀ ਲੇਖ ਸਭਾ ਦੇ ਉਹ 2 ਵਾਰ ਪ੍ਰਧਾਨ ਬਣੇ, 1995 ਤੋਂ 1999 ਤੱਕ। ਇਸੇ ਤਰ੍ਹਾਂ ਰਾਜਨੀਤਿਕ ਧਿਰਾਂ ਨਾਲ ਵੀ ਜੁੜੇ ਰਹੇ। ਆਪਣੀ ਖੱਬੇ ਪੱਖੀ ਵਿਚਾਰਧਾਰਾ ਨੂੰ ਲੈ ਕੇ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਉਹਨਾਂ ਨੇ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕੀਤੇ। ਆਪਣੀਆਂ ਲਿਖਤਾਂ ਵਿੱਚ ਵੀ ਉਹਨਾਂ ਨੇ ਬੜੇ ਬੇਬਾਕ ਹੋ ਕੇ, ਉਂਗਲ ਖੜੀ ਕਰਕੇ ਆਮ ਲਤਾੜੇ ਲੋਕਾਂ ਲਈ ਕੰਮ ਕੀਤਾ, ਕਹਾਣੀਆਂ ਲਿਖੀਆਂ ਤੇ ਉਹਨਾਂ ਦੇ ਆਗੂ ਬਣੇ। ਤੇ ਮੈਂ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਪੰਜਾਬੀ ਸਾਹਿਤ ਦੇ ਵਿੱਚ ਚੋਣਵੀਆਂ ਹਨ। ਜ਼ਿੰਦਗੀ ਦੇ ਬੂਹੇ 'ਤੇ ਲਿਖਿਆ ਹੁੰਦਾ ਹੈ ਮੌਤ ਦਾ ਮੁਕੰਮਲ ਸਿਰਨਾਮਾ। ਵੇਖਣਾ ਤਾਂ ਇਹ ਹੈ ਕਿ ਜਿਉਂਦਾ ਕਿਵੇਂ ਰੱਖਣਾ ਹੈ ਮੌਤ ਨੂੰ। ਉਹ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣੀ ਮੌਤ ਨੂੰ ਹਮੇਸ਼ਾ ਲਈ ਜਿਉਂਦਾ ਕਰ ਦਿੱਤਾ ਹੈ। ਆਪਣੇ ਕੰਮਾਂ ਕਰਕੇ, ਆਪਣੀਆਂ ਲਿਖਤਾਂ ਕਰਕੇ, ਆਪਣੀਆਂ ਕਹਾਣੀਆਂ ਕਰਕੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਰਹਾਂਗੇ। ਸੰਤੋਖ ਸਿੰਘ ਧੀਰ ਨੂੰ ਭਾਵੇਂ ਸਾਹਿਤ ਅਕਾਦਮੀ ਪੁਰਸਕਾਰ ਅਤੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤ ਪੁਰਸਕਾਰ ਸਮੇਤ ਅਨੇਕ ਪੁਰਸਕਾਰ ਮਿਲੇ, ਪਰ ਉਹ ਕਦੇ ਪੁਰਸਕਾਰਾਂ ਦੇ ਪਿੱਛੇ ਦੌੜਿਆ ਨਹੀਂ। ਸਗੋਂ ਅਜਿਹੇ ਯੁੱਗ ਪੁਰਸ਼ਾਂ ਨੂੰ ਪੁਰਸਕਾਰ ਮਿਲਣ ਨਾਲ ਪੁਰਸਕਾਰਾਂ ਦਾ ਰੁਤਬਾ ਉੱਚਾ ਹੁੰਦਾ ਹੈ। ਸੰਤੋਖ ਸਿੰਘ ਧੀਰ ਵਾਸਤੇ ਲੋਕਾਂ ਲਈ ਲਿਖਣਾ ਹੀ ਸਭ ਤੋਂ ਵੱਡਾ ਪੁਰਸਕਾਰ ਹੈ। ਇਸੇ ਲਈ ਉਹ ਕਹਿੰਦਾ ਹੈ, ਕਿੰਨਾ ਵੱਡਾ ਸਨਮਾਨ ਹੈ ਇਹ, ਕਿੰਨਾ ਵੱਡਾ ਸਨਮਾਨ ਹੈ ਇਹ, ਜਿਹੜੇ ਆਕਾਸ਼ ਦੀ ਛੱਤ ਥੱਲੇ ਸੌਂਦੇ ਹਨ, ਧਰਤੀ ਦੇ ਵਿਛਾਉਣੇ ਉੱਤੇ ਉਹਨਾਂ ਦੇ ਨਾਲ ਹੋਣਾ ਤੇ ਉਹਨਾਂ ਦੀਆਂ ਅੱਖਾਂ ਵਿੱਚੋਂ ਇਸ ਸੰਸਾਰ ਨੂੰ ਦੇਖਣਾ, ਕਿੰਨਾ ਵੱਡਾ ਸਨਮਾਨ ਹੈ ਇਹ। ਗੁਰੂ ਨਾਨਕ ਦਾ ਸਿੱਖ ਹੋਣਾ ਤੇ ਲੈਨਿਨ ਦਾ ਸਿਪਾਹੀ ਹੋਣਾ। ਤੇ ਅੱਜ ਜਦੋਂ ਦਿੱਲੀ ਦੀ ਸੱਤਾ ਦੇ ਖਿਲਾਫ ਕਿਸਾਨਾਂ ਦੇ ਪੁੱਤ ਆਕਾਸ਼ ਦੀ ਛੱਤ ਹੇਠਾਂ ਧਰਤੀ ਦੇ ਵਿਛਾਉਣੇ ਉੱਤੇ ਰਾਤਾਂ ਗੁਜ਼ਾਰਦੇ ਸੱਤਾ ਨੂੰ ਵੰਗਾਰ ਰਹੇ ਹਨ, ਤਾਂ ਅਸੀਂ ਸੰਤੋਖ ਸਿੰਘ ਧੀਰ ਨੂੰ ਉਹਨਾਂ ਦੇ ਇਹਨਾਂ ਅਮਰ ਬੋਲਾਂ ਰਾਹੀਂ ਯਾਦ ਕਰ ਰਹੇ ਹਾਂ। ਕਿਸੇ ਲੇਖਕ ਲਈ ਇਹੀ ਅਮਰਤਾ ਦਾ ਰਾਹ ਹੈ। ਸਲਾਮ, ਸੰਤੋਖ ਸਿੰਘ ਧੀਰ।